ਅਕਾਲ। ਮੈਂ ਇਸ਼ਫਾਕ ਜਾਲੀ ਹਮੇਸ਼ਾ ਦੀ ਤਰ੍ਹਾਂ ਐਵਰੀ ਟਿਊਜ਼ਡੇ 11 ਤੋਂ 12 ਵਜੇ ਡਾਕਟਰ ਰਾਜ ਬੈਂਸ ਦੇ ਨਾਲ ਬੜਾ ਇੰਪੋਰਟੈਂਟ ਆਪਣੀ ਐਡਵਾਈਸ ਹੁੰਦੀ ਹੈ ਮੁਜਾਸਤੀ ਆਪਣੀ ਵੈਲ ਬੀਇੰਗ ਐਂਡ ਆਪਣਾ ਕੇਅਰ ਕਿੱਦਾਂ ਕਰਨਾ। ਮੈਂ ਆਪਣਾ ਡਾਕਟਰ ਜੀ ਨੂੰ ਇੰਟਰੋਡਿਊਸ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਬਹੁਤਾ ਕਲੀਅਰ ਕਰ ਦੇਵਾਂ। ਇਹ ਜਿਹੜਾ ਹੁੰਦਾ ਇੱਕ ਚੈਟ ਸ਼ੋ ਹੈਗਾ, ਇਹ ਜਨਰਲ ਕੁਐਸਚਨ ਆਨਸਰ ਹੁੰਦੇ ਨੇ ਕਿ ਤੁਸੀਂ ਕਿਹੜੀ ਚੀਜ਼ ਖਾਓ, ਕੀ ਕਰੋ, ਤੁਹਾਡੇ ਉਹਦੇ ਨਾਲ ਫਾਇਦਾ ਹੋ ਸਕਦਾ। ਅਗਰ ਜੇ ਤੁਹਾਨੂੰ ਕਹਿੰਦੇ ਫਾਇਦਾ ਹੋ ਸਕਦਾ, ਜ਼ਰੂਰੀ ਨਹੀਂ ਕਿ ਹਰ ਇਨਸਾਨ ਨੂੰ ਫਾਇਦਾ ਹੋਏਗਾ। ਜੋ ਵੀ ਅੱਜ ਅਸੀਂ ਟੌਪਿਕ ਕਰਾਂਗੇ, ਜੋ ਵੀ ਖਾਣ ਪੀਣ ਦੀਆਂ ਗੱਲਾਂ ਕਰਾਂਗੇ, ਪਲੀਜ਼ ਜਦੋਂ ਵੀ ਤੁਸੀਂ ਕੁਝ ਕਰਨਾ ਹੈ, ਇਹ ਪ੍ਰੋਗਰਾਮ ਦੇਖ ਕੇ ਸਟਾਰਟ ਕਰਨਾ, ਆਪਣੀ GP ਨੂੰ ਕੰਸਲਟ ਕਰਕੇ ਪੁੱਛ ਕੇ ਕਿ ਮੈਂ ਖਾ ਸਕਦਾ ਕਿ ਨਹੀਂ ਖਾ ਸਕਦਾ, ਕਿਉਂਕਿ ਕਈ ਚੀਜ਼ਾਂ ਬੜੀਆਂ ਬੈਨੀਫੀਸ਼ੀਅਲ ਹੁੰਦੀਆਂ ਨੇ। ਜਿੱਦਾਂ ਅੱਜ ਸਾਡਾ ਸਬਜੈਕਟ ਹੈਗਾ ਵਿਟਾਮਿਨ C ਬਾਰੇ ਗੱਲ ਕਰਨਾ ਸੀ, ਅਤੇ ਉਹਦੇ ਬਾਰੇ ਵਿਟਾਮਿਨ C ਇਜ਼ ਅ ਵੈਰੀ ਇੰਪੋਰਟੈਂਟ ਸਬਜੈਕਟ ਐਂਡ ਆਪਣੇ ਬੋਡੀ ਨੂੰ ਬੜੀ ਲੋੜ ਹੈ ਉਹਦੀ। तो ਅਸੀਂ ਉਹਦੇ ਬਾਰੇ ਗੱਲ ਕਰਾਂਗੇ। ਪਲੀਜ਼ ਆਪਣੀ GP ਦੇ ਨਾਲ, ਮੈਡੀਕਲ ਟੀਮ ਦੇ ਨਾਲ ਆਪਣਾ ਪ੍ਰੋਫੈਸ਼ਨਲ ਐਡਵਾਈਸ ਲੈ ਕੇ ਜੋ ਵੀ ਤੁਸੀਂ ਇਹ ਪ੍ਰੋਗਰਾਮ 'ਚ ਪਿਕ ਕਰੋਗੇ ਪੁੱਛ ਕੇ ਆਪਣਾ ਸਟਾਰਟ ਕਰਨਾ। ਹੈਲੋ ਜੀ ਡਾਕਟਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਕਿੱਦਾਂ ਤੁਹਾਡੇ ਹੌਲੀਡੇ ਕਿੱਦਾਂ ਰਹੀ? ਠੀਕ। ਇੱਕ ਜਦੋਂ ਤੁਸੀਂ ਦਵਾਈ ਖਾਣ ਤੋਂ ਪਹਿਲਾਂ ਨਾ ਇੱਕ ਹੌਲੀਡੇ ਵੀ ਬੜੀ ਇੰਪੋਰਟੈਂਟ ਚੀਜ਼ ਹੁੰਦੀ ਇਨਸਾਨ ਲਈ। ਬਿਲਕੁਲ ਭਾਜੀ, ਬਿਲਕੁਲ। ਤੇ ਸਾਨੂੰ ਕਈ ਚਿਰ ਹੋ ਗਿਆ ਸੀ ਛੁੱਟੀ ਕਰਨ ਦਾ ਕੋਈ ਮੌਕਾ ਨਹੀਂ ਸੀ ਮਿਲਿਆ, ਕਰਕੇ ਮਰੀਜ਼ਾਂ ਨਾਲ ਅਸੀਂ ਬਹੁਤ ਜ਼ਿਆਦਾ ਹੀ ਬਿਜ਼ੀ ਹੋਏ ਹਾਂ। ਤੇ ਐਦਾਂ ਹੈਗਾ ਭਾਈ, ਛੁੱਟੀ ਕਰਨੀ ਪਈ ਕਿਉਂਕਿ ਬੋਡੀ ਤੁਹਾਨੂੰ ਪਤਾ ਥੱਕ ਜਾਂਦੀ ਹੈ, ਦਿਮਾਗ ਵੀ ਥੱਕ ਜਾਂਦਾ ਹੈ। ਤੇ ਅਨਫੋਰਚੂਨੇਟਲੀ ਉਹ ਮਰੀਜ਼ ਜਿਹੜੇ ਉਹ ਸਾਨੂੰ ਲੱਭਦੇ ਰਹਿੰਦੇ ਆ ਛੁੱਟੀਆਂ 'ਚ ਵੀ। ਤੇ ਸੋ ਇੱਥੇ ਮੈਂ ਹੁਣੇ ਮਾਫੀ ਮੰਗ ਲੈਂਦਾ ਮਰੀਜ਼ਾਂ ਤੋਂ ਵੀ ਤੁਹਾਡੇ ਕਾਲ ਇਸ ਵੀਕ ਨਹੀਂ ਆਨਸਰ ਕਰ ਸਕੇ ਕਿਉਂਕਿ ਅਸੀਂ ਛੁੱਟੀ ਕੀਤੀ ਹੋਈ ਸੀ। ਤੇ ਕੱਲ ਨੂੰ ਅਸੀਂ ਵਾਪਸ ਬੜਾ ਅੱਛੀ ਗੱਲ ਸਟਾਰਟ ਕੀਤੀ ਹੈ। ਦੇਖੋ ਲੱਕੀਲੀ ਕੋਈ ਅਸੀਂ ਸਕ੍ਰਿਪਟ ਬਣਾਇਆ ਨਹੀਂ ਸੀਗਾ। ਮੈਂ ਡਾਕਟਰ ਸਾਹਿਬ ਦਾ ਹਾਲ ਪੁੱਛਿਆ, ਹੌਲੀਡੇ ਪੁੱਛਿਆ ਅਤੇ ਗੱਲ ਚੱਲ ਪਈ। ਇੱਥੋਂ ਗੱਲਾਂ ਚੱਲਦੇ ਹੁਣ ਅਸੀਂ ਮੈਡੀਕਲ ਦੀ ਵੀ ਗੱਲ ਕਰਾਂਗੇ, ਥੋੜ੍ਹਾ ਬਹੁਤਾ ਆਪਣੀ ਵੈਲ ਬੀਇੰਗ ਦੀ ਗੱਲ ਕਰਾਂਗੇ। ਡਾਕਟਰ ਸਾਹਿਬ ਬੜਾ ਤੁਸੀਂ ਅੱਛਾ ਮੈਨੂੰ ਜਵਾਬ ਦਿੱਤਾ, ਜੋ ਆਮ ਲੋਕੀ ਜਵਾਬ ਦਿੰਦੇ ਨੇ ਬੜੇ ਕੰਮਾਂ ਦੇ ਵਿੱਚ। ਕਿਸੇ ਕੰਮ ਤੁਸੀਂ ਜ਼ਿੰਦਗੀ ਦਾ ਕਰ ਲਓ ਕਿ ਮੈਨੂੰ ਟਾਈਮ ਨਹੀਂ ਲੱਗਿਆ, ਮੈਂ ਕਰਾਂਗਾ। ਬੰਦਾ ਨਹੀਂ ਆਪਣੇ ਆਪ ਨੂੰ ਨਹੀਂ ਲੁੱਕ ਆਫਟਰ ਕਰਦਾ। ਹਾਲਾਂਕਿ ਤੁਸੀਂ ਪ੍ਰੀਚ ਕਰਦੇ ਹੋ ਕਿ ਤੁਸੀਂ ਆਪਣੀ ਬੋਡੀ ਠੀਕ ਰੱਖਣ ਨੂੰ ਕੀ ਕਰੋ, ਲੇਕਿਨ ਖੁਦ ਨੂੰ ਇਨਸਾਨ ਟਾਈਮ ਨਹੀਂ ਦਿੰਦਾ। ਹਾਂਜੀ, ਇਹ ਹਿਊਮਨ ਨੇਚਰ ਆ, ਖਾਸ ਕਰਕੇ ਸਾਡੀ ਕਮਿਊਨਿਟੀ ਵਿੱਚ, ਕਿਉਂਕਿ ਅਸੀਂ ਬਹੁਤ ਹਾਰਡ ਵਰਕਿੰਗ ਲੋਕ ਹਾਂ, ਹੈ ਨਾ। ਤੇ ਹਮੇਸ਼ਾ ਅਸੀਂ ਬਹੁਤ ਮਿਹਨਤ ਕਰਦੇ ਹਾਂ ਤੇ ਅਸੀਂ ਆਪਣੇ ਲਈ ਟਾਈਮ ਨਹੀਂ ਕੱਢਦੇ ਹੈਗੇ। ਸੋ ਮੈਂ ਤਾਂ ਹੁਣ ਇਹੀ ਫੈਸਲਾ ਕਰ ਲਿਆ ਵੀ ਹਰੇਕ 2 ਮਹੀਨਿਆਂ ਬਾਅਦ ਜ਼ਰੂਰ ਛੁੱਟੀ ਕਰਨੀ ਹੈ ਜੀ। ਬਿਲਕੁਲ ਭਾਜੀ, ਛੁੱਟੀ ਜਾ ਕੇ ਆਉਂਦੇ ਨਾ ਫੇਰ ਹੀ ਪਤਾ ਲੱਗਦਾ ਕਿ ਉਹਨੇ ਤੁਹਾਨੂੰ ਕੀ ਤੁਹਾਡੇ 'ਚ ਬੈਨੀਫਿਟ ਕੀਤੀ ਹੈ ਹੌਲੀਡੇ ਨੇ। ਤੁਹਾਡਾ ਮਾਈਂਡ ਫਰੈਸ਼, ਤੁਹਾਡੀ ਬੋਡੀ ਫਰੈਸ਼, ਤੁਹਾਡੀ ਥਿੰਕਿੰਗ ਡਿਫਰੈਂਟ ਹੋ ਜਾਂਦੀ ਹੈ। ਤੁਸੀਂ ਅੱਛੀ ਜੋਸ਼ ਕੰਮ ਸ਼ੁਰੂ ਕਰਦੇ ਹੋ ਵਾਪਸ ਆ ਕੇ। ਹਾਂਜੀ, ਜ਼ਰੂਰੀ ਰੈਸਟ ਚਾਹੀਦੀ ਆ ਕਿਉਂਕਿ ਬਹੁਤ ਹੀ ਆਪਣੇ ਲੋਕੀ ਉਹ 7 ਦਿਨ ਕੰਮ ਕਰਦੇ ਆ। ਤੇ ਚਲੋ ਜਦੋਂ ਬੰਦਾ ਜਵਾਨ ਹੁੰਦਾ ਉਦੋਂ ਬਹੁਤਾ ਨਹੀਂ ਪਤਾ ਲੱਗਦਾ ਹੈਗਾ, ਸਰੀਰ ਖਿੱਚਦਾ ਰਹਿੰਦਾ। ਤੇ ਪਰ ਜਦੋਂ ਥੋੜੀ ਜਿਹੀ ਉਮਰ ਤੁਹਾਡੀ ਵੱਧ ਜਾਂਦੀ ਆ, ਫਿਰ ਬਾਅਦ 'ਚ ਤੁਹਾਨੂੰ ਪਤਾ ਲੱਗਦਾ ਜਿਹੜਾ ਤੁਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੁੰਦੀ ਹੈ, ਫਿਰ ਫਰਕ ਪੈਂਦਾ ਸਿਹਤ ਨੂੰ ਜ਼ਿਆਦਾ। ਕਿਉਂਕਿ ਜਿਹੜੇ GP ਹੈਗੇ ਉਹਨਾਂ ਦਾ ਇੱਕ ਬੜਾ ਕਾਮਨ ਲਫ਼ਜ਼ ਹੈਗਾ ਵੇਅਰ ਐਂਡ ਟੇਅਰ। ਉੱਥੇ ਗੱਲ ਕਰਕੇ ਪੜਦਾ ਪਾ ਦਿੰਦੇ ਨੇ। ਹਾਂਜੀ, ਦੈਟਸ ਰਾਈਟ। ਉਹ ਕਾਮਨ ਜਵਾਬ ਆ ਹੁਣ ਤੇਰੇ ਜੋ ਹੋ ਗਿਆ ਵੇਅਰ ਐਂਡ ਟੇਅਰ ਹੋ ਗਿਆ, ਹੁਣ ਨਹੀਂ ਕੁਝ ਵੀ ਕਰ ਸਕਦੇ ਜੀ, ਸੌਰੀ। ਬਿਲਕੁਲ ਡਾਕਟਰ ਸਾਹਿਬ, ਅੱਜ ਜਿਹੜਾ ਤੁਸੀਂ ਸਬਜੈਕਟ ਪਿਕ ਕੀਤਾ ਵਿਟਾਮਿਨ C ਦਾ, ਬਹੁਤ ਵਨ ਆਫ ਦਾ ਇੰਪੋਰਟੈਂਟ ਸਬਜੈਕਟ ਹੈਗਾ। ਅਸੀਂ ਇਹਦੇ ਬਾਰੇ ਗੱਲ ਕਰਾਂਗੇ ਕਿ ਵਿਟਾਮਿਨ C ਕਿਉਂ ਇੰਪੋਰਟੈਂਟ ਹੈਗੇ। ਪਹਿਲਾਂ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ, ਵਾਟ ਯੂ ਗੋਇੰ ਟੂ ਸੇ ਅਬਾਊਟ ਇਟ? ਹਾਂਜੀ, ਸੋ ਜਿੱਦਾਂ ਤੁਸੀਂ ਕਹਿੰਦੇ ਪਏ ਵਿਟਾਮਿਨ C ਜਿਹੜਾ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ, ਚਲੋ ਹੈਗੇ ਤਾਂ ਸਾਰੇ ਵਿਟਾਮਿਨਸ ਇੰਪੋਰਟੈਂਟ ਆ, ਬਿਲਕੁਲ, ਪਰ ਵਿਟਾਮਿਨ C ਖਾਸ ਕਰਕੇ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਸਾਰੇ ਬਾਇਓਕੈਮੀਕਲ ਰਿਐਕਸ਼ਨ, ਮਿਲੀਅਨਸ ਆਫ ਰਿਐਕਸ਼ਨ ਤੁਹਾਡੇ ਸਰੀਰ ਵਿੱਚ ਐਟ ਏ ਟਾਈਮ ਚੱਲ ਰਹੇ ਆ। ਤੇ ਹਰੇਕ ਤਕਰੀਬਨ ਕੈਮੀਕਲ ਰਿਐਕਸ਼ਨ ਲਈ ਵਿਟਾਮਿਨ C ਦੀ ਲੋੜ ਹੈਗੀ ਆ। ਹਾਂਜੀ, ਤੇ ਹਰੇਕ ਸੈੱਲ ਜਿਹੜਾ ਸਾਡੀ ਬੋਡੀ ਵਿੱਚ, ਦੇਖੋ ਮਿਲੀਅਨਸ ਆਫ ਸੈੱਲਸ ਆ ਸਾਡੀ ਬੋਡੀ ਵਿੱਚ, ਤੇ ਉਹਨਾਂ ਦਾ ਜਿਹੜਾ ਸਟਰਕਚਰ ਆ ਮਜ਼ਬੂਤ ਰੱਖਣ ਲਈ ਵਿਟਾਮਿਨ C ਜ਼ਰੂਰੀ ਆ। ਹਾਂਜੀ, ਸੋ ਹਰੇਕ ਸੈੱਲ ਤਾਂ ਹੀ ਪ੍ਰੋਪਰ ਫੰਕਸ਼ਨ ਕਰੇਗਾ ਜੇ ਉਹਨੂੰ ਵਿਟਾਮਿਨ C ਮਿਲੇਗੀ। ਹਾਂਜੀ, ਤੇ ਸਾਨੂੰ ਜਦੋਂ ਪੜ੍ਹਾਇਆ ਜਾਂਦਾ ਸੀ ਤੇ ਉਦੋਂ ਖਾਸ ਕਰਕੇ ਵਿਟਾਮਿਨਸ ਤੇ ਜ਼ੋਰ ਨਾ ਸੀ ਦਿੰਦੇ। ਨਿਊਟ੍ਰੀਸ਼ਨ ਬਹੁਤ ਘੱਟ ਪੜ੍ਹਾਉਂਦੇ ਆ ਕੋਰਸਿਸ ਵਿੱਚ, ਮੈਡੀਕਲ ਕੋਰਸਿਸ ਵਿੱਚ, ਹੋਮਿਓਪੈਥਿਕ ਕੋਰਸਿਸ ਵਿੱਚ। ਤੇ ਉਹ ਉਦੋਂ ਏਦਾਂ ਹੁੰਦਾ ਸੀ ਵੀ ਨਹੀਂ ਜੀ, ਤੁਹਾਨੂੰ ਡਾਇਟ ਵਿੱਚ ਸਭ ਕੁਝ ਮਿਲ ਜਾਂਦਾ ਆ। ਤੇ ਹੁਣ ਅਸੀਂ ਹੌਲੀ ਆਪਣੇ ਆਪ ਖੁਦ ਐਕਸਪੈਰੀਮੈਂਟ ਕਰਕੇ ਫਾਈਂਡ ਆਊਟ ਕੀਤਾ ਵੀ ਜਿਹੜੀ ਅੱਜ ਕੱਲ੍ਹ ਦੀ ਡਾਇਟ ਆ ਉਹਦੇ ਵਿੱਚ ਵਿਟਾਮਿਨਸ ਦੀ ਬਹੁਤ ਘਾਟ ਹੋ ਚੁੱਕੀ ਆ। ਤੇ ਵਜ੍ਹਾ ਇਹਦੀ ਆ ਵੀ ਇੱਕ ਤਾਂ ਸਾਨੂੰ ਜਿਹੜੇ ਫਰੈਸ਼ ਨਹੀਂ ਫੂਡ ਮਿਲਦੇ ਹੈਗੇ। ਹਾਂਜੀ, ਪਤਾ ਨਹੀਂ ਕਦੋਂ ਦੇ ਉਹ ਵੇਅਰ ਹਾਊਸ ਵਿੱਚ ਰੱਖੇ ਹੁੰਦੇ ਆ, ਉਹ ਫਰੀਜ਼ ਕਰਕੇ ਟੈਂਪਰੇਚਰ ਲੋ ਕਰਕੇ ਤੇ ਉੱਥੇ ਨਾਈਟ੍ਰੋਜਨ ਛੱਡਦੇ ਆ ਵੀ ਖਰਾਬ ਨਾ ਹੋਣ। ਜਿੱਦਾਂ ਐਪਲ ਆਉਂਦੇ ਆ ਮਾਰਕੀਟ ਵਿੱਚ,
ਉਹ ਹੁੰਦੇ ਪਿਛਲੇ ਸਾਲ ਦੇ ਹੁੰਦੇ ਐਪਲ ਰੱਖੇ ਹੋ, ਹਾਂਜੀ। ਸੋ ਪਤਾ ਨਹੀਂ ਕਿੰਨਾ ਚਿਰ ਉਹ ਉੱਥੇ ਰੱਖ ਛੱਡਦੇ ਵੇਅਰ ਹਾਊਸ ਵਿੱਚ। ਸਬਜ਼ੀਆਂ ਜਿਹੜੀਆਂ ਆਉਂਦੀਆਂ ਬਾਹਰਲੇ ਮੁਲਕਾਂ ਤੋਂ ਆਉਂਦੀਆਂ ਆ, ਤੇ ਉਹਨਾਂ ਨੂੰ ਕੋਈ ਪ੍ਰੀਕਾਸ਼ਨ ਲੈਣੇ ਪੈਂਦੇ ਵੀ ਜਲਦੀ ਖਰਾਬ ਨਾ ਹੋ ਜਾਣ। ਤੇ ਸੋ ਏਦਾਂ ਵੀ ਉਹ ਵਿਟਾਮਿਨ ਕੰਟੈਂਟ ਜਿਹੜਾ ਹੌਲੀ ਹੌਲੀ ਘਟ ਜਾਂਦਾ ਆ। ਤੇ ਤੁਹਾਨੂੰ ਪਤਾ ਵੀ ਸਾਡੇ ਪਿੰਡਾਂ ਵਿੱਚ ਬਜ਼ੁਰਗ ਹੁੰਦੇ ਸੀ, ਉਹ ਆਪਣੀਆਂ ਸਬਜ਼ੀਆਂ ਲਾਉਂਦੇ ਹੁੰਦੇ ਸੀ, ਤੇ ਉਹਨਾਂ ਨੂੰ ਫਰੈਸ਼ ਸਬਜ਼ੀਆਂ ਮਿਲਦੀਆਂ ਸੀ, ਫਰੈਸ਼ ਫਲ ਮਿਲਦਾ ਸੀ, ਤੇ ਉਹਨਾਂ ਦੀ ਵਿਟਾਮਿਨ ਕੰਟੈਂਟ ਬਹੁਤ ਹਾਈ ਹੁੰਦੀ ਸੀ। ਤੇ ਹੁਣ ਤਾਂ ਉਹ ਗੱਲ ਰਹੀ ਨਹੀਂ ਹੈਗੀ, ਹਨਾ। ਤੇ ਬਾਕੀ ਹੋਰ ਜਿਹੜੇ ਪੈਸਟੀਸਾਈਡ ਸਪਰੇਅ ਛਿੜਕਦੇ, ਕੈਮੀਕਲਸ ਵਰਤਦੇ ਆ, ਤੇ ਉਹਨਾਂ ਦੇ ਨਾਲ ਵੀ ਪੋਲੂਸ਼ਨ ਸਾਡੇ ਸਮੇਂ ਕਿ ਬਾਡੀ ਵਿੱਚ ਜ਼ਿਆਦਾ ਹੁੰਦੀ ਆ। ਤੇ ਜਿਹੜਾ ਪੋਲੂਸ਼ਨ ਆ, ਤੇ ਹੁਣ এনवायरमेंट ਤਾਂ ਸਾਡੀ ਹੈਗੀ ਸਾਰੀ ਪੋਲੂਟਡ, ਹਾਂਜੀ। ਫੈਕਟਰੀਆਂ ਚੋਂ ਧੂੰਆਂ ਨਿਕਲਦਾ ਆ, ਕੈਮੀਕਲਸ ਨਿਕਲਦੇ ਆ, ਤੇ ਇਹ ਸਾਰਾ ਪੋਲੂਸ਼ਨ ਜਿਹੜਾ ਆ, ਇਹਦੇ ਨਾਲ ਵਿਟਾਮਿਨ ਸੀ ਦੀ ਲੋੜ ਪੈਂਦੀ ਹੈ, ਕਿਉਂਕਿ ਵਿਟਾਮਿਨ ਸੀ ਜਿਹੜਾ ਉਹ ਤੁਹਾਡੀ ਬਾਡੀ ਨੂੰ ਡੀਟੌਕਸ ਵੀ ਕਰਦਾ ਆ। ਤੇ ਜਿੱਥੇ ਵੀ ਕੈਮੀਕਲਸ ਪੋਲੂਟੈਂਟਸ ਤੁਹਾਡੇ ਬਾਡੀ ਵਿੱਚ ਜਾਂਦੇ ਆ, ਉੱਥੇ ਵਿਟਾਮਿਨ ਸੀ ਦੀ ਫਿਰ ਘਾਟ ਪੈ ਜਾਂਦੀ ਆ, ਤੇ ਉਹ ਵਿਟਾਮਿਨ ਸੀ ਤੁਹਾਨੂੰ ਸਪਲੀਮੈਂਟ ਕਰਨਾ ਹੀ ਪੈਂਦਾ। ਡਾਕਟਰ ਸਾਹਿਬ, ਜਿਹੜਾ ਹੁਣ ਅਸੀਂ ਜੇ ਗੱਲ ਕਰੀਏ ਜਿਹੜੀ ਹੁਣ ਘਾਟ ਪੈਂਦੀ ਹੈ ਸਪੈਸ਼ਲੀ ਇਨ ਵੈਸਟਰਨ ਕੰਟਰੀ, ਅਸੀਂ ਯੂਕੇ ਦੀ ਗੱਲ ਕਰੀਏ, ਜਦੋਂ ਤੁਸੀਂ ਇੰਡੀਆ ਪਾਕਿਸਤਾਨ ਰਹਿੰਦੇ ਸੀ ਜਾਂ ਤੁਸੀਂ ਕਿਸੇ ਟ੍ਰੋਪੀਕਲ ਕੰਟਰੀ 'ਚ ਰਹਿੰਦੇ ਸੀਗੇ, ਤੁਹਾਨੂੰ ਵੈਦਰ ਕਰਕੇ ਬੜੇ ਵਿਟਾਮਿਨ ਤੁਹਾਨੂੰ ਉੱਥੋਂ ਮਿਲ ਜਾਂਦੇ ਸੀਗੇ, ਜਿੱਦਾਂ ਵਿਟਾਮਿਨ B12 ਹੋਇਆ, ਤੇ ਹੋਰ ਤੁਹਾਨੂੰ ਧੁੱਪ 'ਚ ਬੈਠਣ ਨਾਲ ਬੜਾ ਫਰਕ ਪੈਂਦਾ, ਜਿਸਮ ਖੁੱਲ੍ਹਦਾ ਹੈਗਾ। ਇਹਦੀ ਉਹਦੀ ਬੜੀ ਘਾਟ ਹੈਗੀ ਹੈ। ਬਾਕੀ ਉੱਥੇ ਡਾਈਟ ਬੜੀ ਫਰੈਸ਼ ਹੁੰਦੀ ਸੀ, ਬਾਹਰੋਂ ਸਬਜ਼ੀਆਂ ਬੜੀਆਂ ਘੱਟ ਆਉਂਦੀਆਂ ਸੀਗੀਆਂ, ਜੋ ਮੁਲਕ 'ਚ ਉਗਦਾ ਸੀ ਉਹੀ ਲੋਕ ਜ਼ਿਆਦਾ ਖਾਂਦੇ ਸੀਗੇ। ਸੋ ਆਈ ਕੈਨ ਅੰਡਰਸਟੈਂਡ, ਇੱਕ ਤਾਂ ਡਾਈਟ ਦਾ ਫਰਕ ਪੈ ਗਿਆ, ਇੱਕ ਵੈਦਰ ਦਾ ਫਰਕ ਪੈ ਗਿਆ, ਦੋਨਾਂ ਦੀ ਕਮੀ ਹੋਣ ਕਰਕੇ ਇਹ ਜ਼ਿਆਦਾ ਇਹਦੀ ਲੋੜ ਪੈ ਗਈ, ਕਿਉਂਕਿ ਇਹਦੇ 'ਚ ਘਾਟ ਪੈ ਗਈ ਬਹੁਤ। ਦੈਟਸ ਰਾਈਟ ਭਾਜੀ। ਸੋ ਮੌਸਮ ਦਾ ਫਰਕ ਬਹੁਤ ਪੈਂਦਾ ਹੈ। ਤੁਹਾਨੂੰ ਪਤਾ ਹੈ ਕਿ ਜਦੋਂ ਧੁੱਪ ਵਾਲਾ ਦਿਨ ਹੁੰਦਾ ਹੈ, ਤੁਸੀਂ ਆਟੋਮੈਟਿਕਲੀ ਕੁਛ ਜ਼ਿਆਦਾ ਚੁਸਤ ਫੀਲ ਕਰਦੇ ਆ, ਬੈਟਰ ਫੀਲ ਕਰਦੇ ਆ, ਤੇ ਤੁਹਾਡੀ ਤਬੀਅਤ ਜਿਹੜੀ ਖੁਸ਼ ਤਬੀਅਤ ਹੁੰਦੀ ਉਦਣ, ਤੇ ਬਹੁਤ ਫਰਕ ਪੈਂਦਾ ਮੌਸਮ ਨਾਲ। ਤੇ ਜਿਹੜਾ ਸਨਲਾਈਟ ਆ ਤੁਹਾਡੇ ਚਮੜੀ ਤੇ ਪੈਂਦੀ ਆ, ਉਹਦੇ ਨਾਲ ਵਿਟਾਮਿਨ ਡੀ ਬਣਦੀ ਚਮੜੀ ਵਿੱਚ, ਤੇ ਬਾਡੀ ਦੀ ਘਾਟ ਨਹੀਂ ਹੁੰਦੀ ਵਿਟਾਮਿਨ ਡੀ ਦੀ। ਤੇ ਵਿਟਾਮਿਨ ਡੀ ਵੀ ਬਹੁਤ ਹੀ ਇੰਪੋਰਟੈਂਟ ਆ। ਸੋ ਇਹ ਸਾਰੇ ਫੈਕਟਰ ਜਿਹੜੇ ਆ ਇਹ ਕਾਊਂਟ ਕਰਦੇ ਜੀ। ਭਾਜੀ ਬੜੀ ਕਮਾਲ ਦੀ ਗੱਲ ਹੈ, ਜਦੋਂ ਮੈਂ ਹੁਣ ਪੁਰਾਣੀ ਗੱਲ ਕਰਦਾ, ਇੰਡੀਆ ਪਾਕਿਸਤਾਨ ਜਾਂ ਅਫਰੀਕਾ ਦੇ ਵਿੱਚ ਅਸੀਂ ਰਹਿੰਦੇ ਸੀਗੇ, ਬਹੁਤ ਬਿਮਾਰੀਆਂ ਅਸੀਂ ਕਦੀ ਸੁਣੀਆਂ ਵੀ ਨਹੀਂ ਸੀ, ਉਹ ਇੱਦਾਂ ਦੀ ਕਦੇ ਗੱਲ ਵੀ ਨਹੀਂ ਸੀ ਕੀਤੀ ਕਿ ਤੁਸੀਂ ਇਹ ਖਾਓ ਉਹ ਖਾਓ। ਪੱਤਰ ਖਾ ਲਿਆ, ਜੋ ਵੀ ਖਾ ਲਿਆ ਉਹ ਹਜ਼ਮ ਹੋ ਜਾਂਦਾ ਸੀ, ਤੇ ਬਸ ਖਾ ਪੀ ਕੇ ਆਪਣੀ ਸਿਹਤ ਚੰਗੀ ਰਹਿੰਦੀ ਸੀਗੀ, ਕਿਉਂਕਿ ਵੈਦਰ ਬਹੁਤ ਅੱਛਾ ਹੁੰਦਾ ਨਾ। ਹਾਂਜੀ ਹਾਂਜੀ, ਖਾਸ ਕਰਕੇ ਤੁਹਾਨੂੰ ਪਤਾ ਅਫਰੀਕਾ 'ਚ ਜਿੱਦਾਂ ਕੇਨੀਆ ਤੋਂ ਲੋਕੀ ਆਏ ਆ, ਤੇ ਉਹ ਦੱਸਦੇ ਵੀ ਉੱਥੇ ਮੌਸਮ ਇੰਨਾ ਵਧੀਆ ਸੀ, ਟੈਂਪਰੇਟ ਕਲਾਈਮੇਟ, ਤੇ ਹਰੇਕ ਚੀਜ਼ ਉੱਥੇ ਫਰੈਸ਼ ਮਿਲਦੀ ਸੀ, ਤੇ ਉਹਨਾਂ ਦਾ ਲਾਈਫ ਸਟਾਈਲ ਵੀ ਵਧੀਆ ਸੀ, ਉਹਨਾਂ ਦੀ ਸਟ੍ਰੈਸ ਵੀ ਘੱਟ ਸੀ। ਤੇ ਤੁਹਾਨੂੰ ਪਤਾ ਇਸ ਮੁਲਕ ਵਿੱਚ ਤਾਂ ਸਟ੍ਰੈਸ ਬਹੁਤ ਜ਼ਿਆਦਾ ਹੀ ਆ, ਹਨਾ। ਇੱਥੇ ਦੌੜ ਲੱਗੀ ਰਹਿੰਦੀ ਹੈ, ਤੇ ਉੱਥੇ ਅਫਰੀਕਾ ਵਿੱਚ ਲੋਕਾਂ ਦਾ ਰਿਲੈਕਸ ਲਾਈਫ ਸਟਾਈਲ ਸੀਗਾ, ਤੇ ਤਕਰੀਬਨ ਬਹੁਤੇ ਲੋਕੀ ਹਾਂਜੀ ਬਿਜ਼ਨਸ ਕਰਦੇ ਸੀ, ਤੇ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਇਹ ਸੀ, ਉਹਦੇ ਨਾਲ ਬੰਦਾ ਹੈਲਥੀ ਰਹਿੰਦਾ ਸੀ। ਜੀ ਇਹ ਨਾ, ਜੇ ਹੁਣ ਅਸੀਂ ਗੱਲ ਕਰੀਏ ਇਹਨਾਂ ਕੰਟਰੀਆਂ, ਟ੍ਰੋਪੀਕਲ ਕੰਟਰੀਆਂ 'ਚ ਵਿੰਟਰ ਸਮਰ ਨਹੀਂ ਹੁੰਦੀ, ਟਾਈਮ ਚੇਂਜ ਨਹੀਂ ਹੁੰਦਾ, ਸੁਬਾਹ ਜਿੰਨੇ ਵਜੇ ਚਾਨਣਾ ਹੁੰਦਾ, ਜਿੰਨੇ ਵਜੇ ਸ਼ਾਮ ਨੂੰ ਰਾਤ ਹੁੰਦੀ ਹੈ, ਸਾਰਾ ਸਾਲ ਇੱਦਾਂ ਹੁੰਦਾ ਹੈ। ਦੇयर ਇਜ਼ ਨੋ ਡਿਫਰੈਂਸ। ਰੇਂਜ ਦਾ ਹੁੰਦਾ, ਸ਼ਾਰਟ ਰੇਂਜ, ਲੌਂਗ ਰੇਂਜ, ਬਾਕੀ ਉਹਦਾ ਵਿੰਟਰ ਸਮਰ ਕੁਝ ਨਹੀਂ ਹੁੰਦੀ। ਪਲੈਜ਼ੈਂਟ ਐਬਸੋਲੂਟਲੀ, ਤੁਸੀਂ ਜਿੱਦਾਂ ਮਰਜ਼ੀ ਤਿਆਰ ਹੋ ਕੇ ਨਿਕਲੋ। ਮੈਂ ਡਾਕਟਰ ਸਾਹਿਬ ਜ਼ਰਾ ਨੰਬਰ ਰਿਪੀਟ ਕਰ ਦੇਣਾ ਲੋਕਾਂ ਨੂੰ, ਤਾਂ ਕਿ ਤੁਸੀਂ ਕਾਲ ਕਰੋ। ਮੈਂ ਹਮੇਸ਼ਾ ਕਹਿੰਦਾ ਨਾ, ਪਲੀਜ਼ ਸ਼ੋ ਦੇ ਦਰਮਿਆਨ ਕਾਲ ਕਰੋ, 0121551001 ਤੇ ਕਾਲ ਕਰਕੇ ਤੁਹਾਨੂੰ ਨੰਬਰ ਦਿੱਤਾ ਜਾਏਗਾ, ਜੋ ਕਿ ਤੁਸੀਂ ਡਾਕਟਰ ਸਾਹਿਬ ਨੂੰ ਮੰਡੇ, ਵੈਨਸਡੇ, ਫਰਾਈਡੇ 10 ਤੋਂ 11 ਤੁਸੀਂ ਕਾਲ ਕਰ ਸਕਦੇ ਹੋ। 1 ਘੰਟਾ ਦਿੱਤਾ ਜਾਂਦਾ 3 ਦਿਨਾਂ ਦੇ ਵਿੱਚ। ਜਿਨ੍ਹਾਂ ਦੀ ਤੁਸੀਂ ਪ੍ਰਸਕ੍ਰਿਪਸ਼ਨ ਰਿਪੀਟ ਲੈਣੀ ਹੈ, ਉਹ ਡਿਫਰੈਂਟ ਨੰਬਰ ਹੈਗਾ, ਉਹ ਵੀ ਸੇਮ ਡੇ। ਆਈ ਥਿੰਕ ਦਿਸ ਇਜ਼ ਬਿਟਵੀਨ 4 and 5। ਡਾਕਟਰ ਸਾਹਿਬ ਠੀਕ ਹੈ ਨਾ, 4 ਤੋਂ 5? 4 to 6। ਹਾਂਜੀ ਠੀਕ ਹੈ, ਚਲੋ ਦੈਟਸ ਫਾਈਨ। ਪਲੀਜ਼ ਕੀਪ ਕਾਲਿੰਗ। ਅਗਰ ਕਿਸੇ ਨੂੰ ਬਹੁਤ ਜ਼ਰੂਰੀ ਕੋਈ ਕੁਐਸਚਨ ਹੈਗਾ ਕਿ ਤੁਹਾਨੂੰ ਅੱਜ ਹੀ ਜਵਾਬ ਚਾਹੀਦਾ ਡਾਕਟਰ ਉਹਨਾਂ ਕੋਲੋਂ, ਪਲੀਜ਼ ਜਦੋਂ ਤੁਸੀਂ ਸਾਡੇ ਕਾਲ ਸੈਂਟਰ ਨੂੰ ਕਾਲ ਕਰਦੇ ਹੋ, ਉਹਨਾਂ ਨੂੰ ਮੈਸੇਜ ਦੇ ਦਿਓ। ਉਹ ਮੈਸੇਜ ਸਾਡੇ ਲੰਡਨ ਸਟੂਡੀਓ ਰਿਲੇ ਕਰ ਦਿੰਦੇ ਨੇ, ਫਿਰ ਮੈਂ ਤੁਹਾਨੂੰ ਔਨ ਯੋਰ ਬਿਹਾਫ ਪੁੱਛ ਸਕਦਾ ਹੈਗਾ। ਡਾਕਟਰ ਸਾਹਿਬ, ਹੁਣ ਜਿਹੜਾ ਵਿਟਾਮਿਨ ਸੀ ਹੈਗਾ ਬੜਾ ਇੰਪੋਰਟੈਂਟ, ਹੋਰ ਬੜੀਆਂ ਤਰੀਕੇ, ਹਰ ਤਰ੍ਹਾਂ ਦਾ ਵਿਟਾਮਿਨ ਜਿੱਦਾਂ ਤੁਸੀਂ ਦੱਸਿਆ ਇੰਪੋਰਟੈਂਟ ਹੁੰਦਾ ਹੈ। ਇਹਦੇ ਵਿੱਚ ਕਿਹੜੇ ਫਾਰਮ 'ਚ ਤੁਸੀਂ ਵਿਟਾਮਿਨ ਸੀ ਕੰਜ਼ਿਊਮ ਕਰ ਸਕਦੇ ਹੋ? ਹਾਂਜੀ, ਸੋ ਇਹ ਜਿਹੜੇ ਤੇ ਚੀਪੈਸਟ ਵੈਰਾਈਟੀਜ਼ ਮਿਲਦੇ ਤੁਹਾਨੂੰ ਹਾਈ ਸਟਰੀਟ ਦੀਆਂ ਸ਼ਾਪਾਂ ਵਿੱਚੋਂ, ਉਹਦੇ ਉੱਤੇ ਐਸਕੋਰਬਿਕ ਐਸਿਡ ਲਿਖਿਆ ਹੋਏਗਾ, ਹਾਂਜੀ। ਤੇ ਐਸਕੋਰਬਿਕ ਐਸਿਡ ਜਿਹੜਾ ਉਹ ਇੰਨਾ ਵਧੀਆ ਨਹੀਂ ਹੈਗਾ, ਕਿਉਂਕਿ ਉਹ ਐਸਿਡ ਬਣ ਜਾਂਦੀ ਹੈ, ਹਾਂਜੀ। ਐਸਿਡ ਜਿਹੜੀ ਆ ਉਹ ਤੁਹਾਨੂੰ ਆਪਾਂ ਤੇਜ਼ਾਬ ਕਹਿੰਦੇ ਆ, ਤੇ ਉਹ ਥੋੜੀ ਜਿਹੀ ਤੁਹਾਡੀ ਬੋਡੀ ਦੀ ਐਸਿਡਿਟੀ ਵਧਾ ਦਿੰਦੀ ਆ, ਤੇ ਐਸਿਡਿਟੀ ਤੁਹਾਨੂੰ ਐਕਸਟਰਾ ਨਹੀਂ ਚਾਹੀਦੀ ਹੈਗੀ।
ਕਿਉਂਕਿ ਐਲਕਲਿਨਿਟੀ ਥੋੜੀ ਜਿਹੀ ਹੋਵੇ ਬਲੱਡ ਵਿੱਚ ਤਾਂ ਬੈਟਰ ਰਹਿੰਦਾ ਹੈ। ਤੇ ਸੋ ਮੈਂ ਇਹ ਕਹੂੰਗਾ ਕਿ ਤੁਸੀਂ ਮੈਗਨੀਜ਼ੀਅਮ ਐਸਕੋਰਬੇਟ ਜਿਹੜਾ ਹੋਊਗਾ ਫਾਰਮ, ਉਹ ਸਭ ਤੋਂ ਵਧੀਆ ਉਹ ਆ ਜੀ, ਕਿਉਂਕਿ ਮੈਗਨੀਜ਼ੀਅਮ ਵੀ ਬੋਡੀ ਨੂੰ ਚਾਹੀਦਾ, ਉਹ ਵੀ ਮਿਲ ਜਾਂਦਾ ਹੈ, ਤੇ ਨਾਲ ਐਸਕੋਰਬੇਟ ਜਿਹੜਾ ਉਹ ਵਿਟਾਮਿਨ ਸੀ ਦਾ ਫਾਰਮ ਉਹ ਵੀ ਮਿਲ ਜਾਂਦਾ ਹੈ, ਤੇ ਇਹੀ ਬੈਸਟ ਐਬਜ਼ੌਰਬ ਹੁੰਦਾ ਸਰੀਰ ਵਿੱਚ, ਤੇ ਇਹੀ ਵਧੀਆ ਕੰਮ ਕਰਦਾ। ਡਾਕਟਰ ਸਾਹਿਬ ਇਹ ਜਿਹੜਾ ਹੁਣ ਵਿਟਾਮਿਨ ਸੀ ਹੈ ਬੜੇ ਡਿਫਰੈਂਟ ਫਾਰਮ ਚ ਆਉਂਦਾ, ਮੈਂ ਅੱਗੇ ਵੀ ਗੱਲ ਕਰਾਂਗੇ ਬਹੁਤ, ਇੱਕ ਟੈਬਲੇਟ ਫਾਰਮ ਚ ਆਉਂਦਾ, ਇੱਕ ਪਾਊਡਰ ਫਾਰਮ ਚ ਆਉਂਦਾ, ਤੇ ਵਿਚ ਇਜ਼ ਦਾ ਬੈਸਟ ਦੋਨਾਂ ਦੇ ਵਿੱਚੋਂ, ਕਿ ਤਕਰੀਬਨ ਉਹਨਾਂ 'ਚ ਫਰਕ ਕੀ ਹੁੰਦਾ ਟੈਬਲੇਟ ਤੇ ਪਾਊਡਰ ਦਾ? ਹਾਂਜੀ, ਸੋ ਟੈਬਲੇਟ ਇੱਦਾਂ ਪਈ ਉਹ ਈਜ਼ੀ ਰਹਿੰਦੀ ਹੈ, ਵੀ ਜਦੋਂ ਕਿਤੇ ਵੀ ਤੁਸੀਂ ਜਾਂਦੇ ਆ ਨਾਲ ਆਪਣੀ ਟੈਬਲੇਟ ਲੈ ਜਾਓ, ਹੈ ਨਾ, ਤੇ ਉਹ ਸਵਾਲੋ ਕਰਨ ਨੂੰ ਈਜ਼ੀ ਰਹਿੰਦੀ, ਪਾਣੀ ਦੇ ਨਾਲ ਖਾ ਲਓ। ਤੇ ਟੈਬਲੇਟ ਇੱਦਾਂ ਉਹ ਹਾਰਡ ਪ੍ਰੈਸ ਕੀਤੀ ਹੁੰਦੀ ਜਦੋਂ ਟੈਬਲੇਟ ਬਣਾਉਂਦੇ ਆ, ਤੇ ਉਹਦੇ ਵਿੱਚ ਹੋਰ ਕੋਈ ਉਹਨਾਂ ਨੂੰ ਬਾਈਂਡਰ ਪਾਉਣੇ ਪੈਂਦੇ ਆ, ਵੀ ਉਹ ਜਿਹੜਾ ਪ੍ਰੈਸ ਹੋ ਕੇ ਉਹਦੀ ਟੈਬਲੇਟ ਐਨ ਬਣ ਜਾਵੇ। ਤੇ ਉਹ ਚਲੋ ਠੀਕ ਹੈ, ਵੀ ਜਿੱਦਾਂ ਵੀ ਤੁਸੀਂ ਆਪਣੇ ਕੋਲ ਲੈ ਜਾਓ ਜਾਂ ਜੇਬ 'ਚ ਪਾ ਲਓ, ਜਿੱਥੇ ਮਰਜ਼ੀ ਲੈ ਜਾਓ, ਤੇ ਪਰ ਉਹ ਹਾਰਡ ਪ੍ਰੈਸ ਕੀਤੀ ਹੁੰਦੀ ਹੈ। ਤੇ ਜਿਹੜੇ ਚੀਪਰ ਵੈਰਾਈਟੀਜ਼ ਹੈਗੇ ਆ, ਉਹ ਇੰਨੇ ਹਾਰਡ ਪ੍ਰੈਸ ਕੀਤੇ ਹੁੰਦੇ, ਜਾਂ ਉਹ ਬਾਈਂਡਰ ਜ਼ਿਆਦਾ ਪਾਇਆ ਹੁੰਦਾ, ਉਹ ਤੁਹਾਡੇ ਅੰਦਰ ਸਰੀਰ ਦੇ ਘੁਲਦੀ ਨਹੀਂ ਜਾ ਕੇ ਪ੍ਰੋਪਰਲੀ। ਹਾਂਜੀ, ਸੋ ਪੂਰਾ ਤੁਹਾਨੂੰ ਉਹਦਾ ਫਾਇਦਾ ਨਹੀਂ ਹੁੰਦਾ। ਸੋ ਜਿਹੜੇ ਕੈਪਸੂਲ ਆ ਉਹ ਈਜ਼ੀ ਘੁਲ ਜਾਂਦੇ ਆ ਤੁਹਾਡੇ ਸਰੀਰ ਵਿੱਚ ਜਾ ਕੇ, ਤੇ ਜਲਦੀ ਬਲੱਡ ਸਟਰੀਮ ਵਿੱਚ ਪਹੁੰਚ ਜਾਂਦੇ ਆ। ਤੇ ਜਿਹੜੇ ਪਾਊਡਰ ਆ ਉਹ ਸਭ ਤੋਂ ਵਧੀਆ। ਹਾਂਜੀ, ਪਾਊਡਰ ਤੁਹਾਨੂੰ ਪਤਾ ਆਲਰੇਡੀ ਪਾਊਡਰ ਫਾਰਮ ਹੈਗਾ ਆ, ਇੱਦਾਂ ਚਮਚੇ ਨਾਲ ਤੁਸੀਂ ਪਾਣੀ ਵਿੱਚ ਘੋਲ ਲਓ ਜਾਂ ਜੂਸ ਵਿੱਚ ਘੋਲ ਲਓ, ਤੇ ਘੋਲ ਕੇ ਪੀ ਲਓ, ਤੇ ਮੱਚ ਬੈਟਰ। ਜਿਹੜੀ ਵਿਟਾਮਿਨ ਸੀ ਬੜੇ ਡਿਫਰੈਂਟ ਫਾਰਮ ਚ ਮਿਲਦੀ ਹੈ, ਜਿੱਦਾਂ ਮੈਂ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਹੈ। ਜਿਹੜੀ ਟੈਬਲੇਟ ਵੀ ਹੈਗੀ ਡਾਕਟਰ ਸਾਹਿਬ, ਇੱਕ ਟੈਬਲੇਟ ਹੈਗੀ ਜਿਹੜੀ ਤੁਸੀਂ ਪਾਣੀ 'ਚ ਡਿਜ਼ੋਲਵ ਕਰਕੇ ਪੀਂਦੇ ਹੋ, ਉਹ ਵੀ ਠੀਕ ਹੈਗਾ, ਦਿਸ ਇਜ਼ ਨਾਟ ਬੈਡ, ਕਿਉਂਕਿ ਸਿੱਧੀ ਜਾ ਕੇ ਤੁਹਾਡੇ ਡਿਜ਼ੋਲਵ ਹੋ ਜਾਂਦੀ ਬੋਡੀ ਦੇ ਅੰਦਰ। ਮੈਂ ਫਿਰ ਰਿਪੀਟ ਕਰਾਂਗਾ, ਪਲੀਜ਼ ਜੋ ਅਸੀਂ ਕਹਿੰਦੇ ਪਏ ਹਾਂ, ਹਮੇਸ਼ਾ ਆਪਣੇ ਜੀਪੀ ਦੇ ਨਾਲ ਮੈਡੀਕਲ ਐਡਵਾਈਸ ਲੈ ਕੇ ਸ਼ੁਰੂ ਕਰੋ। ਜੋ ਵੀ ਕਰਨਾ ਅਸੀਂ ਬੜੀ ਗੱਲਾਂ ਕਰਾਂਗੇ ਅੱਗੇ ਵੀ, ਕੀ ਤੁਸੀਂ ਚੀਜ਼ ਖਾ ਸਕਦੇ ਹੋ ਜਾਂ ਖਾਣੀ ਚਾਹੀਦੀ ਹੈ ਤੁਹਾਨੂੰ, ਉਹ ਵੀ ਪੁੱਛ ਕੇ ਡਾਕਟਰ ਨੂੰ ਸਟਾਰਟ ਕਰਿਓ, ਕਿਉਂਕਿ ਕਾਫੀ ਅੱਜ ਅਸੀਂ ਸਬਜੈਕਟ ਟਾਕ ਕਰਾਂਗੇ ਵਿਟਾਮਿਨ ਸੀ ਦਾ। ਡਾਕਟਰ ਸਾਹਿਬ, ਇੱਕ ਤਾਂ ਤੁਸੀਂ ਵਿਟਾਮਿਨ ਸੀ ਡਾਇਰੈਕਟ ਫਰਮ ਦਾ ਟੈਬਲੇਟ ਦੇ ਰਸਤੇ ਲੈਂਦੇ ਹੋ, ਜਾਂ ਤੁਸੀਂ ਪਾਊਡਰ ਦੇ ਲੈਂਦੇ ਹੋ। ਹੁਣ ਫਰੂਟ ਇੱਕ ਬਹੁਤ ਕਾਫੀ ਮੈਂ ਪੜ੍ਹਾ ਉਹਨਾਂ ਦੇ ਨਾਮ ਬੜੇ ਹਾਈ ਰਿਕਮੈਂਡ ਕੀਤੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਨਾ ਹਾਈਐਸਟ ਸੋਰਸ ਆਫ ਵਿਟਾਮਿਨ ਸੀ ਹੈਗੀ ਹੈ, ਐਂਡ ਉਹਦੇ ਬਾਰੇ ਅਸੀਂ ਫਾਇਦਾ ਨੁਕਸਾਨ ਦੀ ਗੱਲ ਕਰਾਂਗੇ। ਡਾਕਟਰ ਸਾਹਿਬ, ਜਿੱਦਾਂ ਮੈਂ ਪਹਿਲਾਂ ਕਹਾਂ, ਜਿਹਨਾਂ 'ਚ ਹਾਈਐਸਟ ਵਿਟਾਮਿਨ ਸੀ ਹੁੰਦੀ ਹੈ, ਗ੍ਰੇਪ ਫਰੂਟ ਹੋਇਆ, ਕੀਵੀ ਹੋਇਆ, ਮੈਂਗੋ ਹੋਇਆ, ਪਪਾਇਆ ਹੋਇਆ, ਪਾਈਨਐਪਲ, ਸਟ੍ਰਾਬੇਰੀਜ਼, ਰਾਸਬੈਰੀ, ਬਲੂਬੈਰੀਜ਼, ਕਰੈਨਬੈਰੀ ਐਂਡ ਵਾਟਰਮੈਲਨ। ਹੁਣ ਅਗਰ ਤੁਹਾਡੇ ਕੋਈ ਔਨਗੋਇੰਗ ਹੋਰ ਬਿਮਾਰੀਆਂ ਹੈਗੀਆਂ, ਦੋ ਦੀਜ਼ ਫਰੂਟਸ ਆਰ ਰੀਅਲੀ ਗੁੱਡ ਫॉर ਆਪਣਾ ਵਿਟਾਮਿਨ ਸੀ ਇਨਕਰੀਜ਼ ਕਰਨ ਲਈ, ਤੇ ਤੁਸੀਂ ਉਹ ਤਾਂ ਹੀ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ ਕਿ ਆਪਣੇ ਜੀਪੀ ਨੂੰ ਪੁੱਛ ਕੇ ਸਟਾਰਟ ਕਰਿਓ। These are the best for the vitamin C, but is it best for you for the other disease ਜੇ ਤੁਹਾਡੇ ਪਾਸ ਕੋਈ ongoing ਹੈਗੀ ਹੈ? ਡਾਕਟਰ ਸਾਹਿਬ, ਇਹਦੇ ਬਾਰੇ ਕੀ ਕਹੋਗੇ ਤੁਸੀਂ? ਹਾਂਜੀ ਭਾਜੀ, ਸੋ ਦੇਖੋ ਜੀ, ਇਹ ਜਿਹੜੇ ਫਰੈਸ਼ ਫਰੂਟਸ ਹੈਗੇ ਆ, ਇਹ ਸਾਡੀ ਐਕਚੁਅਲੀ ਹਿਊਮਨ ਬੀਇੰਗਸ ਦੀ ਨੈਚੁਰਲ ਡਾਇਟ ਆ ਇਹ। ਹਾਂਜੀ, ਤੇ ਆਪਾਂ ਜਿਹੜੇ ਪ੍ਰੋਸੈਸਡ ਫੂਡ ਖਾਂਦੇ ਆ, ਉਹ ਬਿਲਕੁਲ ਅਨਨੈਚੁਰਲ ਡਾਇਟ ਆ। ਹਾਂਜੀ, ਸੋ ਜਿਹੜੀ ਕੁਦਰਤੀ ਚੀਜ਼ ਸਾਡੇ ਲਈ ਬਣਾਈ ਗਈ ਆ, ਉਹੀ ਸਾਡੇ ਸਰੀਰ ਲਈ ਵਧੀਆ ਚੀਜ਼ ਹੈਗੀ ਆ। ਸੋ ਇਹ ਜਿਹੜੇ ਫਰੂਟਸ ਆ, ਇਹ ਕਈ ਇਹਨਾਂ ਵਿੱਚ ਕਲਰ ਹੁੰਦੇ ਆ, ਹਾਂਜੀ, ਲਾਲ ਕਲਰ ਜਾਂ ਗ੍ਰੀਨ ਕਲਰ ਜਿੱਦਾਂ ਵੀ ਹੋਇਆ, ਜਿਹੜੇ ਹਾਈਲੀ ਕਲਰਡ ਹੁੰਦੇ ਆ ਨਾ, ਤੇ ਉਹਨਾਂ ਵਿੱਚ ਇੱਕ ਹੋਰ ਕੰਪਾਊਂਡ ਹੁੰਦਾ, ਉਹਨੂੰ ਬਾਇਓਫਲੇਵੋਨੋਇਡ ਕਹਿੰਦੇ ਆ। ਹਾਂਜੀ, ਸੋ ਬਾਇਓਫਲੇਵੋਨੋਇਡ ਜਿਹੜੇ, ਇਹ ਵੀ ਸਰੀਰ ਲਈ ਬਹੁਤ ਹੀ ਵਧੀਆ ਚੀਜ਼ ਆ, ਤੇ ਵਿਟਾਮਿਨ ਸੀ ਦੇ ਨਾਲ ਜਦੋਂ ਲੈਂਦੇ ਆ, ਇਹਦਾ ਐਕਸਟਰਾ ਬੈਨੀਫਿਟ ਮਿਲਦਾ ਸਰੀਰ ਨੂੰ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਇਹਦੇ ਵਿੱਚ ਹੁਣ ਸਾਰਿਆਂ ਨੂੰ ਜਿਹੜਾ ਹਾਈਐਸਟ ਚੀਜ਼ ਗਿਣੀ ਜਾਂਦੀ ਹੈ ਕਿ ਵਿਟਾਮਿਨ ਸੀ ਦੇ ਵਿੱਚ ਔਰੰਜਿਸ ਤੇ ਔਰੰਜ ਜੂਸ ਵਗੈਰਾ ਬੜਾ, ਤੇ ਸਿਟਰਸ ਫਰੂਟ ਨੂੰ ਬਹੁਤ ਰਿਕਮੈਂਡ ਕੀਤਾ ਗਿਆ ਹੈ। ਯਾ, ਸੋ ਸਿਟਰਸ ਫਰੂਟਸ ਜਿਹੜੇ ਆ, ਇਹਨਾਂ ਵਿੱਚ ਹਾਈਐਸਟ ਵਿਟਾਮਿਨ ਸੀ ਹੁੰਦੀ ਫॉर ਸ਼ੋਰ। ਹਾਂਜੀ, ਤੇ ਸੋ ਜੇ ਤੁਹਾਨੂੰ ਇਹ ਪਚਦੇ ਆ ਫਰੂਟਸ ਤਾਂ ਵੈਰੀ ਗੁੱਡ। ਹਾਂਜੀ, ਪਰ ਕਈ ਲੋਕੀ ਹੈਗੇ ਆ, ਉਹਨਾਂ ਨੂੰ ਇਦਾਂ ਦੀਆਂ ਠੰਡੀਆਂ ਚੀਜ਼ਾਂ ਜਿਹੜੀਆਂ ਗਿਣੀਆਂ ਜਾਂਦੀਆਂ, ਉਹ ਨਹੀਂ ਪਚਦੀਆਂ, ਤੇ ਖਾਸ ਕਰਕੇ ਲੋਕੀ ਜਿਨ੍ਹਾਂ ਨੂੰ ਆਰਥਰਾਈਟਿਸ ਆ, ਉਹਨਾਂ ਲਈ ਸਿਟਰਸ ਫਰੂਟਸ ਇੰਨੇ ਅੱਛੇ ਨਹੀਂ ਹੈਗੇ। ਹਾਂਜੀ, ਕਰਕੇ ਉਹਨਾਂ ਨੂੰ ਫਿਰ ਐਗਰੀਵੇਸ਼ਨ ਹੁੰਦੀ ਜਦੋਂ ਵੀ ਉਹ ਇਹ ਕੋਈ ਔਰੇਂਜ ਖਾਂਦੇ ਆ, ਤੇ ਜੇ ਮੁੰਡੇ ਵਿੱਚ ਪ੍ਰੋਬਲਮ ਹੋਵੇ, ਮੁੰਡਾ ਜ਼ਿਆਦਾ ਦੁਖਦਾ ਹੈ। ਸੋ ਉਹਨਾਂ ਨੂੰ ਸਿਟਰਸ ਫਰੂਟਸ ਜਿਹੜੇ ਅਵੋਇਡ ਕਰਨੇ ਚਾਹੀਦੇ ਆ, ਤੇ ਬਾਕੀ ਹੋਰ ਫਰੂਟਸ ਜਿਹੜੇ ਆ, ਉਹ ਵੀ ਹਾਈ ਵਿਟਾਮਿਨ ਸੀ ਉਹ ਲੈ ਸਕਦੇ ਆ। ਬਿਲਕੁਲ, ਮੈਂ ਉਹੀ ਕਹਿ ਕੇ ਅਗਰ ਚੈੱਕ ਕਰਕੇ ਆਪਣੇ ਜੀਪੀ ਦੇ ਨਾਲ ਉਹ ਤੁਸੀਂ ਕੰਜ਼ਿਊਮ ਕਰੋ। ਦੋ ਜਿਨ੍ਹਾਂ ਚੀਜ਼ਾਂ ਦਾ ਫਾਇਦਾ ਹੁੰਦਾ, ਉਹਨਾਂ ਦਾ ਨੁਕਸਾਨ ਵੀ ਜ਼ਰੂਰ ਹੁੰਦਾ ਹੈ। ਔਰ ਬਹੁਤ ਇੰਪੋਰਟੈਂਟ ਗੱਲ ਹੈ, ਲਿਮਿਟੇਸ਼ਨ ਦੇ ਵਿੱਚ ਖਾਣਾ। ਜੋ ਵੀ ਚੀਜ਼ ਐਕਸੈਸਿਵ ਹੋਇਆ, ਜਿਹਦੇ ਨਾਲ ਤੁਸੀਂ ਇਲਾਜ ਕਰਦੇ, ਉਹ ਵੀ ਖਰਾਬ ਹੋ ਸਕਦੀ ਹੈ। ਡਾਕਟਰ ਸਾਹਿਬ, ਹੁਣ ਨਾ ਬਲੱਡ ਪ੍ਰੈਸ਼ਰ ਹੋਇਆ, ਤੁਹਾਡੇ ਪਾਸ ਰੀਡਿੰਗ ਹੁੰਦੀ ਕਿ ਤੁਹਾਡਾ ਕਿੰਨਾ ਸੇਫ ਲੈਵਲ ਹੁੰਦਾ ਹੈ। ਡਾਇਬੀਟਿਸ ਹੁੰਦੀ ਹੈ, ਉਹਦੀ ਰੀਡਿੰਗ ਹੁੰਦੀ ਹੈ ਕਿ ਤੁਹਾਡੇ ਪਾਸ ਕਿੰਨਾ ਹੋਣਾ ਚਾਹੀਦਾ। ਕੋਲੈਸਟਰੋਲ ਦੀ ਹੁੰਦੀ ਹੈਗੀ ਹੈ ਪਤਾ,
ਹੁਣ ਵਿਟਾਮਿਨ ਸੀ ਨੂੰ ਕਿਸ ਤਰ੍ਹਾਂ ਚੈੱਕ ਕਰਦੇ ਨੇ, ਕਿੱਦਾਂ ਮੈਜ਼ਰ ਕਰਦੇ ਨੇ ਕਿ ਕਿੰਨੀ ਹੋਣੀ ਚਾਹੀਦੀ ਹੈ, ਲੋਐਸਟ ਐਂਡ ਦਾ ਹਾਈਐਸਟ ਕੀ ਹੁੰਦਾ ਉਹਦੇ ਵਿੱਚ? ਹਾਂਜੀ ਹਾਂਜੀ। ਸੋ ਜਿਹੜੇ ਵਿਟਾਮਿਨਸ ਆ ਇਹਨਾਂ ਦੇ ਅਬਾਊਟ 60-70 years ago ਡੇਲੀ ਅਲਾਉਂਸ ਬਣਾਈ ਸੀ ਉਹਨੇ। ਹਾਂਜੀ। ਤੇ ਉਹਨੇ ਦੱਸਿਆ ਵੀ ਜੇ ਤੁਸੀਂ ਇੰਨੇ ਮਿਲੀਗ੍ਰਾਮ ਇਸ ਵਿਟਾਮਿਨ ਦਾ ਲਓ ਤਾਂ ਉਹ ਤੁਹਾਡੇ ਲਈ ਠੀਕ ਆ, ਤੇ ਇਹਨਾਂ ਨੂੰ ਵੱਧ ਲਓ ਵੀ ਕੋਈ ਨੁਕਸਾਨ ਵੀ ਹੋ ਸਕਦਾ। ਅਨਫੋਰਚੂਨੇਟਲੀ ਭਾਜੀ ਤੇ ਇਹ ਹੈਗਾ ਵੀ ਜਿਹੜੇ ਇਹ ਅਲਾਉਂਸ ਬਣਾਏ ਗਏ ਇਹ ਬਹੁਤ ਜ਼ਿਆਦਾ ਲੋ ਆ। ਹਾਂਜੀ। ਬਹੁਤ ਜ਼ਿਆਦਾ ਕਮ ਆ, ਤੇ ਉਹਨੇ ਮੁੜ ਕੇ ਕਦੇ ਰਿਵਿਊ ਕੀਤੇ ਨਹੀਂਗੇ। ਹਾਂਜੀ। ਤੇ ਹੁਣ ਜਿਹੜਾ ਹੈਗਾ ਸਾਡੇ ਕੋਲ ਐਕਸਪੈਰੀਮੈਂਟਸ ਜਾਂ ਕੋਈ ਪ੍ਰੂਫ ਆ, ਐਵੀਡੈਂਸ ਆ, ਉਹ ਹੁਣ ਬਹੁਤ ਅੱਗੇ ਵੱਧ ਚੁੱਕਾ ਆ। ਸੋ ਉਹ ਜਿਹੜੇ ਪੁਰਾਣੇ ਲੈਵਲਸ ਆ ਉਹਨੇ ਫਿਕਸ ਕੀਤੇ ਉਹ ਬਹੁਤ ਕਮ ਆ। ਹਾਂਜੀ। ਸੋ ਉਹਦੇ ਨਾਲੋਂ ਕਾਫੀ ਵੱਧ ਆਪਾਂ ਲੈ ਸਕਦੇ ਹਾਂ। ਸੋ ਜਿੱਦਾਂ ਵਿਟਾਮਿਨ ਸੀ ਹੈਗਾ ਆ, ਤੇ ਇਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਤੇ ਜੇ ਤੁਸੀਂ ਜ਼ਿਆਦਾ ਵਿਟਾਮਿਨ ਸੀ ਇੱਕਦਮ ਲੈਣ ਲੱਗ ਪੈਂਦੇ ਆ ਤੁਹਾਨੂੰ ਲੂਸ ਮੋਸ਼ਨ ਹੋ ਸਕਦਾ। ਹਾਂਜੀ। ਸੋ ਵਿਟਾਮਿਨ ਸੀ ਜਦੋਂ ਵੀ ਇਹ ਲੈਣਾ ਹੈ ਇਹਨੂੰ ਹੌਲੀ ਹੌਲੀ ਇਹਦਾ ਡੋਜ਼ ਵਧਾਈਦਾ ਆ। ਹਾਂਜੀ। ਸੋ ਜਿੱਦਾਂ ਤੁਸੀਂ ਪਏ ਜੇ 100 ਮਿਲੀਗ੍ਰਾਮ ਲੈਂਦੇ ਆ ਤਾਂ ਤੁਸੀਂ ਫਿਰ ਉਹ 200 ਕਰ ਦਿਓ 1-2 ਹਫ਼ਤਿਆਂ ਲਈ, ਤੇ 2 ਹਫ਼ਤਿਆਂ ਬਾਅਦ ਤੁਸੀਂ ਫਿਰ 400 ਕਰ ਸਕਦੇ ਆ, ਤੇ ਫਿਰ 2 ਹਫ਼ਤਿਆਂ ਬਾਅਦ ਫਿਰ ਤੁਸੀਂ 500 ਕਰ ਸਕਦੇ। ਇਹਦਾ ਹੌਲੀ ਹੌਲੀ ਵਧਾਉਣਾ ਜਾਣੀ ਕਿ, ਤੇ ਫਿਰ ਤੁਹਾਡੀ ਬੋਡੀ ਜਿਹੜੀ ਆ ਉਹ ਗਿੱਝ ਜਾਂਦੀ ਆ। ਹਾਂਜੀ। ਜੇ ਤੁਸੀਂ ਇੱਕਦਮ ਤੁਸੀਂ 5 ਗ੍ਰਾਮ ਲਾਉਣ ਲੱਗ ਪੈਂਦੇ ਆ ਉਹ ਤੁਹਾਨੂੰ ਲੂਸ ਮੋਸ਼ਨਸ ਹੋ ਜਾਣਗੇ। ਤੇ ਪਰ ਇਹਦਾ ਜਿਹੜਾ ਅਪਰ ਲੈਵਲ ਆ ਵਿਟਾਮਿਨ ਸੀ ਦਾ ਕੋਈ ਫਿਕਸ ਨਹੀਂ ਕੀਤਾ ਗਿਆ ਹੈਗਾ। ਤੇ ਜਿਹੜੇ ਪਹਿਲੇ ਦੇ ਅਲਾਉਂਸ ਜਿੱਦਾਂ ਰეკਮੈਂਡ ਡੇਲੀ ਅਲਾਉਂਸ ਹੈ ਉਹ ਬਿਲਕੁਲ ਗਲਤ ਹੈ ਜੀ ਇਸ ਵੇਲੇ। ਸੋ ਉਹਦਾ ਨੋਟਿਸ ਲੈਣ ਦੀ ਲੋੜ ਨਹੀਂ ਹੈਗੀ। ਡਾਕਟਰ ਸਾਹਿਬ ਇਹਦੇ ਵਿੱਚ ਹੁਣ ਇਨਸਾਨ ਨੂੰ ਮੈਂ ਜਿੱਦਾਂ ਡਾਇਬੀਟੀਜ਼ ਦੀ ਗੱਲ ਕੀਤੀ ਹੈ, ਬਲੱਡ ਪ੍ਰੈਸ਼ਰ ਉਹਦੀ ਰੀਡਿੰਗ ਹੁੰਦੀ ਹੈ, ਤੁਸੀਂ ਚੈੱਕ ਕਰ ਲੈਂਦੇ ਹੋ। ਹੁਣ ਵਿਦਆਊਟ ਤੁਸੀਂ ਚੈੱਕ ਕਰਨ ਨਾਲੋਂ ਵਿਟਾਮਿਨ ਸੀ 'ਚ ਅਗਰ ਥੋੜ੍ਹੀ ਜਿਹੀ ਕਮੀ ਹੈਗੀ ਹੈ, ਬੰਦੇ ਨੂੰ ਖੁਦ ਕਿਸ ਤਰ੍ਹਾਂ ਪਤਾ ਲੱਗ ਸਕਦਾ ਕਿ ਮੇਰੇ 'ਚ ਇਹ ਹੋ ਸਕਦਾ ਤਾਂ ਮੈਂ ਇੱਦਾਂ ਫੀਲ ਕਰਦਾ? ਕਿਹੜੇ ਕਿਹੜੇ ਉਹਦੇ ਸਾਈਨ ਸਿੰਪਟਮਸ ਕੀ ਹੁੰਦੇ ਨੇ ਉਹਦੇ? ਹਾਂਜੀ। ਸੋ ਸਿੰਪਟਮਸ ਇਹੀ ਆ ਭਾਜੀ ਵੀ ਤੁਸੀਂ ਜਨਰਲੀ ਅਨਵੈਲ ਫੀਲ ਕਰੋਗੇ। ਹਾਂਜੀ। ਕੋਈ ਖਾਸ ਬਿਮਾਰੀ ਨਹੀਂ ਉਸੇ ਵੇਲੇ ਨਿਕਲ ਆਉਂਦੀ, ਪਰ ਕਿਉਂਕਿ ਵਿਟਾਮਿਨ ਸੀ ਦੀ ਇੰਨੀ ਲੋੜ ਆ ਸਰੀਰ ਨੂੰ, ਜੇ ਤੁਸੀਂ ਬਿਲਕੁਲ ਨਹੀਂ ਵਿਟਾਮਿਨ ਸੀ ਲੈਂਦੇ ਹੈਗੇ ਤੇ ਤੁਹਾਨੂੰ ਜਨਰਲੀ ਤੁਸੀਂ ਤੁਹਾਡੀ ਫੀਲ ਠੀਕ ਨਹੀਂ ਕਰੋਗੇ। ਹਾਂਜੀ। ਤੇ ਹੌਲੀ ਹੌਲੀ ਫਿਰ ਉਹ ਬਿਮਾਰੀਆਂ ਆਉਣ ਲੱਗ ਪੈਂਦੀਆਂ, ਜਿੱਦਾਂ ਵਾਲ ਝੜਨ ਲੱਗ ਪੈਂਦੇ ਆ। ਹਾਂਜੀ। ਤੇ ਥਕਾਵਟ ਮਹਿਸੂਸ ਹੁੰਦੀ ਆ, ਤੇ ਹੋਰ ਕਈ ਏਦਾਂ ਤੁਹਾਡੇ ਹਾਰਟ ਨੂੰ ਪ੍ਰੋਬਲਮ ਆਉਂਦੇ ਆ। ਹਾਂਜੀ। ਹਾਰਟ ਡਿਜ਼ੀਜ਼ ਇੱਥੋਂ ਸ਼ੁਰੂ ਹੁੰਦੀ ਆ ਵਿਟਾਮਿਨ ਸੀ ਦੀ ਘਾਟ ਦੇ ਨਾਲ। ਹਾਂਜੀ। ਸੋ ਡਾਇਬੀਟੀਜ਼ ਨੂੰ ਵੀ ਇਫੈਕਟ ਕਰੇਗੀ, ਤੇ ਤੁਹਾਡੇ ਬਲੱਡ ਵੈਸਲਸ ਜਿਹੜੇ ਜੇ ਕਿਤੇ ਜ਼ਖਮ ਹੋ ਜਾਂਦਾ ਉਹ ਥੋੜੀ ਕਿਤੇ ਠੀਕ ਨਹੀਂ ਹੁੰਦਾ ਹੈਗਾ। ਹਾਂਜੀ। ਤੇ ਏਦਾਂ ਜਿਹੜੇ ਫੋੜੇ ਹੋ ਜਾਂਦੇ ਆ, ਵਾਰ-ਵਾਰ ਇਨਫੈਕਸ਼ਨ ਹੋ ਜਾਂਦੇ ਸਕਿਨ ਵਿੱਚ, ਵਾਰ-ਵਾਰ ਪਾਕ ਪੈ ਜਾਂਦੀ ਆ, ਤੇ ਉਹ ਐਂਟੀਬਾਇਓਟਿਕ ਲੈਂਦੇ ਆ, ਕੁਛ ਥੋੜਾ ਟਾਈਮ ਠੀਕ ਰਹਿੰਦੇ ਆ, ਤੇ ਵਾਪਸ ਫੇਰ ਉਹਦੇ ਵਿੱਚ ਇਨਫੈਕਸ਼ਨ ਆ ਜਾਂਦਾ। ਤੇ ਇਹ ਇਦਾਂ ਦੇ ਨਿਸ਼ਾਨੀਆਂ ਹੁੰਦੀਆਂ ਵੀ ਵਿਟਾਮਿਨ ਸੀ ਦੀ ਘਾਟ ਹੈਗੀ ਆ। ਤੇ ਤੁਹਾਨੂੰ ਪਤਾ ਵੀ ਜਿਹੜੇ ਡਾਇਬੈਟਿਕ ਲੋਕੀ ਤੇ ਉਹਨਾਂ ਦੇ ਬਹੁਤ ਈਜ਼ੀ ਲੱਤਾਂ ਦੇ ਵਿੱਚ ਅਲਸਰ ਹੋ ਜਾਂਦੇ ਆ। ਸੋ ਇਹਦੀ ਵਜ੍ਹਾ ਇਹ ਹੁੰਦੀ ਹੈ ਵੀ ਉਹਨਾਂ ਦੀ ਜਿਹੜੀਆਂ ਖੂਨ ਦੀਆਂ ਨਾੜੀਆਂ ਉਹ ਡੈਮੇਜ ਹੋ ਚੁੱਕੀਆਂ, ਤੇ ਫਿਰ ਉਹ ਪੂਰੀ ਆਕਸੀਜਨ ਜਾਂ ਨਿਊਟ੍ਰੀਐਂਟਸ ਜਿਹੜੇ ਆ ਉਹ ਉੱਥੇ ਤਾਈਂ ਪਹੁੰਚਦੇ ਨਹੀਂਗੇ। ਫਿਰ ਉਹ ਜਿਹੜੇ ਅਲਸਰ ਹੋ ਜਾਂਦੇ, ਜ਼ਖਮ ਹੋ ਜਾਂਦੇ ਆ, ਉਹ ਫਿਰ ਠੀਕ ਨਹੀਂ ਹੁੰਦੇ। ਹਾਂਜੀ। ਤੇ ਉੱਥੇ ਫਿਰ ਐਂਟੀਬਾਇਓਟਿਕਸ ਦੇਈ ਜਾਂਦੇ ਵਾਰ-ਵਾਰ, ਜਾਂ ਕਿ ਉੱਤੇ ਪੱਟੀਆਂ ਲਾਉਣ ਨੂੰ ਡਰੈਸਿੰਗਸ ਐਂਟੀਬਾਇਓਟਿਕ ਵਾਲੇ ਲਾਈ ਜਾਂਦੇ ਆ, ਪਰ ਉਹ ਠੀਕ ਹੋਣ ਚਾਹੁੰਦੇ ਨਹੀਂਗੇ। ਤੇ ਇੱਕ ਡਾਕਟਰ ਜਿਹੜਾ ਲੁੱਕ ਆਫਟਰ ਕਰਦਾ ਹੁੰਦੀ ਸੀ ਇਦਾਂ ਦੇ ਕੇਸ, ਉਹਨੇ ਇੱਕ ਐਕਸਪੈਰੀਮੈਂਟ ਕੀਤੀ ਸੀ ਹਸਪੀਟਲ ਵਿੱਚ, ਤੇ ਉਹਨੇ ਦੇਖਿਆ ਵੀ ਇਹ ਕਿਉਂ ਨਹੀਂ ਠੀਕ ਹੁੰਦੇ ਹੈਗੇ। ਹਾਂਜੀ। ਸੋ ਉਹ ਪੂਰਾ ਜ਼ੋਰ ਲਾਉਂਦੇ ਸੀ ਪਰ ਫਿਰ ਵੀ ਉਹ ਅਲਸਰ ਜਿਹੜੇ ਠੀਕ ਨਹੀਂ ਸੀ ਹੁੰਦੇ। ਸੋ ਉਹਨੇ ਕੀ ਕੀਤਾ, ਵਿਟਾਮਿਨ ਸੀ ਲਈ ਤੇ ਨਾਲ ਕੁਛ ਅਮਾਈਨੋ ਐਸਿਡਸ ਲਏ, ਤੇ ਇਦਾਂ ਦੇ ਮਿਨਰਲਸ ਲੈ ਕੇ ਉਹਨੇ ਉਹਨਾਂ ਦੀ ਕਰੀਮ ਬਣਾ ਲਈ। ਕਰੀਮ ਬਣਾ ਕੇ ਅਲਸਰ ਦੇ ਉੱਤੇ ਲਾ ਦਿੱਤੀ। ਉਹ ਵਿਦਿਨ ਅਬਾਊਟ 2-3 ਡੇਜ਼ ਉਹ ਜ਼ਖਮ ਜਿਹੜੇ ਠੀਕ ਹੋਣ ਲੱਗ ਪਏ ਭਾਜੀ। ਸੋ ਇੱਥੋਂ ਪਤਾ ਲੱਗਦਾ ਵੀ ਜੇ ਘਾਟ ਪੈ ਜਾਵੇ ਵੀ ਉਹ ਕਿੱਦਾਂ ਦੇ ਪ੍ਰੋਬਲਮ ਆ ਸਕਦੇ ਆ। ਤੇ ਡਾਕਟਰ ਖਾਸ ਸਾਹਿਬ ਕਰਕੇ ਇੱਕ ਹੋਰ, ਹਾਂ, ਹਾਂਜੀ, ਹਾਂਜੀ ਇੱਕ ਹਾਂਜੀ। ਹੋਰ ਕੰਡੀਸ਼ਨ ਹੈਗੀ ਆ ਵੈਰੀਕੋਜ਼ ਵੇਨਸ। ਹਾਂਜੀ। ਜਿਨ੍ਹਾਂ ਦੀਆਂ ਨੀਲੀਆਂ ਨਾੜਾਂ ਨਿਕਲ ਆਉਂਦੀਆਂ ਲੱਤਾਂ ਤੇ, ਉਹ ਨਿਕਲ ਆਉਂਦੀਆਂ ਕਿਉਂਕਿ ਉਹ ਖੂਨ ਪੂਰਾ ਸਰਕੂਲੇਟ ਨਹੀਂ ਹੁੰਦਾ ਹੈਗਾ, ਤੇ ਉਹ ਨਾੜਾਂ ਫੁੱਲ ਜਾਂਦੀਆਂ। ਸੋ ਇਸ ਕਰਕੇ ਫਿਰ ਉਹ ਜਿਹੜੇ ਹੈਗੇ ਆ ਉੱਥੇ ਦੇ ਸਕਿਨ ਆ ਏਰੀਆ ਆ ਉੱਥੇ ਕਈ ਵਾਰੀ ਖਾਜ ਸ਼ੁਰੂ ਹੋ ਜਾਂਦੀ ਆ, ਤੇ ਖਾਜ ਦੇ ਨਾਲ ਫਿਰ ਅਲਸਰ ਵੀ ਬਣ ਜਾਂਦਾ ਹੈ। ਤੇ ਇਹ ਵੀ ਵੈਰੀਕੋਜ਼ ਅਲਸਰ ਜਿਹੜੇ ਥੋੜੇ ਕੀਤੇ ਠੀਕ ਨਹੀਂ ਹੁੰਦੇ ਹੈਗੇ। ਤੇ ਇਹ ਵੀ ਇਸੇ ਤਰ੍ਹਾਂ ਉੱਥੇ ਵੀ ਵਿਟਾਮਿਨਸ, ਮਿਨਰਲਸ, ਵਿਟਾਮਿਨ ਸੀ ਖਾਸ ਕਰਕੇ ਪਹੁੰਚਦੀ ਨਹੀਂ ਹੈਗੀ, ਇਸੇ ਕਰਕੇ ਉਹ ਵੀ ਜ਼ਖਮ ਤੇ ਠੀਕ ਨਹੀਂ ਥੋੜੇ ਕੀਤੇ ਹੁੰਦੇ।
ਡਾਕਟਰ ਸਾਹਿਬ ਜਿੱਦਾਂ ਤੁਸੀਂ ਸਮਝਾਇਆ ਕਿ ਇਹ ਕੀ ਕੁਝ ਕਰਦਾ ਵਿਟਾਮਿਨ ਸੀ ਬੋਡੀ ਦੇ ਵਿੱਚ ਕਰਦਾ ਕੀ ਫਾਇਦਾ ਹੈਗਾ ਕਿਉਂਕਿ ਇੱਕ ਤੇ ਗੱਲ ਜ਼ਰੂਰ ਹੈਗੀ ਹੈ ਕਿ ਜ਼ਾਹਿਰ ਹੈ ਕਿ ਜਦੋਂ ਵਿਟਾਮਿਨ ਸੀ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੁੰਦਾ ਹੈ ਅਗਰ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੈਗਾ ਉਹਦਾ ਮਤਲਬ ਇਹ ਹੋਇਆ ਕਿ ਤੁਹਾਡੀ ਬੋਡੀ ਦੀ ਰੈਜ਼ਿਸਟੈਂਸ ਹਾਈ ਹੋ ਜਾਂਦੀ ਹੈ ਫਾਈਟ ਕਰਨ ਨੂੰ ਅਗਰ ਜਿੱਦਾਂ ਕੋਲਡ ਐਂਡ ਫਲੂ ਹੁੰਦਾ ਪਿਆ ਕਿਸੇ ਵੀ ਤਰ੍ਹਾਂ ਦਾ ਚੀਜ਼ ਹੁੰਦੀ ਤੁਹਾਨੂੰ ਈਜ਼ੀ ਨਹੀਂ ਲੱਗਦੀ ਕਿਉਂਕਿ ਤੁਹਾਡੀ ਬੋਡੀ ਦੀ ਰੈਜ਼ਿਸਟੈਂਸ ਹਾਈ ਹੋ ਗਈ ਉਹਨੂੰ ਫਾਈਟ ਕਰਨ ਦੀ ਉਹਦਾ ਬੜਾ ਫਾਇਦਾ ਹੁੰਦਾ ਹੈ ਤੇ ਡਾਕਟਰ ਸਾਹਿਬ ਜਿੱਦਾਂ ਹੁਣ ਜਦੋਂ ਕੋਲਡ ਐਂਡ ਫਲੂ ਹਰ ਸਾਲ ਹੁੰਦਾ ਹੈ ਹਰ ਦਫਾ ਬੰਦੇ ਕਹਿੰਦੇ ਜੀ ਮੈਨੂੰ ਤਾਂ ਹੋਣਾ ਹਰ ਸਾਲ ਹੈਗਾ ਪਰ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਆਪਣਾ ਇਮਿਊਨ ਸਿਸਟਮ ਬਿਲਡ ਕਰ ਲਓ ਤੁਹਾਨੂੰ ਨਾ ਵੀ ਹੋਵੇ ਇਹ ਵੀ ਹੋ ਸਕਦਾ ਨਾ ਬਿਲਕੁਲ ਭਾਜੀ ਦੈਟਸ ਰਾਈਟ ਯਾ ਸੋ ਇਦਾਂ ਪੇ ਵਿੰਟਰ ਟਾਈਮ ਜਿਹੜਾ ਆ ਉਦੋਂ ਠੰਡ ਜ਼ਿਆਦਾ ਹੁੰਦੀ ਆ ਤੇ ਜਿਹੜੇ ਵਾਇਰਸ ਜਾਂ ਬੈਕਟੀਰੀਆ ਐਕਟੀਵੇਟ ਹੋ ਜਾਂਦੇ ਜ਼ਿਆਦਾ ਠੰਡ 'ਚ ਹਾਂਜੀ ਤੇ ਹੈਗੇ ਕਈ ਲੋਕੀ ਜਿਨ੍ਹਾਂ ਦੀ ਇਮਿਊਨਿਟੀ ਕਮ ਹੈ ਡਾਕਟਰ ਸਾਹਿਬ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਸੀ ਲਿਮਿਟੇਸ਼ਨ ਦੀ ਵਗੈਰਾ ਆਪਾਂ ਡਾਕਟਰ ਦੇ ਨਾਲ ਗੱਲ ਕਰਦੇ ਰਹਾਂਗੇ ਕਾਫੀ ਫਾਇਦੇ ਨੇ ਵਿਟਾਮਿਨ ਸੀ ਦੇ ਜਿੱਦਾਂ ਅਸੀਂ ਫਰੂਟ ਵਗੈਰਾ ਗੱਲ ਕੀਤਾ ਅਸੀਂ ਤੁਸੀਂ ਕੁਝ ਵੀ ਕਰਨਾ ਕਿੰਨਾ ਤੁਸੀਂ ਲੈ ਸਕਦੇ ਹੋ ਵਿਟਾਮਿਨ ਸੀ ਉਹਦੀ ਡੋਸੇਜ ਕਿੰਨੀ ਹੋਣੀ ਚਾਹੀਦੀ ਬੋਡੀ ਦੇ ਵਿੱਚ ਲੋ ਕਿੰਨੀ ਹੈਗੀ ਹਾਈ ਕਿੰਨੀ ਹੈਗੀ ਹੈ ਇਹ ਬਹੁਤ ਇੰਪੋਰਟੈਂਟ ਗੱਲਾਂ ਹੁੰਦੀਆਂ ਨੇ ਲੇਕਿਨ ਫਿਰ ਹਮੇਸ਼ਾ ਹਰ ਚੀਜ਼ ਹੁੰਦੀ ਹੈ ਉਹਦੇ 'ਤੇ ਪੈਨਿਕ ਨਹੀਂ ਕਰਨਾ ਹਰ ਦਫਾ ਜੋ ਵੀ ਅੱਜ ਅਸੀਂ ਗੱਲ ਕਰਾਂਗੇ ਡਾਕਟਰ ਨਾਲ मैं बार बार लफ्ज़ यूज़ करूँगा प्लीज़ अपनी मैडिकल एडवाइस लेना अपनी GP ਨੂੰ ਪੁੱਛਣਾ ਕਿ ਮੈਂ ਸੁਣਿਆ ਸੀ ਮੈਂ ਜੇ ਇਹ ਖਾਵਾਂ ਮੈਂ ਉਹ ਖਾਵਾਂ ਉਹਦੇ ਨਾਲ ਤੁਹਾਡਾ ਵਿਟਾਮਿਨ ਸੀ ਇਨਕਰੀਜ਼ ਹੁੰਦਾ ਤੁਹਾਡਾ ਵਿਟਾਮਿਨ ਜਿਹੜਾ ਇਮਿਊਨ ਸਿਸਟਮ ਤੁਹਾਡਾ ਬਿਲਟ ਹੁੰਦਾ ਬਿਲਕੁਲ ਹੁੰਦਾ ਡੈਫੀਨਿਟਲੀ ਹੁੰਦਾ ਪਰ ਕਿਸ ਤਰ੍ਹਾਂ ਦੀ ਤੁਹਾਡੀ ਬੋਡੀ ਹੈਗੀ ਹੈ ਕਿੱਦਾਂ ਦੀ ਤੁਹਾਨੂੰ ਬਿਮਾਰੀਆਂ ਹੈਗੀਆਂ ਉਹਦੇ 'ਤੇ ਬਹੁਤ ਡਿਪੈਂਡ ਕਰੇਗਾ ਕਿ ਤੁਹਾਨੂੰ ਖਾਣਾ ਚਾਹੀਦਾ ਕਿ ਨਹੀਂ ਚਾਹੀਦਾ ਐਨੀ ਚੀਜ਼ ਜਿਹੜੀ ਚੀਜ਼ ਤੁਹਾਨੂੰ ਫਾਇਦਾ ਹੁੰਦਾ ਉਹਦਾ ਨੁਕਸਾਨ ਵੀ ਜ਼ਰੂਰ ਹੁੰਦਾ ਕਿਉਂਕਿ ਜੇ ਤੁਸੀਂ ਐਕਸੈਸਿਵ ਲੈ ਲੈਂਦੇ ਹੋ ਕਿੰਨੀ ਦਫਾ ਮੈਂ ਹਮੇਸ਼ਾ ਹਰ ਪ੍ਰੋਗਰਾਮ 'ਚ ਗੱਲ ਕਰਦਾ ਹੁੰਦਾ ਜਿਨ੍ਹਾਂ ਨੂੰ ਡਾਇਬੀਟੀਜ਼ ਵਗੈਰਾ ਹੈਗੀ ਹੈ ਅਤੇ ਉਹਨਾਂ ਨੇ ਜ਼ਿਆਦਾ ਮਿੱਠਾ ਖਾ ਲਿਆ ਅਤੇ ਆਮ ਲੋਕ ਕਹਿੰਦੇ ਨੇ ਚਲੋ ਮੈਂ 2 ਖੋਲਿਆ ਖਾ ਲਾਂਗਾ ਨੋ ਇਟ ਡਜ਼ਨਟ ਵਰਕ ਲਾਈਕ ਦਿਸ ਉਹਦੀ ਲਿਮਿਟੇਸ਼ਨ ਹੁੰਦੀ ਹੈ ਜੇ ਤੁਹਾਨੂੰ ਇੱਕ ਰਿਕਮੈਂਡ ਕੀਤੀ ਗਈ ਹੈ ਜਿੰਨੇ ਵੀ ਗ੍ਰਾਮ 500 ਗ੍ਰਾਮ ਜਾਂ ਜਿੰਨੇ 1000 ਗ੍ਰਾਮ ਦੀ ਤੁਸੀਂ ਉਹੀ ਲੈਣੀ ਹੈ ਇੱਦਾਂ ਨਹੀਂ ਹੋਇਆ ਕਿ ਕੱਲ੍ਹ ਤੁਸੀਂ ਅੱਧੀ ਡੋਸੇਜ ਕਰਤੀ ਅਤੇ ਦੂਜੇ ਦਿਨ ਤੁਸੀਂ ਦੁਬਾਰਾ ਲੈ ਲਈ ਅਤੇ ਉਹ ਤੁਹਾਡੀ ਬੋਡੀ ਨੂੰ ਤੁਹਾਡੇ ਸਿਸਟਮ ਨੂੰ ਨੁਕਸਾਨ ਪਹੁੰਚਾਏਗਾ ਜ਼ਰੂਰ 100% ਇੱਦਾਂ ਚੀਜ਼ਾਂ ਦਾ ਬਹੁਤ ਖਿਆਲ ਰੱਖਣ ਦੀ ਲੋੜ ਹੈਗੀ ਆ ਮੈਂ ਡਾਕਟਰ ਜੀ ਨਾਲ ਹੁਣ ਗੱਲਾਂ ਕਰਾਂਗੇ ਕਿ ਹੋਰ ਕਿਹੜੇ ਰਸਤੇ ਨੇ ਅਸੀਂ ਵਿਟਾਮਿਨ ਸੀ ਆਪਣੇ ਬਲੱਡ ਦੇ ਵਿੱਚ ਕਿੱਦਾਂ ਇਨਕਰੀਜ਼ ਕਰ ਸਕਦੇ ਹਾਂ ਜਿੱਦਾਂ ਮੈਂ ਹੁਣੇ ਦੱਸ ਕੇ ਹਟਿਆ ਕਿ ਜਿਹੜਾ ਜਦੋਂ ਤੁਹਾਨੂੰ ਫਲੂ ਹੁੰਦਾ ਨਾ ਅਸੀਂ ਐਕਸੈਪਟ ਕਰ ਲੈਂਦੇ ਹਾਂ ਕਿ ਬੱਚਿਆਂ ਨੂੰ ਜਾਂ ਕਿਸੇ ਨੂੰ ਵੀ ਕਿ ਮੈਨੂੰ ਹਰ ਸਾਲ ਹੁੰਦਾ ਹੈ ਅਸੀਂ ਤਾਂ ਐਕਸੈਪਟ ਨਹੀਂ ਕਰ ਲੈਂਦੇ ਹਾਂ ਕਿਉਂਕਿ ਵਿੰਟਰ ਦਾ ਮਹੀਨਾ ਇਨਸਾਨ ਨੂੰ ਠੰਡੀ ਲੱਗ ਜਾਂਦੀ ਹੈ ਖਾਂਸੀ ਗਲਾ ਜ਼ੁਕਾਮ ਆਮ ਹੋ ਜਾਂਦੀਆਂ ਨੇ ਲੇਕਿਨ ਦੇਰ ਇਜ਼ ਅ ਵੇ ਕਿ ਤੁਸੀਂ ਇਹਨੂੰ ਫਾਈਟ ਕਰ ਸਕਦੇ ਹੋ ਤੁਹਾਡੀ ਬੋਡੀ 'ਤੇ ਬਹੁਤ ਡਿਪੈਂਡ ਕਰਦਾ ਹੈ ਉਹ ਬੋਡੀ 'ਤੇ ਤੁਸੀਂ ਕਿਸ ਤਰ੍ਹਾਂ ਆਪਣੀ ਕਿਹੜੀ ਡਾਈਟ ਖਾਂਦੇ ਹੋ ਕਿਸ ਤਰ੍ਹਾਂ ਤੁਸੀਂ ਆਪਣਾ ਇਮਿਊਨ ਸਿਸਟਮ ਬਿਲਡ ਕਰਦੇ ਹੋ ਬੜਾ ਫਰਕ ਪੈਂਦਾ ਉਹਦੇ ਵਿੱਚ ਡੈਫੀਨਿਟਲੀ ਸਨਸ਼ਾਈਨ ਹੋਈ ਹੌਲੀਡੇ ਹੋਇਆ ਤੁਸੀਂ ਵਿਟਾਮਿਨ ਸੀ ਇਹਦਾ ਪਾਊਡਰ ਫਾਰਮ 'ਚ ਲੈਣਾ ਜਾਂ ਕਿੱਦਾਂ ਲੈਣਾ ਅਤੇ ਹੁਣ ਮੈਂ ਡਾਕਟਰ ਸਾਹਿਬ ਜਿਹੜਾ ਹੁਣ ਵਿਟਾਮਿਨ ਸੀ ਤੁਸੀਂ ਬਲੱਡ ਵਿੱਚ ਕਿੱਦਾਂ ਕਿਸ ਤਰ੍ਹਾਂ ਕਿਹੜੇ ਫਾਰਮ 'ਚ ਹੁੰਦਾ ਹੈ ਇਸ ਦਿਸ ਦਾ ਬਲੱਡ 'ਚ ਇਨਕਰੀਜ਼ ਹੁੰਦਾ ਕਿ ਬੋਡੀ 'ਚ ਕਿੱਦਾਂ ਹੁੰਦਾ ਹੈ ਹਾਂਜੀ ਸੋ ਜਦੋਂ ਤੁਸੀਂ ਵਿਟਾਮਿਨ ਸੀ ਲੈਂਦੇ ਆ ਤਾਂ ਉਹ ਫਿਰ ਤੁਹਾਡੇ ਸਟਮਕ ਵਿੱਚ ਜਾ ਕੇ ਘੁਲਦਾ ਆ ਘੁਲ ਕੇ ਫਿਰ ਸਮੋਲ ਇੰਟੈਸਟਾਈਨ ਵਿੱਚ ਜਾਂਦਾ ਹੈ ਤੇ ਸਮੋਲ ਇੰਟੈਸਟਾਈਨ ਵਿੱਚੋਂ ਅਬਜ਼ੌਰਪਸ਼ਨ ਹੋ ਕੇ ਬਲੱਡ ਸਟ੍ਰੀਮ ਚਲੇ ਜਾਂਦਾ ਜੀ ਹਾਂਜੀ ਸੋ ਬਲੱਡ ਸਟ੍ਰੀਮ ਸਾਰੀ ਬਲੱਡ 'ਚ ਜਾ ਕੇ ਸਾਰੀ ਬੋਡੀ ਵਿੱਚ ਘੁੰਮ ਜਾਂਦਾ ਹੈ ਹਾਂਜੀ ਸੋ ਜਿੱਥੇ ਲੋੜ ਹੈਗੀ ਉੱਥੇ ਵਰਤਿਆ ਜਾਂਦਾ ਹੈ ਤੇ ਜਿਹੜਾ ਵਿਟਾਮਿਨ ਸੀ ਹੈ ਇਹ ਬਹੁਤਾ ਸਟੋਰ ਨਹੀਂ ਹੁੰਦਾ ਬੋਡੀ ਵਿੱਚ ਹਾਂਜੀ ਬਹੁਤ ਕਮ ਹੁੰਦਾ ਸਟੋਰੇਜ ਇਹਦਾ ਤੇ ਬੋਡੀ ਦਾ ਕੋਈ ਸਿਸਟਮ ਨਹੀਂ ਹੈਗਾ ਵੀ ਸਟੋਰ ਕਰ ਸਕਦੇ ਬਹੁਤਾ ਤੇ ਨਾ ਹੀ ਬੋਡੀ ਆਪ ਵਿਟਾਮਿਨ ਸੀ ਨੂੰ ਬਣਾ ਸਕਦੀ ਆ ਹਾਂਜੀ ਜਿੱਦਾਂ ਤੁਹਾਨੂੰ ਪਤਾ ਵਿਟਾਮਿਨ ਡੀ ਧੁੱਪ ਦੇ ਨਾਲ ਸਕਿਨ ਵਿੱਚ ਪੈਦਾ ਹੁੰਦੀ ਹੈ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਕਿ ਜਿੱਥੇ ਤੁਹਾਡਾ ਸਰੀਰ ਆਪ ਵਿਟਾਮਿਨ ਸੀ ਬਣਾ ਸਕੇ ਹਾਂਜੀ ਸੋ ਹਲੇ ਸਾਡੇ ਜਿਹੜੇ ਹਿਊਮਨ ਬੀਇੰਗਸ ਇਹਨਾਂ ਵਿੱਚ ਪਤਾ ਨਹੀਂ ਕਿਉਂ ਇਹ ਇਵੋਲੂਸ਼ਨਰੀ ਫਰਕ ਪੈ ਗਿਆ ਕਿਉਂਕਿ ਜਿਹੜੇ ਬਾਕੀ ਦੇ ਪਸ਼ੂ ਆ ਉਹ ਖੁਦ ਵਿਟਾਮਿਨ ਸੀ ਉਹਨਾਂ ਦੀ ਬੋਡੀ ਵਿੱਚ ਬਣਦਾ ਆ ਪਰ ਇਨਸਾਨ ਦੇ ਨਹੀਂ ਬਣਦਾ ਹੈਗਾ ਸੋ ਇਸੇ ਕਰਕੇ ਸਾਨੂੰ ਵਿਟਾਮਿਨ ਸੀ ਲੈਣਾ ਪੈਂਦਾ ਹੈ ਤੇ ਜਾਂ ਫਿਰ ਜਿੱਦਾਂ ਆਪਾਂ ਕਹਿੰਦੇ ਫਰੈਸ਼ ਸਬਜ਼ੀਆਂ ਫਰੈਸ਼ ਫਰੂਟ ਜਿਹੜੇ ਉਹਨਾਂ ਚੋਂ ਆਪਾਂ ਲੈ ਸਕਦੇ ਹਾਂ ਤੇ ਜਾਂ ਆਪਾਂ ਸਪਲੀਮੈਂਟ ਕਰ ਸਕਦੇ ਹਾਂ ਹਾਂਜੀ ਡਾਕਟਰ ਸਾਹਿਬ ਜਿਹੜਾ ਮੇਰਾ ਨੈਕਸਟ ਸਵਾਲ ਸੀ ਤੁਸੀਂ ਅੱਧਾ ਪਹਿਲਾਂ ਜਵਾਬ ਦੇ ਦਿੱਤਾ ਤੁਸੀਂ ਮੈਨੂੰ ਲੱਗਦਾ ਪੁੱਛਿਆ ਵੀ ਦੇਣ ਲੱਗ ਗਏ ਹੋ ਇਹ ਜਿੱਦਾਂ ਤੁਸੀਂ ਥੋੜ੍ਹਾ ਦੱਸ ਦਿੱਤਾ ਲੇਕਿਨ ਮੈਂ ਆਪਣੇ ਤਰੀਕੇ ਨਾਲ ਸਵਾਲ ਪੁੱਛਦਾ ਇਹ ਬੋਡੀ 'ਚ ਕਿੰਨੀ ਦੇਰ ਰਹਿੰਦਾ ਹੈ ਤਾਂ ਕਿ ਤੁਹਾਨੂੰ ਨਾ ਨੈਕਸਟ ਡੋਜ਼ ਦੀ ਲੋੜ ਪੈਂਦੀ ਹੈ ਇਹਦਾ ਮਤਲਬ ਕਹਿੰਦਾ ਕਿ ਤੁਹਾਡੇ ਜ਼ਿਆਦਾ ਹੋਵੇ ਨਾ ਘੱਟ ਹੋਵੇ ਤੁਹਾਨੂੰ ਰੋਜ਼ ਕੰਜ਼ੰਪਸ਼ਨ ਲੈਣੀ ਇਜ਼ ਦੈਟ ਓਕੇ ਇਜ਼ ਦੈਟ ਕੁਆਇਟ ਸੇਫ
ਬਿਲਕੁਲ ਭਾਜੀ, ਬਿਲਕੁਲ ਹਰ ਰੋਜ਼ ਲੈਣਾ ਚਾਹੀਦਾ ਆ। ਤੇ ਕਈ ਵਾਰੀ ਏਦਾਂ ਕੁਐਸਚਨ ਆਉਂਦਾ ਪਏ ਜੇ ਅਸੀਂ 2 ਗ੍ਰਾਮ ਇਕੱਠੀ ਸਵੇਰ ਨੂੰ ਲੈ ਲਈਏ ਤਾਂ ਉਹ ਵੀ ਠੀਕ ਆ। ਤੇ ਇਦਾਂ ਬੈਟਰ ਆ ਜੇ ਤੁਸੀਂ ਸਪਲਿਟ ਕਰ ਲਓ ਡੋਜ਼, ਹਾਂਜੀ। ਸੋ ਸਵੇਰ ਨੂੰ ਲਓ ਤੇ ਸ਼ਾਮ ਨੂੰ ਵੀ ਲਓ, ਜਾਂ ਸਵੇਰ ਨੂੰ ਲਓ, ਦੁਪਹਿਰ ਨੂੰ ਲਓ ਤੇ ਸ਼ਾਮ ਨੂੰ ਲਓ। ਇਦਾਂ ਬੈਟਰ ਆ, ਇੱਕੋ ਵਾਰੀ ਨਾ ਸਾਰਾ ਲੈ ਲਓ, ਕਿਉਂਕਿ ਜਿੱਦਾਂ ਮੈਂ ਦੱਸਿਆ ਵੀ ਵਿਟਾਮਿਨ ਸੀ ਬੋਡੀ ਵਿੱਚ ਸਟੋਰ ਨਹੀਂ ਹੁੰਦਾ ਹੈਗਾ। ਸੋ ਜਿਹੜਾ ਐਕਸੈਸ ਵੱਧ ਹੁੰਦਾ ਆ ਤੇ ਉਹ ਤੁਹਾਡੇ ਬੋਡੀ ਵਿੱਚੋਂ ਨਿਕਲ ਜਾਂਦਾ ਨਾਲ ਦੀ ਨਾਲ। ਸੋ ਕਈ ਲੋਕ ਸਿਰਫ ਇੱਕ ਲੈਂਦੇ ਨੇ। ਡਾਕਟਰ ਸਾਹਿਬ ਟਾਈਮ ਬੜੀ ਫਾਸਟ ਜਾ ਰਿਹਾ, ਸਾਨੂੰ ਬ੍ਰੇਕ ਲੈਣੀ ਪਏਗੀ, ਮੈਂ ਬਾਅਦ 'ਚ ਵੀ ਗੱਲ ਕਰਾਂਗਾ। ਤੇ ਕਿਉਂਕਿ ਮੈਂ ਥੋੜੀ ਸ਼ੁਰੂ ਕਰ ਲੈਣਾ, ਅਗਰ ਜੇ ਬ੍ਰੇਕ ਟਾਈਮ ਆ ਗਿਆ ਤਾਂ 35 ਸੈਕਿੰਡ ਹੈਗੇ ਨੇ। ਮੈਂ ਚਲੋ ਟੈਲੀਫੋਨ ਨੰਬਰ ਵਗੈਰਾ ਰਿਪੀਟ ਕਰ ਦੇਣਾ, ਬਾਕੀ ਹੋਰ ਕਾਫੀ ਸਵਾਲ ਹੈਗੇ ਨੇ। ਪਲੀਜ਼ 0121551101 ਤੇ ਕਾਲ ਕਰਕੇ ਤੁਸੀਂ ਆਪਣਾ ਉੱਥੋਂ ਨੰਬਰ ਲੈ ਲਓ ਸਾਡੇ ਕਾਲ ਸੈਂਟਰ ਤੋਂ, ਜਿਹੜਾ ਕਿ ਤੁਸੀਂ ਮੰਡੇ, ਵੈਨਸਡੇ, ਫਰਾਈਡੇ ਬਿਟਵੀਨ 10 and 11 ਡਾਕਟਰ ਨੂੰ ਕਾਲ ਕਰਨਾ। ਐਂਡ ਦੂਸਰਾ ਨੰਬਰ ਹੈਗਾ ਜਿਹੜੇ ਪ੍ਰਿਸਕ੍ਰਿਪਸ਼ਨ ਚਾਹੀਦੀ ਉਹ ਵੀ ਹੈਗਾ। ਪਲੀਜ਼ ਡੋਂਟ ਗੋ ਟੂ ਫਾਰ। ਮੈਂ ਨਹੀਂ ਕਹਾਂਗਾ ਕਿ ਚਾਹ ਬਣਾਓ, ਅਸੀਂ ਥੋੜੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ ਜੀ। ਸਤਿ ਸ਼੍ਰੀ ਅਕਾਲ। ਡਾਕਟਰ ਬੈਂਸ ਦੇ ਨਾਲ, ਰਾਜ ਬੈਂਸ ਦੇ ਨਾਲ ਅਸੀਂ ਵਿਟਾਮਿਨ ਸੀ ਬਾਰੇ ਗੱਲ ਕਰਦੇ ਹਾਂ। ਮੈਂ ਹਮੇਸ਼ਾ ਹਰ ਦਫਾ ਕਹਿੰਦਾ ਹੁੰਦਾ ਕਿ ਪਲੀਜ਼ ਇੱਦਾਂ ਦੇ ਪ੍ਰੋਗਰਾਮ ਹਮੇਸ਼ਾ ਵਾਚ ਕਰਿਆ ਕਰੋ, ਬੜੇ ਐਜੂਕੇਸ਼ਨਲ, ਬੜੇ ਇਨਫੋਰਮੇਟਿਵ ਹੁੰਦੇ ਨੇ। ਤੁਹਾਨੂੰ ਘਰ ਬੈਠਿਆਂ ਨੂੰ ਮੁਫਤ ਸਲਾਹ ਮਿਲ ਜਾਂਦੀ ਹੈਗੀ ਆ, ਤੁਹਾਨੂੰ ਫਿਰ ਪਤਾ ਲੱਗ ਜਾਂਦਾ ਕਾਫੀ ਚੀਜ਼ਾਂ ਤੁਸੀਂ ਪਿਕ ਕਰ ਸਕਦੇ ਹੋ। ਜੇ ਮੈਨੂੰ ਇੱਦਾਂ ਫੀਲ ਹੋ ਰਿਹਾ ਮੇ ਬੀ ਐਸੇ ਕਰਕੇ ਹੁੰਦਾ ਹੋਏਗਾ, ਮੇ ਬੀ ਮੈਂ ਵਿਟਾਮਿਨ ਸੀ ਨਹੀਂ ਲੈਂਦਾ ਸੀ, ਮੈਨੂੰ ਲੈਣੀ ਕਰਨੀ ਸ਼ੁਰੂ ਚਾਹੀਦੀ ਹੈ। ਜੋ ਵੀ ਤੁਸੀਂ ਪ੍ਰੋਗਰਾਮ ਦੇਖ ਕੇ ਸ਼ੁਰੂ ਕਰਨਾ ਚਾਹੋਗੇ, ਮੈਂ ਫਿਰ ਰਿਪੀਟ ਕਰਾਂਗਾ ਕਿ ਪਲੀਜ਼ ਤੁਸੀਂ ਆਪਣੇ ਡਾਕਟਰ ਨੂੰ ਪੁੱਛ ਕੇ ਉਹਨੂੰ ਕੰਸਲਟ ਕਰਕੇ ਸ਼ੁਰੂ ਕਰਿਓ। ਜੋ ਅਸੀਂ ਚੀਜ਼ਾਂ ਰਿਕਮੈਂਡ ਕਰਦੇ ਤੇ ਜਨਰਲ ਲੋਕਾਂ ਲਈ ਹੈਗੇ ਨੇ, ਜਿਹੜੇ ਬਿਮਾਰੀਆਂ ਲੋਕਾਂ ਨੂੰ ਹੁੰਦੀਆਂ ਉਹਦੇ ਨਾਲ ਉਹਨੂੰ ਸ਼ਾਇਦ ਨਾ ਸੂਟ ਕਰਨ। ਤੇ ਜਿੱਦਾਂ ਮੈਂ ਹੁਣੇ ਤੁਹਾਨੂੰ ਕਹਿ ਕੇ ਹਟਿਆ ਸੀ ਤੁਹਾਨੂੰ ਕਿ ਤੁਸੀਂ ਕੋਈ ਵੀ ਨਾ ਕੋਈ ਸਵਾਲ ਹੁੰਦਾ ਤੁਸੀਂ ਸਾਨੂੰ ਪੁੱਛ ਸਕਦੇ। ਸਾਨੂੰ ਹੁਣੇ ਇੱਕ ਸਵਾਲ ਆਇਆ, ਉਹ ਮੈਂ ਡਾਕਟਰ ਸਾਹਿਬ ਨੂੰ ਪੁੱਛਦਾ। ਬ੍ਰੇਕ ਤੋਂ ਜਾਣ ਤੋਂ ਮੈਂ ਪਹਿਲਾਂ ਕਿਹਾ ਸੀ ਕਿ ਤੁਸੀਂ ਥੋੜ੍ਹੀ ਜਿਹੀ ਬ੍ਰੇਕ ਲੈਂਦਾ, ਤੁਸੀਂ ਚਾਹ ਪੀ ਕੇ ਆਵੋ। ਉਹ ਵੀ ਤਾਂ ਗਲਤ ਗੱਲ ਹੈ, ਕਿਉਂਕਿ ਡਾਕਟਰ ਜੀ ਮੈਨੂੰ ਗੁੱਸੇ ਹੋਣਗੇ ਕਿ ਮੈਂ ਲੋਕਾਂ ਨੂੰ ਚਾਹ ਪੀਣ ਤੋਂ ਬੰਦ ਕਰਦਾ ਤੇ ਤੂੰ ਲੋਕਾਂ ਨੂੰ ਕਹਿੰਦਾ ਚਾਹ ਦਾ ਕੱਪ ਬਣਾ ਲਓ। ਡਾਕਟਰ ਜੀ ਵੈਲਕਮ ਬੈਕ ਅਗੇਨ। ਬੜੀ ਸੋਚ ਕੇ ਗੱਲ ਕਰਨੀ ਪਈ, ਇੱਕ ਦਫਾ ਜ਼ਬਾਨ ਨੂੰ ਨਿਕਲ ਜਾਂਦੀ ਹੈ, ਬੰਦਾ ਸੋਚੇ ਅਨਸੋਚੇ ਗੱਲ ਕਰ ਲੈਂਦਾ ਆ। ਹਾਂਜੀ, ਤੁਸੀਂ ਏਦਾਂ ਕਹਿਣਾ ਸੀ ਕੋਈ ਫਰੂਟ ਖਾ ਕੇ ਆਓ ਜਾਂ ਵਿਟਾਮਿਨ ਸੀ ਦਾ ਸਪਲੀਮੈਂਟ ਲੈ ਕੇ ਆਓ ਜਾਂ ਵਿਟਾਮਿਨ ਸੀ ਪੀ ਕੇ ਆਵੋ ਫਟਾਫਟ ਜਾ ਕੇ। ਡਾਕਟਰ ਸਾਹਿਬ ਇੱਕ exactly. ਦੇਖੋ, ਮੈਂ ਜਿੱਦਾਂ ਕਿਹਾ ਸੀਗਾ ਲੋਕਾਂ ਨੂੰ ਕਿ 0121551001 ਤੇ ਕਾਲ ਕਰੋ। ਅਰਜੈਂਟ ਮੈਸੇਜ ਤੁਸੀਂ ਸਾਡੇ ਕਾਲ ਸੈਂਟਰ ਦੱਸ ਦਿਓ। ਤੇ ਹੁਣੀ ਸਾਨੂੰ ਇੱਕ ਕਾਲ ਆਇਆ। ਡਾਕਟਰ ਸਾਹਿਬ ਕੋਈ 38 ਸਾਲਾਂ ਦਾ ਆਪਣਾ ਆਦਮੀ ਹੈਗਾ, ਵੈਰੀ ਵੈਰੀ ਐਕਟਿਵ, ਫੁੱਲ ਆਫ ਐਨਰਜੀ, ਕਿਸੇ ਤਰ੍ਹਾਂ ਦੀ ਬਿਮਾਰੀ ਕੋਈ ਇੱਦਾਂ ਦਾ ਨਹੀਂ ਹੈਗਾ, ਪਰ ਉਹਨੇ ਰੀਸੈਂਟਲੀ ਹੀ ਸਟਾਰਟਡ ਫੀਲਿੰਗ ਵੈਰੀ ਲਾਈਫਲੈਸ ਐਂਡ ਵੈਰੀ ਟਾਇਰਡ, ਜਿੱਦਾਂ ਜਾਨ ਜੀ ਨਹੀਂ ਹੁੰਦੀ। ਇਹ ਕਿਉਂ ਇੱਦਾਂ ਸ਼ੁਰੂ ਹੋ ਗਿਆ? ਹਾਂ, ਇੱਕ ਚੀਜ਼ ਹੋ ਸਕਦੀ, ਇਹ ਨਹੀਂ ਕਿ ਮੈਂ ਆਪ ਖੁਦ ਦੱਸਦਾ ਕਿ ਕੀ ਹੋ ਸਕਦਾ, ਕਿਉਂਕਿ ਅਸੀਂ ਲੋਕਡਾਊਨ ਦੇ ਵਿੱਚ ਸਾਡੀ ਐਕਟੀਵਿਟੀ ਘੱਟ ਗਈ ਹੈਗੀ ਆ, ਬੋਡੀ ਉਧਰ ਨੂੰ ਕਿਤੇ ਹੋਰ ਮੋਡ 'ਚ ਚਲੇ ਗਈ ਆ। ਇਜ਼ ਦੈਟ ਵੀ ਕੁਡ ਬੀ ਵਨ ਆਫ ਦ ਰੀਜ਼ਨਸ ਐਜ਼ ਵੈਲ? ਉਹ ਤੁਸੀਂ ਆਪਣਾ ਵੀ ਦੱਸੋ। ਨਹੀਂ, ਇਦਾਂ ਵੀ ਹੋ ਸਕਦਾ ਭਾਜੀ, ਕਿਉਂਕਿ ਲੋਕਡਾਊਨ ਕਰਕੇ ਬਹੁਤ ਹੀ ਸਾਈਕੋਲੋਜੀਕਲੀ ਅਸਰ ਹੋਇਆ ਲੋਕਾਂ ਤੇ ਕਈ ਲੋਕੀ ਡਿਪਰੈਸ਼ਨ ਵਿੱਚ ਚਲੇ ਗਏ ਆ। ਤੇ ਜਦੋਂ ਉਹਨਾਂ ਦੇ ਡਿਪਰੈਸ਼ਨ ਚਲੇ ਜਾਂਦੇ ਫਿਰ ਉਹਨਾਂ ਦਾ ਦਿਲ ਨਹੀਂ ਕਰਦਾ ਕੁਝ ਕਰਨੇ ਨੂੰ, ਭੁੱਖ ਨਹੀਂ ਲੱਗਦੀ ਹੈਗੀ ਤੇ ਥਕਾਵਟ ਮਹਿਸੂਸ ਕਰਦੇ ਆ। ਸੋ ਇਹਦਾ ਬਹੁਤ ਹੀ ਅਸਰ ਹੋ ਰਿਹਾ ਲੋਕਡਾਊਨ ਦਾ। ਤੇ ਇਟ ਕੁਡ ਬੀ ਅ ਕਾਜ਼, ਹਾਂਜੀ। ਕਿਉਂਕਿ ਉਹ ਪਹਿਲਾਂ ਬਹੁਤ ਐਕਟਿਵ ਸੀ, ਬੰਦਾ ਬਹੁਤ ਸੋਸ਼ਲਾਈਜ਼ ਕਰਦਾ ਸੀ, ਹੁਣ ਉਹ ਕਰ ਨਹੀਂ ਸਕਦਾ ਸੋਸ਼ਲਾਈਜ਼, ਬਾਹਰ ਜਾ ਨਹੀਂ ਸਕਦਾ, ਆਪਣੇ ਮਿੱਤਰਾਂ ਨੂੰ ਮਿਲ ਨਹੀਂ ਸਕਦਾ ਤੇ ਆਪਣੀ ਫੈਮਿਲੀ ਨੂੰ ਰਿਲੇਟਿਵਸ ਨੂੰ ਮਿਲ ਨਹੀਂ ਸਕਦੇ। ਤੇ ਇਹ ਤਾਂ ਬਹੁਤ ਅਸਰ ਲੋਕਾਂ ਤੇ ਹੋ ਰਿਹਾ ਤੇ ਬਹੁਤੇ ਲੋਕੀ ਡਿਪਰੈਸ਼ਨ ਵਿੱਚ ਜਾ ਰਹੇ ਆ। ਤੇ ਹੋ ਸਕਦਾ ਵੀ ਮਾਈਲਡਲੀ ਸ਼ੁਰੂ ਹੁੰਦਾ ਪਹਿਲਾਂ ਡਿਪਰੈਸ਼ਨ ਜਿਹੜਾ, ਫਿਰ ਹੌਲੀ ਹੌਲੀ ਵੱਧਦਾ ਰਹਿੰਦਾ। ਤੇ ਬਾਕੀ ਹੋਰ ਕਈ ਕਾਜ਼ ਹੋ ਸਕਦੇ ਇਹਦੇ, ਹਾਂਜੀ। ਜਿੱਦਾਂ ਵੀ ਜਿਹੜਾ ਥਾਇਰੋਇਡ ਗਲੈਂਡ ਆ ਉਹ ਇੱਕਦਮ ਕਈ ਵਾਰੀ ਇਨਐਕਟਿਵ ਹੋ ਜਾਂਦਾ, ਜਾਂ ਉਹਦੇ ਥੋੜ੍ਹੀ ਜਿਹੀ ਉਹਦੀ ਫੰਕਸ਼ਨ ਜਿਹੜੀ ਘਟ ਜਾਂਦੀ ਹੈ, ਹਾਂਜੀ, ਹਾਈਪੋਥਾਇਰੋਇਡਿਜ਼ਮ। ਤੇ ਉਹਦੇ ਨਾਲ ਬਹੁਤ ਹੀ ਅਸਰ ਪੈਂਦਾ ਬੰਦੇ ਤੇ ਉਹਦੇ ਨਾਲ ਬਹੁਤ ਥਕਾਵਟ ਮਹਿਸੂਸ ਹੁੰਦੀ ਹੈ। ਤੇ ਜਾਂ ਤੁਹਾਡੇ ਜਿਹੜੇ ਰੈੱਡ ਬਲੱਡ ਸੈਲਸ ਆ ਉਹਨਾਂ ਵਿੱਚ ਆਇਰਨ ਘਟ ਜਾਂਦਾ ਹੈ, ਹਾਂਜੀ, ਆਇਰਨ ਦੀ ਘਾਟ ਹੋ ਜਾਂਦੀ, ਖਾਸ ਕਰਕੇ ਸਾਡੇ ਲੋਕਾਂ ਨੂੰ ਹੁੰਦੀ ਹੈ ਇਹ ਆਇਰਨ ਦੀ ਘਾਟ। ਤੇ ਉਹਦੇ ਨਾਲ ਥਕਾਵਟ ਬਹੁਤ ਹੀ ਬੰਦਾ ਮਹਿਸੂਸ ਕਰਦਾ ਹੈ। ਤੇ ਜਾਂ ਫਿਰ ਹੋ ਸਕਦਾ ਵੀ ਕੋਈ ਵਾਇਰਸ ਇਨਫੈਕਸ਼ਨ ਹੋ ਗਿਆ ਹੋਵੇ ਤੇ ਤੁਹਾਡੀ ਬੋਡੀ ਫਾਈਟ ਕਰ ਰਹੀ ਹੈ, ਤਾਂ ਵੀ ਇੱਕਦਮ ਬੰਦਾ ਬਹੁਤ ਟਾਇਰਡ ਫੀਲ ਕਰਦਾ ਰਹਿੰਦਾ। ਡਾਕਟਰ ਸਾਹਿਬ ਤੁਸੀਂ ਕਾਫੀ ਉਹਦੇ ਰੀਜ਼ਨ ਦੱਸੇ ਨੇ ਕਿ ਇਹ ਵੀ ਹੋ ਸਕਦਾ, ਉਹ ਵੀ ਹੋ ਸਕਦਾ ਹੈ, ਲੇਕਿਨ ਹੁਣ ਜੇ ਜਿਨ੍ਹਾਂ ਦਾ ਕਾਲ ਆਇਆ ਸੀਗਾ
ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਥੋੜ੍ਹੀ ਜਿਹੀ ਆਪਣੀ ਸਿਸਟਮ ਬੂਸਟ ਕਰਨ ਲਈ ਕੀ ਕਰਨਾ ਚਾਹੀਦਾ? ਅਗਰ ਉਹਦੇ ਨਾਲ ਹੈਲਪ ਹੋ ਜੀ ਠੀਕ ਹੈ, ਅਦਰਵਾਈਜ਼ ਯੂ ਵਿਲ ਹੈਵ ਟੂ ਕੰਸਲਟ ਜਿੱਦਾਂ ਭਾਜੀ ਡਾਕਟਰ ਨੂੰ, ਜਾਂ ਤੁਸੀਂ ਆਪਣੇ ਜੀਪੀ ਨੂੰ ਗੱਲ ਕਰਨੀ ਪਏਗੀ ਜ਼ਰੂਰ, ਬਿਕੋਜ਼ ਇਟ ਕੁਡ ਬੀ ਐਨੀ ਅਦਰ ਰੀਜ਼ਨ ਜੋ ਡਾਕਟਰ ਨੇ ਡਿਸਕ੍ਰਾਈਬ ਕੀਤੇ ਨੇ। ਹੁਣ ਸਿੰਪਲਿਸਿਟੀ ਦੇ ਨਾਲ ਕੀ ਕਰ ਸਕਦੇ ਨੇ? ਵਾਟ ਕੈਨ ਯੂ ਡੂ ਟੂ ਫੀਲ ਲਿਟਲ ਬੈਟਰ? ਹਾਂਜੀ, ਸੋ ਨੰਬਰ 1 ਹੈ ਤੇ ਆਪਣਾ ਫੁੱਲ ਬਲੱਡ ਟੈਸਟ ਕਰਾਵੇ। ਹਾਂਜੀ, ਤੇ ਨਾਲ ਆਪਾਂ ਜਿੱਦਾਂ ਕਹਿੰਦੇ ਆ ਇੱਕ ਵਿਟਾਮਿਨ ਐਂਡ ਮਿਨਰਲ, ਹਾਂਜੀ, ਮਲਟੀ ਵਿਟਾਮਿਨਸ ਮਲਟੀ ਮਿਨਰਲ ਸਪਲੀਮੈਂਟ ਲਵੇ। ਉਹਦੇ ਵਿੱਚ ਸਾਰੇ ਵਿਟਾਮਿਨਸ ਤੇ ਮਿਨਰਲ ਮਿਲ ਜਾਣਗੇ। ਤੇ ਐਕਸਟਰਾ ਵਿਟਾਮਿਨ ਸੀ ਮੈਂ ਰეკਮੈਂਡ ਕਰੂੰਗਾ ਉਹਨਾਂ ਨੂੰ ਜ਼ਰੂਰ ਲਵੇ। ਹਾਂਜੀ, ਤੇ ਮੈਂ ਰეკਮੈਂਡ ਕਰੂੰਗਾ ਵੀ 1 ਗ੍ਰਾਮ ਟਵਾਈਸ ਡੇ, ਤੇ ਪਰ ਹੌਲੀ ਹੌਲੀ ਉਹਦਾ ਡੋਜ਼ ਵਧਾਵੇ, ਇੱਕਦਮ ਨਾ ਬਹੁਤਾ ਡੋਜ਼ ਲੈਣ ਲੱਗ ਪਵੇ, ਕਿਉਂਕਿ ਬਾਡੀ ਨੂੰ ਯੂਜ਼ ਟੂ ਹੋਣਾ ਪੈਂਦਾ ਹੈ। ਤੇ ਮੈਂ ਉਹਦਾ ਰეკਮੈਂਡ ਕਰੂੰਗਾ ਭਾਈ ਅਲਟੀਮੇਟਲੀ ਉਹ 1 ਗ੍ਰਾਮ ਸਵੇਰ ਨੂੰ, 1 ਗ੍ਰਾਮ ਸ਼ਾਮ ਨੂੰ ਲਵੇ। ਡਾਕਟਰ ਸਾਹਿਬ, ਜਿੱਦਾਂ ਇਮਿਊਨ ਸਿਸਟਮ ਬਿਲਡ ਕਰਨਾ, ਤੁਸੀਂ ਸਟਰੋਂਗ ਕਰਨਾ, ਫਟੀਕ ਤੁਸੀਂ ਫੀਲ ਕਰਦੇ ਹੋ, ਟਾਈਟ ਤੁਸੀਂ ਵਿਟਾਮਿਨ ਸੀ ਲੈਣੇ, ਫਰਕ ਪੈਂਦਾ। ਹੁਣ ਆਇਰਨ ਦੇ ਵਿੱਚ ਬੀਇੰਗ ਅ ਵੈਜੀਟੇਰੀਅਨ, ਆਇਰਨ ਦੇ ਨਾਲ ਕੀ ਲੈਣਾ ਪੈਂਦਾ ਕਿ ਉਹਨੂੰ ਇਨਕਰੀਜ਼ ਕਰ ਸਕਦਾ ਆਪਣਾ? ਵਿਟਾਮਿਨ ਸੀ ਜੀ, ਵਿਟਾਮਿਨ ਸੀ ਆਇਰਨ ਨੂੰ ਅਬਜ਼ੋਰਪਸ਼ਨ ਲਈ ਚਾਹੀਦਾ ਆ। ਹਾਂ ਹਾਂ। ਹਾਂਜੀ, ਤਾਂ ਕਈ ਵਾਰੀ ਜੀਪੀ ਵਿਟਾਮਿਨ ਆਇਰਨ ਟੈਬਲੇਟਸ ਪ੍ਰਿਸਕ੍ਰਾਈਬ ਕਰ ਦਿੰਦੇ ਆ, ਤੇ ਉਹ ਆਇਰਨ ਟੈਬਲੇਟਸ ਅਨਫੋਰਚੂਨੇਟਲੀ ਉਹ ਸਾਰਿਆਂ ਨੂੰ ਪਚਦੇ ਨਹੀਂ ਗੇ। ਹਾਂਜੀ, ਕਿਸੇ ਨੂੰ ਕੌਨਸਟੀਪੇਸ਼ਨ ਹੋ ਜਾਂਦੀ ਹੈ ਉਹਨਾਂ ਦੇ ਨਾਲ, ਕਿਸੇ ਨੂੰ ਲੂਸ ਮੋਸ਼ਨਸ ਹੋ ਜਾਂਦੇ ਆ, ਤੇ ਕਿਸੇ ਨੂੰ ਗਰਮੀ ਮਹਿਸੂਸ ਕਰਦੇ ਆ। ਤੇ ਪਰ ਉਹ ਐਕਚੁਅਲੀ 200 ਮਿਲੀਗ੍ਰਾਮ ਦੇ ਹੁੰਦੇ ਟੈਬਲੇਟਸ ਜਿਹੜੇ ਪ੍ਰਿਸਕ੍ਰਾਈਬ, ਕੋਈ ਕਾਫੀ ਹਾਈ ਡੋਜ਼ ਆ। ਤੇ ਪਰ ਉਹ ਇੰਨਾ ਐਬਜ਼ੋਰਪਸ਼ਨ ਨਹੀਂ ਹੁੰਦੀ ਹੈਗੀ ਬਾਡੀ ਨੂੰ, ਬਾਡੀ ਇੰਨੀ ਚੱਕਦੀ ਨਹੀਂ, ਇਸੇ ਕਰਕੇ ਫਿਰ ਉਹ ਤੁਹਾਡਾ ਡਾਈਜੈਸਟਿਵ ਸਿਸਟਮ ਨੂੰ ਖਰਾਬ ਕਰਦੇ ਆ। ਤੇ ਐਬਜ਼ੋਰਪਸ਼ਨ ਦੇ ਹੋਣ ਲਈ ਵਿਟਾਮਿਨ ਸੀ ਜ਼ਰੂਰੀ ਆ। ਵਿਟਾਮਿਨ ਸੀ ਉਹਦੀ ਹੈਲਪ ਕਰਦੀ ਆਇਰਨ ਜਿਹੜਾ ਸਰੀਰ ਚੱਕ ਸਕੇ। ਡਾਕਟਰ ਸਾਹਿਬ, ਜਦੋਂ ਦੇਖਿਆ ਕਿ ਇਹਦੇ ਬੰਦਿਆਂ ਦੇ ਨਾ ਜਦੋਂ ਬਹੁਤ ਆਇਰਨ ਦਾ ਫਰਕ ਪੈ ਜਾਂਦਾ ਹੈ, ਉਹਦੇ ਇੰਜੈਕਸ਼ਨ ਲੱਗਦੇ ਨੇ, ਤੇ ਉਹ ਐਕਸਟ੍ਰੀਮ ਕੇਸ ਹੋ ਜਾਂਦਾ ਉਹਦੇ। ਹਾਂਜੀ, ਬਹੁਤ ਜ਼ਿਆਦਾ ਹੀ ਘਟ ਜਾਂਦਾ ਆਇਰਨ, ਤੇ ਫਿਰ ਉਹ ਟੀਕਾ ਲਾਉਣਾ ਪੈਂਦਾ। ਹਾਂਜੀ, ਤੇ ਇਮੀਡੀਏਟਲੀ ਬੂਸਟ ਹੁੰਦਾ ਉਹਦੇ ਨਾਲ ਹੈ? ਹਾਂ, ਇਮੀਡੀਏਟਲੀ ਬੂਸਟ ਹੋ ਜਾਂਦਾ ਆਇਰਨ ਕੇ ਲੈਵਲ। ਹਾਂਜੀ, ਬਿਲਕੁਲ। ਤੇ ਕੋਈ ਵੈਜੀਟੇਰੀਅਨ ਹੋਵੇ ਉਹਦੇ ਨਾਲ ਕੋਈ ਇਲਾਜ ਦੇ ਵਿੱਚ ਫਰਕ ਤਾਂ ਨਹੀਂ ਪੈਂਦਾ ਕਿ ਯੂ نو ਬੀਇੰਗ ਅ ਵੈਜੀਟੇਰੀਅਨ? ਨਹੀਂ, ਫਿਰ ਇਲਾਜ ਤਾਂ ਉਹੀ ਹੋਣਾ ਭਾਜੀ, ਜਦੋਂ ਕਮੀ ਜ਼ਿਆਦਾ ਹੋ ਗਈ ਕਿਸੇ ਚੀਜ਼ ਦੀ, ਉਹ ਫਿਰ ਕੁਇਕੈਸਟ ਵੇ ਤਾਂ ਇਹੀ ਆ ਵੀ ਉਹ ਬਲੱਡ ਵਿੱਚ ਸਿੱਧਾ ਨਾ ਇੰਜੈਕਸ਼ਨ ਲਾ ਦਿਓ। ਹਾਂਜੀ, ਚਲੋ ਆਈ ਹੋਪ ਜਿਨ੍ਹਾਂ ਨੇ ਕਾਲ ਕੀਤਾ ਸੀ ਉਹਨੂੰ ਥੋੜ੍ਹਾ ਜਵਾਬ ਮਿਲ ਗਿਆ। ਪਲੀਜ਼ ਤੁਸੀਂ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕੀ ਕਰਨਾ ਆਪਣਾ ਸ਼ੁਰੂ ਕਰੋ, ਡਾਕਟਰ ਨੂੰ ਪੁੱਛ ਕੇ ਕਰਿਓ, ਆਪਣੇ ਜੀਪੀ ਨੂੰ 1-2 ਵੀਕ ਖਾ ਕੇ ਦੇਖੋ, ਨਹੀਂ ਪਿਆ ਤੇ ਤੁਸੀਂ ਜ਼ਰੂਰ ਫਰਦਰ ਆਪਣਾ ਟੈਸਟ ਵਗੈਰਾ ਕਰਾਓ, ਆਪਣਾ ਬਲੱਡ ਟੈਸਟ ਕਰਾਓ। ਬੜੀ ਦਫਾ ਹੁੰਦਾ ਕਿ ਬਲੱਡ ਟੈਸਟ ਦੇ ਵਿੱਚ ਕਈ ਦਫਾ ਰਿਪੋਰਟ ਨਹੀਂ ਵੀ ਨਿਕਲਦੀ ਹੁੰਦੀ, ਬਹੁਤ ਦਫਾ ਨਹੀਂ ਪਤਾ ਲੱਗਦਾ। ਡਾਕਟਰ ਸਾਹਿਬ ਠੀਕ ਹੈ ਕਿ ਨਹੀਂ ਨਾ ਗੱਲ ਹੈ? ਨਹੀਂ ਸਰ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਕਿ ਕੋਈ ਹੋਰ ਕਈ ਵਜ੍ਹਾ ਹੋ ਸਕਦੀ ਹੈ। ਤੇ ਬਿਲਕੁਲ ਬਲੱਡ ਟੈਸਟ ਚਲੋ ਉਹ ਤਾਂ ਹੈਲਪ ਕਰਦਾ ਨਾ, ਥੋੜਾ ਜਿਹਾ ਪੁਆਇੰਟਰ ਕਈ ਵਾਰੀ ਮਿਲ ਜਾਂਦਾ ਹੈ ਵੀ ਕੀ ਪ੍ਰੋਬਲਮ ਹੋ ਸਕਦਾ ਹੈ। ਪਰ ਬਹੁਤ ਹੀ ਵਾਰੀ ਫੁੱਲ ਬਲੱਡ ਟੈਸਟ ਲੋਕੀ ਕਰਾਉਂਦੇ ਆ ਤੇ ਉਹਦੇ ਵਿੱਚ ਕੁਝ ਵੀ ਨਹੀਂ ਆਉਂਦਾ ਹੈਗਾ, ਤੇ ਫਿਰ ਅਨਫੋਰਚੂਨੇਟਲੀ ਜੀਪੀ ਕਹਿੰਦੇ ਨਹੀਂ ਜੀ ਤੁਹਾਨੂੰ ਕੁਝ ਨਹੀਂ ਰੋਂਗ ਹੈਗਾ, ਪਰ ਮਰੀਜ਼ ਨੂੰ ਤਾਂ ਪਤਾ ਹੁੰਦਾ ਵੀ ਕੋਈ ਨਾ ਕੋਈ ਪ੍ਰੋਬਲਮ ਤਾਂ ਹੈਗਾ ਹੀ ਆ। ਤੇ ਕਿਉਂਕਿ ਉਹ ਉੱਦਾਂ ਨਹੀਂ ਹੈਗੇ ਫੀਲਿੰਗ ਜਿੱਦਾਂ ਪਹਿਲਾਂ ਸੀ, ਸੋ ਉਹਨੂੰ ਪਤਾ ਲੱਗ ਜਾਂਦਾ ਵੀ ਕੁਛ ਨਾ ਕੁਛ ਤਾਂ ਰੋਂਗ ਹੈਗਾ ਯਾਰ। ਤੇ ਜਸਟ ਬਿਕੋਜ਼ ਵੀ ਬਲੱਡ ਟੈਸਟ ਵਿੱਚ ਨਹੀਂ ਕੁਛ ਆਇਆ ਤੇ ਇਹਦਾ ਪ੍ਰੋਬਲਮ ਫਿਰ ਜੀਪੀ ਫਿਰ ਉੱਥੇ ਕੋਈ ਟ੍ਰੀਟਮੈਂਟ ਨਹੀਂ ਸ਼ੁਰੂ ਕਰਦੇ ਜਦ ਤੇ ਉਹਨਾਂ ਕੋਈ ਡੈਫੀਨਿਟ ਰਿਜ਼ਲਟ ਨਹੀਂ ਆਉਂਦਾ ਹੈਗਾ। ਪਰ ਇੱਥੇ ਹੋਮਿਓਪੈਥੀ ਵਿੱਚ ਸਾਡੇ ਕੋਲ ਐਡਵਾਂਟੇਜ ਹੈਗਾ, ਅਸੀਂ ਫਿਰ ਵੀ ਉਹ ਸਿੰਪਟਮਸ ਤੇ ਪੇਸ਼ੈਂਟ ਦੇ ਮਰੀਜ਼ ਦੇ ਸਿੰਪਟਮਸ ਤੇ ਹੀ ਹੋਮਿਓਪੈਥੀ ਦਵਾਈ ਦੇ ਸਕਦੇ ਹਾਂ ਤੇ ਉਹਨਾਂ ਨੂੰ ਠੀਕ ਕਰ ਸਕਦੇ। ਬਹੁਤ ਹੀ ਕੇਸ ਇੱਦਾਂ ਦੇ ਆਉਂਦੇ ਭਾਜੀ। ਡਾਕਟਰ ਸਾਹਿਬ, ਜਿਹਦੀ ਵਿਟਾਮਿਨ ਸੀ ਦਾ ਰਿਕੁਆਇਰਡ ਲੈਵਲ ਬਾਡੀ 'ਚ ਨਹੀਂ ਹੈਗਾ ਤੁਹਾਡੇ, ਤੇ ਉਹਦੇ ਨਾਲ ਤੁਸੀਂ ਕੀ ਇਮੀਡੀਏਟਲੀ ਕਰ ਸਕਦੇ, ਉਹਦਾ ਕੀ ਨੁਕਸਾਨ ਹੋ ਸਕਦਾ ਹੈਗਾ, ਉਹਦੇ ਬਾਰੇ ਤੁਸੀਂ ਕੀ ਰਿਕਮੈਂਡ ਕਰੋਗੇ? ਹਾਂਜੀ, ਸੋ ਭਾਜੀ ਜਦੋਂ ਤੁਹਾਡੇ ਕਮੀ ਹੋ ਜਾਂਦੀ ਵਿਟਾਮਿਨ ਸੀ ਦੀ, ਤੇ ਤੁਹਾਡੇ ਜਿਹੜੇ ਬਲੱਡ ਵੈਸਲਸ ਆ ਉਹ ਡੈਮੇਜ ਹੋਣ ਲੱਗ ਪੈਂਦੇ। ਹਾਂਜੀ, ਖਾਸ ਕਰਕੇ ਅਸੀਂ ਦੇਖਿਆ ਹੈ ਵੀ ਹਾਰਟ ਡਿਜ਼ੀਜ਼ ਜਿਹੜੀ ਆ ਇਹ ਵਿਟਾਮਿਨ ਸੀ ਦੀ ਕਮੀ ਦੇ ਨਾਲ ਹੁੰਦੀ, ਹਾਰਟ ਡਿਜ਼ੀਜ਼। ਹਾਂਜੀ, ਸੋ ਲੌਂਗ ਟਾਈਮ ਅਗੋ ਇਹ ਹਿਸਟਰੀ ਵਿੱਚ ਸੀਗਾ ਵੀ ਜਿਹੜੀ ਇੱਥੇ ਇੰਗਲੈਂਡ ਦੀ ਨੇਵੀ ਹੁੰਦੀ ਸੀਗੀ, ਤੇ ਉਹ ਨੇਵੀ ਦੇ ਜਿਹੜੇ ਸੇਲਰਸ ਹੁੰਦੇ ਸੀ ਉਹਨਾਂ ਨੂੰ ਇੱਕ ਬਿਮਾਰੀ ਹੋ ਜਾਂਦੀ ਸੀ, ਉਹਨੂੰ ਸਕਰਵੀ ਕਹਿੰਦੇ ਹੁੰਦੇ ਸੀ। ਤੇ ਉਹ ਬਹੁਤ ਹੀ ਚਿਰ ਇੱਦਾਂ ਉਹ ਹੁੰਦਾ ਰਿਹਾ ਵੀ ਲੋਕਾਂ ਨੇ ਜਦੋਂ ਸ਼ਿਪ ਵਿੱਚ ਜਾਣਾ ਉਹਨਾਂ ਨੂੰ ਕੋਈ ਫਰੈਸ਼ ਫਰੂਟ ਨਹੀਂ ਸੀ ਮਿਲਦਾ, ਤੇ ਉਹਨਾਂ ਨੂੰ ਹੌਲੀ ਹੌਲੀ ਇਸ ਸਕਰਵੀ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਸੀ। ਤੇ ਉਹ ਸਕਰਵੀ ਇਹੀ ਸੀ ਵੀ ਬਲੱਡ ਵੈਸਲਸ ਉਹਨਾਂ ਦੇ ਡੈਮੇਜ ਹੋਣ ਲੱਗ ਪੈਣੇ, ਦੰਦ ਨਿਕਲ ਜਾਣੇ ਉਹਨਾਂ ਦੇ, ਤੇ ਉਹਨਾਂ ਦੀ ਹਾਰਟ ਤੇ ਪ੍ਰੋਬਲਮ ਪੈਣਾ, ਤੇ ਇੱਦਾਂ ਦੀਆਂ ਸਕਿਨ ਪ੍ਰੋਬਲਮ ਆ ਜਾਣੀ। ਤੇ ਉਹ ਫਿਰ ਗਵਰਨਮੈਂਟ ਨੇ ਉਹਨਾਂ ਨੂੰ ਕਿਸੇ ਸਾਇੰਟਿਸਟ ਨੂੰ ਕਿਹਾ ਵੀ ਤੁਸੀਂ ਰਿਸਰਚ ਕਰੋ ਵੀ ਇਹ ਕਿਉਂ ਪ੍ਰੋਬਲਮ ਆਉਂਦਾ ਸੇਲਰਸ ਨੇਵੀ ਵਾਲਿਆਂ ਨੂੰ।
ਤੇ ਉਹ ਫਿਰ ਡਾਕਟਰ ਨੇ ਰਿਸਰਚ ਕੀਤੀ ਤੇ ਉਹਨੇ ਫਿਰ ਰეკਮੈਂਡ ਕੀਤਾ ਵੀ ਇਹਨਾਂ ਨੂੰ ਕੋਈ ਫਰੈਸ਼ ਫਰੂਟ ਨਹੀਂ ਮਿਲਦਾ ਹੈਗਾ, ਇਸ ਕਰਕੇ ਪ੍ਰੋਬਲਮ ਪੈਂਦਾ। ਤੇ ਉਹਨੇ ਦੱਸਿਆ ਵੀ ਜਿਹੜੇ ਲਾਈਮਸ ਹੁੰਦੇ ਆ, ਲਾਈਮਸ ਇਹਨਾਂ ਨੂੰ ਦਿਆ ਕਰੋ ਖਾਣ ਨੂੰ। ਤੇ ਉਹ ਫਿਰ ਜਦੋਂ ਲਾਈਮਸ ਉਹਨਾਂ ਦੀ ਡਾਇਟ ਵਿੱਚ ਪਾਤੇ, ਰੈਗੂਲਰਲੀ ਲਾਈਮਸ ਖਾਣੇ, ਤਾਂ ਉਸ ਸਕਰਵੀ ਦੀ ਬਿਮਾਰੀ ਖਤਮ ਹੋ ਗਈ। ਤੇ ਇਸੇ ਕਰਕੇ ਜਿਹੜੇ ਆਸਟ੍ਰੇਲੀਅਨ ਲੋਕ ਆ ਇੱਥੇ ਗੋਰਿਆਂ ਨੂੰ ਉਹਨੇ ਨਾਂ ਉਹਨਾਂ ਦਾ ਪਾਇਆ ਲਾਈਮੀ। ਹਲੇ ਤਾਂ ਚੱਲਦਾ ਉਹ ਲਾਈਮੀ ਕੇ ਬੋਲਦੇ ਇੱਥੇ ਦੇ ਲੋਕਾਂ ਨੂੰ, ਲਾਈਮਸ ਕਰਕੇ। ਡਾਕਟਰ ਸਾਹਿਬ ਜਿਹੜਾ ਵਿਟਾਮਿਨ ਸੀ ਹੈਗਾ, ਜਿੱਦਾਂ ਤੁਸੀਂ ਕਾਫੀ ਦੱਸਿਆ ਹਾਰਟ ਦਾ ਵੀ ਫਰਕ ਪੈਂਦਾ, ਚੀਜ਼ਾਂ ਦਾ ਪੈਂਦਾ, ਵਿਟਾਮਿਨ ਸੀ ਦੇ ਨਾਲ ਤੁਹਾਡੇ ਕਿਸੇ ਤਰੀਕੇ ਨਾਲ ਕਿਡਨੀ ਡੈਮੇਜ ਕਰ ਸਕਦਾ ਔਰ ਜਾਂ ਐਨੀ ਅਦਰ ਪਾਰਟ, ਤੇ ਉਹਦੇ ਕੋਈ ਸਾਈਡ ਇਫੈਕਟ ਹੈਗੇ ਨੇ ਵਿਟਾਮਿਨ ਸੀ ਦੇ? ਤੇ ਵਿਟਾਮਿਨ ਸੀ ਦੇ ਇਦਾਂ ਦੇ ਕੋਈ ਸਾਈਡ ਇਫੈਕਟ ਨਹੀਂ ਹੈਗੇ ਭਾਜੀ, ਨੋ, ਇਹ ਕੋਈ ਡੈਮੇਜ ਨਹੀਂ ਤੁਹਾਡੀ ਬਾਡੀ ਨੂੰ ਕਰੂਗਾ, ਸਿਰਫ ਬੈਨੀਫਿਟ ਹੋਊਗਾ। ਪਰ ਕਿਡਨੀ ਨੂੰ ਨੁਕਸਾਨ ਪਹੁੰਚ ਸਕਦਾ ਉਹਦੇ ਨਾਲ? ਨਹੀਂ ਨਹੀਂ, ਕਿਡਨੀ ਨੂੰ ਨੁਕਸਾਨ ਨਹੀਂ ਪਹੁੰਚਦਾ ਹੈਗਾ, ਕਿਉਂਕਿ ਜਿਹੜੀ ਐਕਸੈਸ ਹੁੰਦੀ ਹੈ ਉਹ ਬਾਡੀ ਐਲੀਮੀਨੇਟ ਕਰ ਦਿੰਦੀ ਹੈ। ਹਾਂਜੀ, ਸਟੋਰੇਜ ਤਾਂ ਵਾਲੀ ਹੁੰਦੀ ਨਹੀਂ ਗੀ ਬਾਡੀ ਵਿੱਚ। ਤੇ ਇਦਾਂ ਜੇ ਤੁਸੀਂ ਐਸਕੋਰਬਿਕ ਐਸਿਡ ਲੈਂਦੇ, ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ, ਉਹ ਐਸਿਡ ਹੁੰਦੀ ਆ ਤੇ ਉਹ ਬਾਡੀ ਲਈ ਇੰਨੀ ਅੱਛੀ ਨਹੀਂ ਹੈਗੀ। ਹਾਂਜੀ, ਐਸਕੋਰਬੇਟ ਲੈਣੀ ਚਾਹੀਦੀ ਆ, ਉਹ ਫਾਇਦੇਮੰਦ ਆ। ਤੇ ਜੇ ਤੁਸੀਂ ਬਹੁਤ ਜ਼ਿਆਦਾ ਹਾਈ ਡੋਜ਼ ਲੈਂਦੇ ਆ ਤਾਂ ਉਹ ਤਾਂ ਤੁਹਾਨੂੰ ਪਤਾ ਹੀ ਆ ਵੀ ਕੋਈ ਵੀ ਚੀਜ਼ ਬਹੁਤ ਜ਼ਿਆਦਾ ਹਾਈ ਡੋਜ਼ ਲੈਂਦੇ ਆ ਤੇ ਉਹ ਤੁਹਾਡੀ ਬਾਡੀ ਲਈ ਚੰਗੀ ਨਹੀਂ ਹੈਗੀ। ਹਾਂਜੀ, ਜਿੰਨੀ ਕੁ ਮਾਫਕ ਆ ਉਨੀ ਕੁ ਤੁਸੀਂ ਲਓ। ਤੇ ਐਕਚੁਅਲੀ ਇਹ ਵਿਟਾਮਿਨ ਸੀ ਤੇ ਰਿਸਰਚ ਜਿਹੜੀ ਬਹੁਤ ਜ਼ਿਆਦਾ ਕੀਤੀ ਸੀ, ਉਹਦਾ ਡਾਕਟਰ ਲਾਈਨਸ ਪੋਲਿੰਗ ਸੀ ਇੱਕ ਸਾਇੰਟਿਸਟ, ਤੇ ਉਹਨੇ ਦੋ ਵਾਰੀ ਨੋਬੈਲ ਪ੍ਰਾਈਜ਼ ਜਿੱਤਿਆ ਸੀ ਭਾਜੀ, 2 ਵਾਰੀ ਨੋਬੈਲ ਪ੍ਰਾਈਜ਼ ਮਿਲਿਆ ਉਹਨੂੰ। ਤੇ ਉਹਨ ਬਹੁਤ ਹੀ ਰਿਸਰਚ ਕੀਤੀ ਸੀ ਤੇ ਉਹ ਆਪ ਖੁਦ ਹੌਲੀ ਹੌਲੀ 10 ਗ੍ਰਾਮ ਲੈਂਦਾ ਸੀ ਭਾਜੀ ਰੋਜ਼ ਵਿਟਾਮਿਨ ਸੀ ਦੇ। ਹਾਂਜੀ, ਸੋ ਮੈਂ ਇਹ ਨਹੀਂ ਰეკਮੈਂਡ ਕਿਸੇ ਨੂੰ ਕਰਦਾ ਵੀ ਤੁਸੀਂ 10 ਗ੍ਰਾਮ ਰੋਜ਼ ਦੇ ਲਓ। ਹਾਂਜੀ, ਪਰ ਉਹਦਾ ਇਨਟੇਕ ਇੰਨਾ ਸੀਗਾ 10 ਗ੍ਰਾਮ ਰੋਜ਼ ਦਾ। ਤੇ ਹੁਣ ਕਈ ਲੋਕੀ ਹੈਗੇ ਆ ਜਿਨ੍ਹਾਂ ਨੂੰ ਕੋਈ ਹਾਰਟ ਪ੍ਰੋਬਲਮ ਹੋ ਚੁੱਕਾ, ਮੈਂ ਦੇਖਿਆ ਉਹ 6 ਗ੍ਰਾਮ ਵੀ ਲੈਂਦੇ ਰੋਜ਼ ਦਾ। ਸੋ ਪਰ ਇਦਾਂ ਨਹੀਂ ਹੈਗਾ ਵੀ ਤੁਸੀਂ ਇੱਕਦਮ ਇੰਨੀ ਵਿਟਾਮਿਨ ਸੀ ਲੈਣ ਲੱਗ ਪੈਣੀ, ਤੇ ਪਰ ਤੁਸੀਂ ਜੇ ਵਧਾਉਣੀ ਆ ਤਾਂ ਹੌਲੀ ਹੌਲੀ ਵਧਾਉਣੀ ਚਾਹੀਦੀ ਆ। ਪਰ ਲਓ ਐਸਕੋਰਬੇਟ ਫੋਮ, ਉਹ ਤੁਹਾਨੂੰ ਕੋਈ ਨੁਕਸਾਨ ਨਹੀਂ ਕਰੇਗਾ। ਡਾਕਟਰ ਸਾਹਿਬ ਤੁਸੀਂ ਆਪਾਂ ਪਹਿਲਾਂ ਮੈਨੂੰ ਲੱਗਦਾ ਸੀ ਬੜੇ ਲੋਕ ਹੈਗੇ ਨੇ ਜੋ ਸਿਰਫ ਇੱਕ ਦਫਾ ਸੁਬਾਹ ਬਿਫੋਰ ਈਟਿੰਗ ਐਨੀਥਿੰਗ ਉਦੋਂ ਵਿਟਾਮਿਨ ਸੀ ਲੈਂਦੇ ਨੇ, ਆਦਰ ਇਨ ਦਾ ਫਾਰਮ ਆਫ ਅ ਟੈਬਲੇਟ, ਜਾਂ ਟੈਬਲੇਟ ਨੂੰ ਡਿਸੋਲਵ ਕਰਕੇ ਪਾਣੀ ਦੇ ਵਿੱਚ, ਜਾਂ ਪਾਊਡਰ ਜਿਹੜਾ ਹੁੰਦਾ ਉਹਨੂੰ ਪਾਣੀ 'ਚ ਪਾ ਕੇ ਪੀਂਦੇ ਨੇ। ਮੈਂ ਜਦ ਥੋੜ੍ਹਾ ਬਹੁਤਾ ਚੈੱਕ ਕੀਤਾ ਸੀ ਕਿ ਤੁਸੀਂ ਡੇਲੀ 2000 ml ਤੁਸੀਂ ਨਾ ਅਬ ਤੱਕ ਤੁਸੀਂ ਲੈ ਸਕਦੇ ਹੋ। ਤੇ ਹੁਣ ਜੋ ਤੁਸੀਂ 3 ਦਫਾ ਦਿਨ 'ਚ ਲੈਂਦੇ, ਉਹਨੂੰ ਕਿੱਦਾਂ ਪਤਾ ਲੱਗਿਆ ਕਿ ਮੈਂ ਕਿੰਨੇ ml ਲੈ ਚੁੱਕਾ ਤਿੰਨਾਂ ਦੇ ਵਿਦਿਨ 3 ਡੋਜ਼ਿਸ ਦੇ ਵਿੱਚ? ਹਾਊ ਕੈਨ ਵਨ ਮਾਈਅਰ, ਉਹਨੂੰ ਕਿਸ ਤਰ੍ਹਾਂ ਹਿਸਾਬ ਰੱਖ ਸਕਦਾ? ਹਾਂਜੀ, ਨਹੀਂ, ਜੇ ਤੁਸੀਂ ਸੋਲਿਊਬਲ ਲੈਂਦੇ ਆ ਤਾਂ ਉਹ ਤੁਸੀਂ ਬ੍ਰੇਕ ਕਰ ਸਕਦੇ ਟੈਬਲੇਟ। ਹਾਂਜੀ, ਕਿਉਂਕਿ ਹਰੇਕ ਟੈਬਲੇਟ ਤੇ ਲਿਖਿਆ ਹੁੰਦਾ ਕਿੰਨੀ ਮਿਲੀਗ੍ਰਾਮ ਹੈਗੀ ਆ। ਓਕੇ। ਤੇ ਤੁਸੀਂ ਉਹ ਹਾਂਜੀ ਬ੍ਰੇਕ ਕਰਕੇ ਲੈ ਸਕਦੇ ਆ। ਤੇ ਜੇ ਪਾਊਡਰ ਹੈ ਉਹਦੇ ਨਾਲ ਮੈਜਰਮੈਂਟ ਮਿਲਦਾ ਹੈ ਵੀ ਤੁਸੀਂ ਇੰਨੇ ਗ੍ਰਾਮ ਇਹਦੇ ਵਿੱਚ ਮੈਜਰਮੈਂਟ ਆਉਂਦੀ ਆ। ਤੇ ਉੱਦਾਂ ਤੁਸੀਂ ਜਦੋਂ ਪਤਾ ਲੱਗ ਜਾਂਦਾ ਤੁਹਾਨੂੰ ਰੈਗੂਲਰਲੀ ਲੈਂਦੇ ਆ ਵੀ ਕਿੰਨਾ ਕੁ ਪੈ ਜਾਂਦਾ, ਉਹ ਤਾਂ ਫਿਰ ਤੁਸੀਂ ਆਰਡੀਨਰੀ ਚਮਚੇ ਨਾਲ ਵੀ ਐਸਟੀਮੇਟ ਕਰ ਸਕਦੇ ਪਏ ਇੰਨਾ ਕੁ ਹੈਗਾ ਇਹਦੇ ਵਿੱਚ। ਹਾਂਜੀ, ਤੇ ਮੈਂ ਤੁਹਾਨੂੰ ਦੱਸਦਾ ਇੱਕ ਬੜੀ ਇੰਟਰਸਟਿੰਗ ਸਟੱਡੀ ਸੀਗੀ। ਤੇ ਉੱਥੇ ਇੱਕ ਡਾਕਟਰ ਸੀ ਵੀ ਉਹ ਜਿਹੜੇ ਕਿਡਨੀ ਡਾਇਲਿਸਿਸ ਹੁੰਦੀ ਜਿੱਥੇ ਨਾ, ਕਿ ਜਿਨ੍ਹਾਂ ਦੀ ਕਿਡਨੀ ਡੈਮੇਜ ਹੋ ਜਾਂਦੀ ਆ ਤੇ ਉਹ ਖੂਨ ਨੂੰ ਫਿਲਟਰ ਨਹੀਂ ਕਰਦੀ ਹੈਗੀ, ਉਹਨਾਂ ਨੂੰ ਫਿਰ 2-3 ਵਾਰੀ ਹਫ਼ਤੇ ਵਿੱਚ ਉੱਥੇ ਜਾਣਾ ਪੈਂਦਾ ਡਾਇਲਿਸਿਸ ਯੂਨਿਟ ਵਿੱਚ ਬਿਲਕੁਲ। ਖੂਨ ਦੀ ਸਫਾਈ ਕਰਾਉਣ ਲਈ। ਹਾਂਜੀ, ਤੇ ਉਹਨੇ ਨੋਟ ਕੀਤਾ ਇਸ ਡਾਕਟਰ ਨੇ ਵੀ ਜਿਹੜੇ ਡਾਇਲਿਸਿਸ ਜਿਨ੍ਹਾਂ ਦੀ ਹੁੰਦੀ ਪੇਸ਼ੈਂਟ ਦੀ, ਉਹਨਾਂ ਦੇ ਜੋ ਬਲੱਡ ਟੈਸਟ ਕਰਦੇ ਉਹਦੇ ਵਿੱਚ ਕੁਝ ਜਿਹੜੇ ਰੈੱਡ ਬਲੱਡ ਸੈਲਸ ਹੁੰਦੇ ਜਿਹੜੇ ਆਕਸੀਜਨ ਚੁੱਕਦੇ ਆ, ਉਹ ਥੋੜ੍ਹੇ ਜਿਹੇ ਡੈਮੇਜ ਹੋ ਜਾਂਦੇ ਆ। ਤੇ ਉਹਨੇ ਸਟੱਡੀ ਕੀਤੀ ਵੀ ਇਹ ਕਿਉਂ ਡੈਮੇਜ ਹੁੰਦੇ ਆ। ਹਾਂਜੀ, ਤੇ ਉਹਨੂੰ ਇਹ ਪਤਾ ਲੱਗਾ ਵੀ ਜਿਹੜਾ ਪਾਣੀ ਵਰਤਦੇ ਆ ਉਹ ਡਾਇਲਿਸਿਸ ਕਰਨ ਲਈ, ਉਹਦੇ ਵਿੱਚ ਕਲੋਰੀਨ ਹੁੰਦੀ ਹੈ ਜੀ। ਹਾਂਜੀ, ਤੇ ਜਿਹੜਾ ਕਲੋਰੀਨ ਆ ਉਹ ਰੈੱਡ ਬਲੱਡ ਸੈਲਸ ਨੂੰ ਡੈਮੇਜ ਕਰਦਾ ਹੈ। ਓਕੇ ਓਕੇ। ਤੇ ਉਹ ਤੋਂ ਬਾਅਦ ਉਹਨੇ ਫਿਰ ਸ਼ੁਰੂ ਕਰ ਦਿੱਤਾ ਵੀ ਸਿਰਫ ਉਹੀ ਪਾਣੀ ਵਰਤਣਾ ਡਾਇਲਿਸਿਸ ਵਿੱਚ ਜਿਹਦੇ ਵਿੱਚ ਕਲੋਰੀਨ ਕੱਢਿਆ ਹੋਵੇ। ਤੇ ਫਿਰ ਉਹਨੇ ਨੋਟ ਕੀਤਾ ਵੀ ਜਿਹੜੇ ਰੈੱਡ ਬਲੱਡ ਸੈਲ ਸੀਗੇ ਉਹ ਬਿਲਕੁਲ ਹੈਲਥੀ ਸੀਗੇ, ਡੈਮੇਜ ਨਹੀਂ ਹੋਏ। ਸੋ ਆਪਾਂ ਟੈਪ ਵਾਟਰ ਜਿਹੜਾ ਟੈਪ ਵਾਟਰ ਆਪਾਂ ਟੂਟੀ ਦਾ ਪਾਣੀ ਲੈਂਦੇ ਆ, ਉਹਦੇ ਵਿੱਚ ਕਲੋਰੀਨ ਪਾਈਓ ਹੁੰਦੀ ਆ ਉਹ ਜਰਮਸ ਮਾਰਨੇ ਲਈ। ਸੋ ਮੇਰੀ ਇਹ ਸਲਾਹ ਆ ਵੀ ਜੇ ਤੁਸੀਂ ਟੈਪ ਵਾਟਰ ਵਰਤਦੇ ਆ ਤਾਂ ਜੱਗ ਵਿੱਚ ਪਾ ਕੇ ਰੱਖ ਲਿਆ ਕਰੋ ਵੀ ਉਹ ਹੌਲੀ ਹੌਲੀ ਕਲੋਰੀਨ ਜਿਹੜੀ ਨਿਕਲ ਜਾਂਦੀ ਆ। ਜੇ ਤੁਸੀਂ ਜਲਦੀ ਵਰਤਣਾ ਚਾਹੁੰਦੇ ਆ ਤਾਂ ਉਹਦੇ ਵਿੱਚ ਥੋੜ੍ਹਾ ਜਿਹਾ ਵਿਟਾਮਿਨ ਸੀ ਪਾ ਦਿਓ, ਵਿਟਾਮਿਨ ਸੀ ਦੇ ਨਾਲ ਉਹ ਕਲੋਰੀਨ ਮਰ ਜਾਂਦੀ ਹੈ। ਓਕੇ, ਦਸ
ਬੜੇ ਲੋਕ ਟੈਪ ਵਾਟਰ ਲਾਈਕ ਕਰਦੇ ਨੇ, ਬੋਤਲ ਪਾਣੀ ਨਾਲ ਰੋਜ਼ ਕੱਪ 'ਚ ਪੀਣਾ ਮੇ ਵੀ ਉਹਦੇ 'ਚ ਆਪਣੀ ਅਫੋਰਡ ਕਰਨ ਦੀ ਵੀ ਗੱਲ ਹੁੰਦੀ ਹੈ, ਤੇ ਬਹੁਤ ਟੈਪ ਵਾਟਰ ਲੋਕ ਬਹੁਤ ਯੂਜ਼ ਕਰਦੇ ਨੇ। ਸੋ ਬੈਸਟ ਹੈਗਾ ਕਿ ਉਹਨੂੰ ਸਿੱਧਾ ਟੈਪ 'ਚੋਂ ਨਾ ਪੀਵੇ, ਉਹਨੂੰ ਤੁਸੀਂ ਜੱਗ 'ਚ ਪਾ ਕੇ ਰੱਖ ਲਓ, ਠੀਕ ਹੈ। ਹਾਂਜੀ ਦੈਟਸ ਰਾਈਟ। ਫਿਰ ਵਿਟਾਮਿਨ ਉਹ ਕਲੋਰੀਨ ਜਿਹੜਾ ਨਿਕਲ ਜਾਂਦਾ ਆ, ਜਾਂ ਤੁਸੀਂ ਫਿਲਟਰ ਕਰ ਲਿਆ ਕਰੋ, ਫਿਲਟਰ ਜੱਗ ਵੀ ਮਿਲਦੇ ਆ, ਤੇ ਉਹਦੇ ਨਾਲ ਵੀ ਕਲੋਰੀਨ ਨਿਕਲ ਜਾਂਦੀ ਫਿਲਟਰ ਦੇ ਨਾਲ। ਡਾਕਟਰ ਸਾਹਿਬ ਤੁਸੀਂ ਪਾਣੀ ਦੀ ਗੱਲ ਕੀਤੀ ਡਾਇਲਿਸਿਸ ਦੇ ਵਿੱਚ ਕਿ ਉਹ ਉਹਨਾਂ ਨੂੰ ਇੱਦਾਂ ਦੀ ਚੀਜ਼ ਹੁੰਦੀ ਹੈ, ਬੜਾ ਅੱਛਾ ਲੱਗਿਆ। ਸਮਥਿੰਗ ਡਿਫਰੈਂਟ ਸਬਜੈਕਟ ਦੇ ਵਿੱਚ ਅਸੀਂ ਅੱਜ ਲਰਨ ਕੀਤਾ। ਹੁਣ ਕਈ ਲੋਕੀ ਨਾ ਬੜਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ, ਸਿਟਰਸ ਫਰੂਟ ਹੋਇਆ, ਔਰੇਂਜਸ ਹੋਇਆ, ਔਰੇਂਜ ਜੂਸ ਹੋਇਆ, ਇੱਕ ਜਿਹੜਾ ਲੈਮਨ ਹੈਗਾ ਨਾ ਉਹ ਵੀ ਬੜਾ ਬੈਨੀਫੀਸ਼ੀਅਲ ਹੈਗਾ। ਅਗਰ ਜੇ ਤੁਸੀਂ ਉਹਨੂੰ ਗਰਮ ਪਾਣੀ 'ਚ ਪਾ ਲੈਂਦੇ ਹੋ, ਉਹ ਵਿਟਾਮਿਨ ਸੀ ਨੂੰ ਮਾਰ ਦਿੰਦਾ, ਕਿਲ ਕਰ ਦਿੰਦਾ। ਇਹਦੇ 'ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਭਾਜੀ ਸਹੀ ਗੱਲ ਹੈ। ਜਦੋਂ ਵਿਟਾਮਿਨ ਸੀ ਨੂੰ ਤੁਸੀਂ ਹੀਟ ਦਿੰਦੇ ਆ ਤਾਂ ਉਹ ਖਰਾਬ ਹੋ ਜਾਂਦੀ ਵਿਟਾਮਿਨ ਸੀ। ਸੋ ਹੀਟ ਨਹੀਂ ਕਰਨੀ ਚਾਹੀਦੀ ਕਦੇ ਵੀ ਵਿਟਾਮਿਨ ਸੀ। ਸੋ ਹਮੇਸ਼ਾ ਰੂਮ ਟੈਂਪਰੇਚਰ ਦੇ ਪਾਣੀ 'ਚ ਵਿਟਾਮਿਨ ਸੀ ਕੰਜ਼ਿਊਮ ਕਰਨਾ ਚਾਹੀਦਾ, ਨਾ ਕਿ ਵਾਰਮ ਕਰਕੇ ਪਾਣੀ, ਠੀਕ ਹੈ ਨਾ? ਦੈਟਸ ਰਾਈਟ। ਹਾਂਜੀ, ਬੋਇਲਿੰਗ ਵਾਟਰ ਵਿੱਚ ਨਾ ਪਾਓ ਕਦੇ ਵੀ। ਹਾਂਜੀ ਡਾਕਟਰ ਸਾਹਿਬ ਅਸੀਂ ਮੈਂ ਕਿੰਨੇ ਬੜੇ ਫਰੂਟ ਤੁਹਾਨੂੰ ਸੁਣਾ ਦਿੱਤੇ ਨੇ, ਅਬਾਊਟ ਅ ਡਜ਼ਨ ਕੀ ਤੁਸੀਂ ਖਾ ਸਕਦੇ ਹੋ ਜਿਨ੍ਹਾਂ 'ਚ ਵਿਟਾਮਿਨ ਸੀ ਹੈਗਾ। ਅਗੇਨ ਕਈ ਤੁਸੀਂ ਜਿੱਦਾਂ ਮੈਂਗੋ ਵੀ ਸੀਗਾ, ਇਹਦੇ ਵਿੱਚ ਪਪਾਇਆ ਹੈਗਾ, ਪਾਈਨਐਪਲ ਹੈਗਾ ਆ, ਸਟ੍ਰਾਬੇਰੀਜ਼ ਵਗੈਰਾ। ਸਮ ਆਫ ਦ ਫਰੂਟਸ ਆਰ ਵੈਰੀ ਬੈਨੀਫੀਸ਼ੀਅਲ ਫॉर ਵਿਟਾਮਿਨ ਸੀ, ਬਟ ਦੇ ਮਾਈਟ ਨਾਟ ਬੀ ਗੁੱਡ ਫॉर ਜਿਨ੍ਹਾਂ ਨੂੰ ਡਾਇਬੀਟੀਜ਼ ਹੈਗੀ ਆ। ਉਹ ਤੁਹਾਨੂੰ ਚੈੱਕ ਕਰਨਾ ਪਏਗਾ। ਲਿਮਿਟੇਸ਼ਨ ਵਿੱਚ ਖਾਓਗੇ ਤਾਂ ਮੈਨੂੰ ਲੱਗਦਾ ਨਹੀਂ ਨੁਕਸਾਨ ਕਰੇਗਾ। ਨੁਕਸਾਨ ਕਰਨਾ ਨਹੀਂ ਕਰਨਾ ਆਪਣੀ ਜੀਪੀ ਨੂੰ ਪੁੱਛ ਕੇ ਕਿੰਨਾ ਕੰਜ਼ਿਊਮ ਕਰ ਸਕਦਾ ਤੁਸੀਂ ਉਸ ਨਾਲ ਕਰੋ। ਡਾਕਟਰ ਸਾਹਿਬ ਫਰੂਟ ਦੇ ਇਲਾਵਾ ਮੇਰੀ ਲਿਸਟ ਦੇ ਵਿੱਚ ਸੀਗਾ ਬ੍ਰਸਲ ਸਪਰਾਊਟਸ, ਉਹ ਵੈਜੀਟੇਬਲ 'ਚ ਤੁਸੀਂ ਕਹਿ ਸਕਦੇ ਆ ਜਾਂਦਾ। ਹੋਰ ਕਿਹੜਾ ਵੈਜੀਟੇਬਲ ਦੇ ਹੈ ਜਿਹੜਾ ਤੁਸੀਂ ਵਿਟਾਮਿਨ ਸੀ ਤੁਸੀਂ ਉਹਦੇ 'ਚ ਨਿਕਲਦਾ ਹੈਗਾ? ਹਾਂਜੀ ਸੋ ਇਹ ਬਰੋਕਲੀ, ਹਾਂਜੀ ਕੇਲ, ਬਰੋਕਲੀ, ਹਾਂਜੀ ਹਰੀਆਂ ਚੀਜ਼ਾਂ ਜਿਹੜੀਆਂ ਹੈ, ਸੈਲਡਸ, ਹਾਂਜੀ, ਤੇ ਇਹਨਾਂ ਵਿੱਚ ਸਾਰਿਆਂ 'ਚ ਵਿਟਾਮਿਨ ਸੀ ਕਾਫੀ ਜ਼ਿਆਦਾ ਹੁੰਦਾ ਜੀ। ਗ੍ਰੀਨਸ। ਡਾਕਟਰ ਸਾਹਿਬ ਇੱਕ ਚੀਜ਼ ਜ਼ਰੂਰ ਹੈਗੀ ਆ, ਮੈਂ ਤੁਹਾਨੂੰ ਦੱਸਾਂ, ਮੈਂ ਹਮੇਸ਼ਾ ਜਦੋਂ ਦਾ ਅਸੀਂ ਲੋਕਡਾਊਨ 'ਚ ਗਏ ਹੈਗੇ ਆ, ਜਿੱਦਾਂ ਤੁਸੀਂ ਵੀ ਹੁਣ ਕਹਿ ਕੇ ਹਟੇ ਡਾਕਟਰ ਸਾਹਿਬ, ਬਹੁਤ ਇੰਪੋਰਟੈਂਟ ਆ। ਅਸੀਂ ਲਾਈਫ ਸਟਾਈਲ ਚੇਂਜ ਹੋ ਗਿਆ, ਵੀ ਨੈਵਰ ਐਕਸਪੈਕਟਿਡ। ਜਦੋਂ ਅਸੀਂ ਪਿਛਲੇ ਮਾਰਚ ਵਿੱਚ ਲੋਕਡਾਊਨ 'ਚ ਗਏ, ਐਵਰੀ ਵਰਲਡ ਵਾਜ਼, ਮੈਂ ਯੂਕੇ ਦੀ ਗੱਲ ਕਰਾਂ, ਵੈਂਟ ਇਨਟੂ ਅ ਸ਼ੌਕ। ਲੋਕੀ ਡਿਪਰੈਸ਼ਨ ਚਲੇ ਗਏ, ਲੋਕੀ ਡਿਪਰੈਸ਼ਨ ਕਰਕੇ ਬਿਮਾਰ ਹੋ ਗਏ। ਡਾਕਟਰ ਸਾਹਿਬ ਹੁਣ ਕੀ ਹੋਇਆ, ਕਿਉਂਕਿ ਲੋਕਾਂ ਨੂੰ ਤੁਸੀਂ ਮਿਲਦੇ ਨਹੀਂ ਸੀਗੇ, ਨੌਨ ਅਸੈਂਸ਼ੀਅਲ ਸਾਰੀਆਂ ਦੁਕਾਨਾਂ ਬੰਦ ਸੀਗੀਆਂ, ਲੋਕਾਂ ਨੇ ਕਿਤੇ ਜਾਣਾ ਨਹੀਂ ਹੁੰਦਾ, ਤੇ ਉਹਨਾਂ ਨੇ ਆਪਣੇ ਆਪ ਨੂੰ ਲੁੱਕ ਆਫਟਰ ਕਰਨਾ ਬਿਲਕੁਲ ਬੰਦ ਕਰਤਾ। ਇਨ ਅ ਸੈਂਸ ਕੱਪੜੇ ਵੀ ਨਹੀਂ ਚੇਂਜ ਕਰਨੇ ਉਹਨਾਂ ਨੇ। ਉਹਨੂੰ ਪਤਾ ਸੀ ਮੈਂ ਵੱਡਾ ਕੋਟ ਪਾ ਲੈਣਾ, ਮੇਰਾ ਨਜ਼ਰ ਨਹੀਂ ਆਏਗਾ ਐਜ਼ ਲੌਂਗ ਮੇਰੇ ਸ਼ੂਜ਼ ਚੰਗੇ ਪਾਏ ਨੇ। ਆਪਣੀ ਦਸਤਾਰ ਕਿਸੇ ਨੂੰ ਬਹੁਤਾ ਬੌਦਰ ਨਹੀਂ ਕਰਨਾ, ਤੇ ਉਹਦੇ ਉੱਪਰ ਤੁਸੀਂ ਮਾਸਕ ਪਾ ਲੈਂਦੇ ਸੀ। ਸੋ ਤੁਹਾਡਾ ਜਿਸਮ ਸਾਰਾ ਲੁਕ ਗਿਆ, ਤੇ ਬੰਦਿਆਂ ਨੇ ਆਪਣਾ ਤਿਆਰ ਹੋਣਾ, ਆਪਣੇ ਨੂੰ ਲੁੱਕ ਆਫਟਰ ਕਰਨਾ ਬਿਲਕੁਲ ਬੰਦ ਕਰਤਾ। ਉਹਦੇ ਨਾਲ ਵੀ ਬੜਾ ਇਫੈਕਟ ਪਿਆ ਹੈ। ਹਾਂਜੀ ਦੈਟਸ ਰਾਈਟ। ਸੋ ਆਪਾਂ ਇਹ ਡਿਸਕਸ ਕੀਤਾ ਸੀ ਕਿ ਪਿਛਲੀ ਵਾਰੀ ਵੀ, ਕਿਉਂਕਿ ਜਦੋਂ ਤੁਸੀਂ ਆਪਣਾ ਅਪੀਅਰੈਂਸ ਦਾ ਖਿਆਲ ਨਹੀਂ ਰੱਖਦੇ ਹੈਗੇ ਤਾਂ ਸਾਈਕੋਲੋਜਿਕਲੀ ਤੁਹਾਡੇ ਦਿਮਾਗੀ ਤੌਰ 'ਤੇ ਹੈ ਨਾ ਬੁਰਾ ਅਸਰ ਹੁੰਦਾ ਹੈ, ਤੇ ਹੈਲਥ ਵੀ ਖਰਾਬ ਹੀ ਹੁੰਦੀ ਤਕਰੀਬਨ, ਕਿਉਂਕਿ ਤੁਸੀਂ ਥੋੜ੍ਹਾ ਜਿਹਾ ਫਿਰ ਉਹ ਡਿਪਰੈਸ਼ਨ ਸਾਈਡ 'ਤੇ ਜਾਣ ਲੱਗ ਪੈਂਦੇ ਆ ਜੇ ਤੁਸੀਂ ਆਪਣਾ ਖਿਆਲ ਨਹੀਂ ਰੱਖਦੇ। ਤੇ ਡਿਪਰੈਸ਼ਨ ਇੱਦਾਂ ਦੀ ਚੀਜ਼ ਹੈ, ਉਹ ਹੌਲੀ ਹੌਲੀ ਵੱਧਦੀ ਜ਼ਿਆਦਾ ਖਰਾਬ ਹੋ ਜਾਂਦੀ ਹੈ। ਸੋ ਹਮੇਸ਼ਾ ਆਪਣਾ ਖਿਆਲ ਰੱਖਣਾ ਚਾਹੀਦਾ, ਆਪਣਾ ਰੂਟੀਨ ਖਰਾਬ ਨਾ ਕਰੋ, ਤੇ ਆਪਣਾ ਖਿਆਲ ਰੱਖੋ, ਆਪਣੇ ਖੁਰਾਕ ਸੋਹਣੀ ਖਾਓ, ਫਿਰ ਵੀ ਆਪਣਾ ਕੱਪੜੇ ਫਿਰ ਵੀ ਸੋਹਣੇ ਪਹਿਨੋ, ਤੇ ਇੱਦਾਂ ਦੇ ਆਪਣੇ ਆਪ ਨੂੰ ਨਿਗਲੈਕਟ ਕਰਨ ਦੀ ਲੋੜ ਨਹੀਂ ਹੈਗੀ। ਭਾਜੀ ਬੜਾ ਇੰਪੋਰਟੈਂਟ ਹੈ ਓਨੈਸਟਲੀ। ਮੈਂ ਬਾਰ ਕਹਿੰਦਾ ਨਾ ਕਿ ਜਦੋਂ ਤੁਸੀਂ ਉੱਠ ਕੇ ਸਿੱਧਾ ਤੁਸੀਂ ਬਾਥਰੂਮ ਜਾਂਦੇ ਹੋ, ਆਪਣਾ ਬਰਸ਼ ਵਗੈਰਾ ਕਰਕੇ ਆਪਣਾ ਸ਼ਾਵਰ ਵਗੈਰਾ ਲੈਂਦੇ ਹੋ, ਤਿਆਰ ਹੁੰਦੇ ਨਾ, ਇੱਕ ਜਿਸਮ ਇੱਦਾਂ ਦੀ ਚੀਜ਼ ਆ, ਜਦੋਂ ਤੁਸੀਂ ਉਦੋਂ ਸ਼ਾਵਰ ਲੈਂਦੇ ਹੋ ਤੁਸੀਂ ਇਮੀਡੀਏਟਲੀ ਬੈਟਰ ਐਕਟਿਵ ਫੀਲ ਕਰਨਾ ਸ਼ੁਰੂ ਕਰ ਦਿੰਦੇ ਹੋ। ਅਗਰ ਤੁਸੀਂ ਉੱਠ ਕੇ ਸਿੱਧਾ ਥੱਲੇ ਚਲੇ ਗਏ, ਬ੍ਰੇਕਫਾਸਟ ਖਾ ਲਈ, ਸੈਟੀ 'ਤੇ ਬੈਠ ਕੇ, ਡਾਕਟਰ ਸਾਹਿਬ ਉਹ ਤਾਂ ਫਿਰ ਤੁਸੀਂ ਥੱਲੇ ਜਾਈ, ਇਮਿਊਨ ਸਿਸਟਮ ਵੀਕ ਹੋ ਗਿਆ। ਜਿੱਦਾਂ ਉਹਨਾਂ ਦਾ ਆਪਣੇ ਭਾਈ ਸਾਹਿਬ ਦਾ ਫੋਨ ਆਇਆ ਸੀਗਾ ਕਿ ਮੈਂ ਹੁਣ ਬੜਾ ਟਾਇਰਡ ਫੀਲ ਕਰਦਾ, ਕਿਉਂਕਿ ਅਸੀਂ ਕੁਝ ਕੰਮ ਕਰਦੇ ਨਹੀਂ, ਸਾਰਾ ਦਿਨ ਖਾ ਲਿਆ ਬੈਠ ਲਏ। ਇਹ ਲਾਈਫ ਹੋ ਗਈ ਲਾਸਟ ਹੁਣ ਸਾਲ ਹੋ ਗਿਆ ਆਲਮੋਸਟ। ਹਾਂਜੀ ਅਨਫੋਰਚੂਨੇਟਲੀ ਇੱਦਾਂ ਬੋਡੀ ਥੋੜ੍ਹੀ ਜਿਹੀ ਲੇਜ਼ੀ ਹੋ ਜਾਂਦੀ ਫਿਰ, ਤੇ ਜਿੰਨੇ ਤੁਸੀਂ ਐਕਸਰਸਾਈਜ਼ ਜ਼ਿਆਦਾ ਕਰੂੰਗਾ ਉਨੀ ਬੋਡੀ ਐਕਟੀਵੇਟ ਰਹਿੰਦੀ, ਉਨੀ ਫਿਟ ਰਹਿੰਦੀ ਆ, ਤੇ ਵਿਟਾਮਿਨਸ ਮਿਨਰਲਸ ਚੁੱਕਦੀ ਆ। ਤੇ ਜੇ ਤੁਹਾਡਾ ਬਿਲਕੁਲ ਤੁਸੀਂ ਕੋਈ ਐਕਸਰਸਾਈਜ਼ ਨਹੀਂ ਕਰਦੇ ਹੈਗੇ ਤੇ ਸਾਰਾ ਦਿਨ ਬੈਠੇ ਹੀ ਰਹਿੰਦੇ ਟੀਵੀ ਦੇ ਮੂਹਰੇ, ਤੇ ਫਿਰ ਬੋਡੀ ਥੋੜ੍ਹੀ ਡੈਮੇਜ ਹੋਣ ਲੱਗ ਪੈਂਦੀ ਆ, ਕਿਉਂਕਿ ਐਕਸਰਸਾਈਜ਼ ਦੇ ਨਾਲ ਜਦੋਂ ਤੁਹਾਡੀ ਲੱਤਾਂ ਪੈਰਾਂ ਚੱਲਦੀਆਂ ਰਹਿੰਦੀਆਂ ਹੈ ਨਾ, ਤਾਂ ਤੁਹਾਡੇ ਜਿਹੜੇ ਟੌਕਸਿਨਸ ਆ ਉਹ ਬੋਡੀ ਵਿੱਚੋਂ ਨਿਕਲਦੇ ਰਹਿੰਦੇ ਆ। ਹਾਂਜੀ,
ਤੇ ਜੇ ਤੁਸੀਂ ਤੁਹਾਡੇ ਬੋਡੀਲੀ ਸਿਸਟਮਸ ਜਿਹੜੇ ਆ ਉਹ ਸਲੋ ਹੋ ਜਾਂਦੇ ਆ, ਫਿਰ ਟੌਕਸਿਨਸ ਨਿਕਲਦੇ ਨਹੀਂ ਸਰੀਰ ਚੋਂ। ਡਾਕਟਰ ਸਾਹਿਬ ਇੱਕ ਜ਼ਰੂਰ ਹੈਗਾ ਮੇਰੇ ਅਤੇ ਫਰੈਂਡ ਸਰਕਲ ਦੇ ਵਿੱਚ ਪਤਾ ਲੱਗਦਾ ਕਿਉਂਕਿ ਲੋਕਾਂ ਨੇ ਪ੍ਰੋਗਰਾਮ ਦੇਖ ਕੇ ਜਾਂ ਆਪਣਾ ਸਟੱਡੀ ਕਰਕੇ ਆਪਣੇ ਵਿਟਾਮਿਨ ਸੀ ਨੂੰ ਪ੍ਰੋਪਰ ਕੰਟਰੋਲ ਕਰਕੇ ਰੱਖਦੇ ਨੇ ਐਂਡ ਉਹਨਾਂ ਦੀ ਸਟੇਟਮੈਂਟ ਹੈਗੀ ਦੇ ਫੀਲਿੰਗ ਲੋਟ ਬੈਟਰ। ਵਿਟਾਮਿਨ ਸੀ ਇਜ਼ ਨਾਟ ਲਾਈਕ ਅ ਮੈਡੀਕੇਸ਼ਨ ਨਹੀਂ ਹੈਗੀ ਹੈ, ਇਟਸ ਅ ਸਪਲੀਮੈਂਟ ਹੈਗਾ ਜੋ ਕਿ ਤੁਹਾਨੂੰ ਹੈਲਥ ਸ਼ਾਪ ਤੇ ਸਾਰੇ ਪਾਸੇ ਮਿਲ ਜਾਂਦਾ ਹੈਗਾ। ਹਮੇਸ਼ਾ ਮੈਂ ਫਿਰ ਰਿਪੀਟ ਕਰਾਂਗਾ, ਪਲੀਜ਼ ਆਪਣੇ ਜੀਪੀ ਨੂੰ ਪੁੱਛ ਕੇ ਦਿਖਾ ਕੇ ਕਿ ਮੈਂ ਖਾਣਾ ਸ਼ੁਰੂ ਕਰਨਾ, ਇਹਦਾ ਕੋਈ ਨੁਕਸਾਨ ਹੈਗਾ, ਕਿੰਨਾ ਖਾ ਸਕਦਾ, ਕਿੰਨੇ ਡੋਜ਼ ਮੈਂ ਰੋਜ਼ ਲੈ ਸਕਦਾ। ਪਰ ਡਾਕਟਰ ਸਾਹਿਬ ਇਹਦਾ ਕੋਈ ਚਾਂਸ ਤਾਂ ਨਹੀਂ ਹੈਗਾ ਕਿ ਜੇ ਤੁਸੀਂ 3 ਦਫਾ ਦਿਨ 'ਚ ਰਹਿੰਦੇ ਹੋ ਕਿ ਬਹੁਤ ਐਕਸੈਸਿਵ ਹੋ ਗਿਆ ਤੁਹਾਡੀ ਬਾਡੀ 'ਚ, ਉਹਦਾ ਕੋਈ ਨੁਕਸਾਨ ਤਾਂ ਨਹੀਂ ਹੈ? ਨਹੀਂ ਭਾਜੀ, ਅਸੀਂ ਦੇਖਿਆ ਕੋਈ ਨੁਕਸਾਨ ਕਦੇ ਨਹੀਂ ਇਹਦਾ ਹੋਇਆ, ਤੇ ਕਦੇ ਕੋਈ ਬੁਰਾ ਰਿਜ਼ਲਟ ਨਹੀਂ ਵਿਟਾਮਿਨ ਸੀ ਦਾ ਆਇਆ ਭਾਜੀ। ਤੇ ਹੁਣ ਜਿਹੜੇ ਲੋਕੀ ਹੈਗੀ ਆ ਜਿਹੜੇ ਸ਼ਰਾਬ ਪੀਂਦੇ ਆ, ਹਾਂਜੀ, ਜਾਂ ਬਹੁਤ ਸਟ੍ਰੈਸਫੁਲ ਜੌਬ ਆ ਉਹਨਾਂ ਦੀ, ਜਾਂ ਸਿਗਰਟ ਪੀਂਦੇ ਆ, ਉਹਨਾਂ ਦੀ ਵਿਟਾਮਿਨ ਸੀ ਬਾਡੀ ਵਿੱਚ ਬਹੁਤ ਹੀ ਕਮ ਹੋ ਜਾਂਦੀ ਆ, ਕਰਕੇ ਉਹ ਚੀਜ਼ਾਂ ਪ੍ਰੋਸੈਸ ਕਰਨ ਲਈ ਤੁਹਾਡੀ ਬਾਡੀ ਵਿਟਾਮਿਨ ਸੀ ਚਾਹੀਦੀ ਆ, ਹਾਂਜੀ, ਉਹ ਯੂਜ਼ ਅਪ ਹੋ ਜਾਂਦੀ ਆ ਤੇ ਉਹਨਾਂ ਦੀ ਵਿਟਾਮਿਨ ਸੀ ਬਹੁਤ ਘਾਟ ਹੋ ਜਾਂਦੀ ਹੈ। ਤੇ ਤੁਹਾਨੂੰ ਪਤਾ ਹੀ ਵੀ ਇਦਾਂ ਦੇ ਲੋਕਾਂ ਦੇ ਬਿਮਾਰੀਆਂ ਜ਼ਿਆਦਾ ਪੈਦਾ ਹੁੰਦੀਆਂ ਜੀ। ਸੋ ਜਿਹੜਾ ਟੌਕਸਿਨਸ ਆ ਤੁਹਾਡਾ ਲਿਵਰ ਪ੍ਰੋਸੈਸ ਕਰਦਾ ਹੈ ਤੇ ਉਹ ਪ੍ਰੋਸੈਸ ਕਰਕੇ ਬਾਹਰ ਬਾਡੀ ਚੋਂ ਕੱਢਦਾ ਹੈ। ਉਹ ਇਹ ਫੰਕਸ਼ਨ ਕਰਨ ਲਈ ਵਿਟਾਮਿਨ ਸੀ ਦੀ ਲੋੜ ਉੱਥੇ ਪੈਂਦੀ ਹੈ, ਹਾਂਜੀ। ਸੋ ਜਿਹੜੇ ਵੀ ਇਦਾਂ ਦੀਆਂ ਚੀਜ਼ਾਂ ਵਰਤਦੇ ਉਹਨਾਂ ਨੂੰ ਵਿਟਾਮਿਨ ਸੀ ਸਮਝ ਕੇ ਜ਼ਿਆਦਾ ਲੈਣੀ ਚਾਹੀਦੀ ਹੈ, ਬਿਲਕੁਲ, ਕਿਉਂਕਿ ਬਹੁਤ ਜਲਦੀ ਕੰਮ ਹੋ ਜਾਂਦੀ ਹੈ। ਤੇ ਜਿਹੜੇ ਦਵਾਈਆਂ ਵੀ ਆਪਾਂ ਖਾਂਦੇ ਹਾਂ ਨਾ, ਜੀਪੀ ਨੇ ਪ੍ਰਿਸਕ੍ਰਾਈਬ ਕੀਤੀਆਂ ਐਲੋਪੈਥਿਕ ਦਵਾਈਆਂ, ਉਹ ਵੀ ਲਿਵਰ ਨੂੰ ਪ੍ਰੋਸੈਸ ਕਰਨੀਆਂ ਪੈਂਦੀਆਂ, ਹਾਂਜੀ, ਉਹਨੂੰ ਬ੍ਰੇਕ ਡਾਊਨ ਕਰਕੇ ਫਿਰ ਸਰੀਰ ਵਿੱਚੋਂ ਬਾਹਰ ਕੱਢਣਾ ਪੈਂਦਾ। ਤੇ ਇੱਥੇ ਵੀ ਵਿਟਾਮਿਨ ਸੀ ਦੀ ਲੋੜ ਪੈਂਦੀ ਆ, ਹਾਂਜੀ। ਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਬੱਚੇ ਹੁੰਦੇ ਉਹਨਾਂ ਦਾ ਬਹੁਤ ਘੱਟ ਡੋਜ਼ ਦੇਣਾ ਪੈਂਦਾ, ਕਿਉਂਕਿ ਉਹਨਾਂ ਦਾ ਪਾਵਰ ਲਿਵਰ ਦਾ ਇੰਨਾ ਨਹੀਂ ਹੁੰਦਾ ਬੱਚਿਆਂ ਦਾ। ਤੇ ਇਸੇ ਤਰ੍ਹਾਂ ਜਿਹੜੇ ਬਹੁਤ ਜ਼ਿਆਦਾ ਸਿਆਣੇ ਹੋ ਜਾਂਦੇ ਆ ਉਹਨਾਂ ਦੇ ਵੀ ਲਿਵਰ ਦਾ ਫੰਕਸ਼ਨ ਘਟ ਜਾਂਦਾ ਹੈ ਤੇ ਉਹ ਵੀ ਦਵਾਈਆਂ ਨੂੰ ਪ੍ਰੋਸੈਸ ਨਹੀਂ ਕਰ ਸਕਦੇ, ਉਹਨਾਂ ਦੀ ਵੀ ਫਿਰ ਕਈ ਵਾਰੀ ਡੋਜ਼ ਜਿਹੜੀ ਹੁੰਦੀ ਹੈ ਐਲੋਪੈਥਿਕ ਦਵਾਈ ਦੀ ਉਹਨਾਂ ਨੂੰ ਘਟਾਉਣੀ ਪੈਂਦੀ ਹੈ। ਸੋ ਇਸ ਕਰਕੇ ਤੁਹਾਡੀਆਂ ਦਵਾਈਆਂ ਮੈਟਾਬੋਲਾਈਜ਼ ਕਰਨ ਲਈ ਉਹਦੇ ਵੀ ਵਿਟਾਮਿਨ ਸੀ ਦੀ ਲੋੜ ਹੈਗੀ ਜੀ। ਡਾਕਟਰ ਸਾਹਿਬ ਦੇਖੋ ਜੇ ਮੈਂ ਹੁਣ ਗੱਲ ਥੋੜੀ ਸਾਈਡ ਤੇ ਲੈ ਕੇ ਜਾਵਾਂ, ਕੋਈ ਮਸ਼ੀਨਰੀ ਹੈਗੀ ਆ ਕਨਵੇਅਰ ਬੈਲਟ ਪ੍ਰੋਡਕਸ਼ਨ ਲਾਈਨ ਦੀ, ਉਹ 6 ਮਹੀਨੇ ਬੰਦ ਰਵੇ, ਉਹ ਜਦੋਂ ਤੁਸੀਂ ਦੁਬਾਰਾ ਸ਼ੁਰੂ ਕਰੋਗੇ ਉਸ ਤਰ੍ਹਾਂ ਨਹੀਂ ਚੱਲੇਗੀ ਜਦ ਤੱਕ ਤੁਸੀਂ ਉਹਨੂੰ ਮੁਰੰਮਤ ਨਹੀਂ ਕਰਦੇ। ਤੁਸੀਂ ਕਾਰ ਲੈ ਲਓ, ਤੁਸੀਂ 6 ਮਹੀਨੇ ਪੱਥਰਾਂ ਤੇ ਖੜੀ ਕਰ ਦਿਓ, ਉਹ ਵਾਪਸ ਸਟਾਰਟ ਕਰੋਗੇ, ਅੰਦਰ ਰਸਟ ਲੱਗ ਜਾਂਦਾ, ਔਰ ਉਸ ਤਰ੍ਹਾਂ ਨਹੀਂ ਚੱਲੇਗੀ, ਉਹਨੂੰ ਕੁਝ ਕਰਨਾ ਪਏਗਾ ਤਾਂ ਤੁਸੀਂ ਕਰੋਗੇ। ਤੇ ਇੱਦਾਂ ਦੀ ਚੀਜ਼ਾਂ ਬਾਡੀ ਸੇਮ ਚੀਜ਼ ਹੈਗੀ ਹੈ, ਇੱਕ ਮਸ਼ੀਨਰੀ ਹੈ, ਇਹ ਖੜੀ ਹੋ ਜਾਏਗੀ ਤੇ ਇਹਨੂੰ ਰਸਟ ਲੱਗਣਾ ਸ਼ੁਰੂ ਹੋ ਜਾਏਗਾ, ਨਾਟ ਇਨ ਅ ਰੀਅਲ ਸੈਂਸ ਕਿ ਰਸਟ ਤੁਸੀਂ ਟਾਇਰਡ ਫੀਲ ਕਰੋਗੇ, ਤੁਸੀਂ ਫਟੀਗ ਫੀਲ ਕਰੋਗੇ, ਇੱਦਾਂ ਦੀ ਗੱਲਾਂ ਹੁੰਦੀਆਂ। ਡਾਕਟਰ ਸਾਹਿਬ ਇੱਕ ਬਾਡੀ ਮਸ਼ੀਨਰੀ ਵਰਗੀ ਬਿਲਕੁਲ ਹੈਗੀ ਹੈ, ਇਹ ਬੜੀ ਕਮਾਲ ਦੀ ਚੀਜ਼ ਹੈ। ਜਦੋਂ ਤੁਸੀਂ ਹੁਣ ਤੁਹਾਡੇ ਜਿਸਮ ਨੇ ਫੀਲ ਕੀਤਾ ਕਿ ਮੈਨੂੰ 2-2.5 ਸਾਲ ਹੋ ਗਏ, ਮੇਰੀ ਬਾਡੀ ਕਹਿੰਦੀ ਤੂੰ ਨਾ ਹੁਣ ਆਰਾਮ ਕਰ, ਤੂੰ ਟੋਟਲੀ ਸਵਿਚ ਆਫ ਹੋ ਕੇ ਹੌਲੀਡੇ ਤੇ ਜਾ, ਜਦੋਂ ਤੁਹਾਡੀ ਬਾਡੀ ਤੁਹਾਨੂੰ ਦੱਸਦੀ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਪਰ ਅਸੀਂ ਇਗਨੋਰ ਕਰਦੇ ਉਹਨੂੰ। ਹਾਂਜੀ, ਇਹੀ ਸਾਡਾ ਪ੍ਰੋਬਲਮ ਹੈ, ਅਸੀਂ ਓਵਰਰਾਈਡ ਕਰ ਦਈਦਾ ਤੇ ਬਾਡੀ ਤਾਂ ਦੱਸ ਦਿੰਦੀ ਹੈ ਵੀ ਕੋਈ ਪ੍ਰੋਬਲਮ ਹੈਗਾ ਹੈ, ਵੀ ਤੁਸੀਂ ਰੈਸਟ ਕਰੋ ਜਾਂ ਹੈ ਨਾ ਕੋਈ ਹੌਲੀਡੇ ਕਰੋ, ਪਰ ਅਸੀਂ ਮੰਨਦੇ ਨਹੀਂ ਹੈਗੇ ਆ ਨਾ, ਅਸੀਂ ਓਵਰਰਾਈਡ ਕਰ ਦਈਦਾ ਆ ਤੇ ਕੰਮੇ ਕਰੀ ਜਾਈਦੇ ਆ। ਇਹ ਤੇ ਅਸੀਂ ਸਾਰੇ ਐਕਚੁਅਲੀ ਗਿਲਟੀ ਹੈਗੇ ਆ, ਇਨਕਲੂਡਿੰਗ ਮਾਈ ਸੈਲਫ, ਹਾਂਜੀ। ਤੇ ਤੇ ਪਰ ਕਰਨਾ ਚਾਹੀਦੀ ਰੈਸਟ, ਬਿਲਕੁਲ ਬਾਡੀ ਨੂੰ ਰੈਸਟ ਦੇਣ ਦੀ ਲੋੜ ਹੈਗੀ ਆ। ਤੁਹਾਨੂੰ ਪਤਾ ਹੀ ਆ ਵੀ ਵੀਕਐਂਡ ਇਸੇ ਲਈ ਬਣਾਇਆ ਹੁੰਦਾ ਹੈ, ਸੰਡੇ ਖਾਸ ਕਰਕੇ, ਤੇ ਹਰੇਕ ਨੂੰ ਛੁੱਟੀ ਹੁੰਦੀ ਆ ਵੀ ਇੱਕ ਦਿਨ ਤੁਸੀਂ ਐਟਲੀਸਟ ਰੈਸਟ ਕਰੋ। ਪਰ ਅਨਫੋਰਚੂਨੇਟਲੀ ਕਈ ਵਾਰੀ ਅਸੀਂ ਇੰਨੇ ਕੰਮਾਂ ਵਿੱਚ ਬਿਜ਼ੀ ਹੋ ਜਾਈਦਾ, ਫਿਰ ਵੀ ਸਾਨੂੰ ਥੋੜ੍ਹਾ ਬਹੁਤਾ ਕੰਮ ਕਰਨਾ ਹੀ ਪੈਂਦਾ ਆ। ਤੇ ਪਰ ਇੱਦਾਂ ਹੈਗਾ ਵੀ ਤੁਸੀਂ 2-3 ਮਹੀਨਿਆਂ ਬਾਅਦ ਜ਼ਰੂਰ ਇੱਕ ਬ੍ਰੇਕ ਕਰੋ ਤੇ ਇਹ ਜ਼ਰੂਰੀ ਆ। ਡਾਕਟਰ ਸਾਹਿਬ ਜਿਹੜੇ ਹੁਣ ਘਰ ਬੈਠੇ ਨੇ, ਵਲਨਰੇਬਲ ਲੋਕ ਹੈਗੇ ਨੇ, ਥੋੜੇ ਬਜ਼ੁਰਗ ਹੈਗੇ ਨੇ, ਬਹੁਤੀ ਐਕਟੀਵਿਟੀ ਨਹੀਂ ਹੈ ਅੰਦਰ ਬਾਹਰ ਜਾਣ ਦੀ, ਜਾਂ ਉਹਨਾਂ ਪਾਸ ਫੈਸਿਲਿਟੀ ਨਹੀਂ, ਜਾਂ ਕੁਝ ਵੀ ਹੋਏ ਰੀਜ਼ਨ, ਹੁਣ ਮੈਂ ਚਾਹਾਂਗਾ ਕਿ ਤੁਸੀਂ ਥੋੜੇ ਇੱਕ ਅੱਧੇ ਮਿੰਟ 'ਚ ਐਡਵਾਈਸ ਦੇਵੋ ਕਿ ਉਹ ਘਰ ਬੈਠ ਕੇ ਆਪਣੇ ਜੋ ਸਪਲੀਮੈਂਟ ਲੈਣੀਆਂ ਨੇ, ਜੋ ਮੈਡੀਸਿਨ ਲੈਣੀਆਂ ਨੇ, ਉਹਦੇ ਬਗੈਰ ਉਹ ਕਿੱਦਾਂ ਦੀ ਸੇਫ ਐਕਸਰਸਾਈਜ਼ ਕਰ ਸਕਦੇ ਨੇ ਤਾਂ ਕਿ ਉਹਨਾਂ ਦੀ ਸੇਫਟੀ ਵੀ ਦਾ ਵੀ ਖਿਆਲ ਰੱਖਿਆ ਜਾਵੇ। ਕਾਮਨ ਚੀਜ਼ ਕੀ ਕਰ ਸਕਦੇ ਨੇ ਬੈਠ ਕੇ ਤਾਂ ਕਿ ਥੋੜ੍ਹਾ ਬਹੁਤਾ ਉਹਨਾਂ ਦਾ ਜਿਸਮ ਚੱਲਣਾ ਸ਼ੁਰੂ ਹੋਵੇ? ਹਾਂਜੀ, ਸੋ ਮੇਨ ਥਿੰਗ ਹੈ ਵੀ ਜਿਹੜੀ ਜੈਂਟਲਿਸਟ ਜਾਂ ਸੇਫੈਸਟ ਐਕਸਰਸਾਈਜ਼ ਹੈਗੀ ਯੋਗਾ, ਹਾਂਜੀ। ਸੋ ਯੋਗਾ ਥੋੜ੍ਹਾ ਬਹੁਤ ਕਰਦੇ ਰਹੋ ਕਰੋ, ਤੇ ਬਾਕੀ ਲੱਤਾਂ ਨੂੰ ਐਕਸਰਸਾਈਜ਼ ਚਾਹੀਦੀ ਜ਼ਰੂਰੀ, ਉਹ ਤੁਸੀਂ ਆਪਣੇ ਘਰ ਵਿੱਚ ਤੁਰ ਫਿਰ ਸਕਦੇ ਆ, ਜਾਂ ਤੁਸੀਂ ਪੌੜੀਆਂ ਚੜ੍ਹ ਲਓ, ਥੱਲੇ ਉਤਰ ਆਓ, ਫਿਰ ਪੌੜੀਆਂ ਚੜ੍ਹ ਲਓ, ਹਾਂਜੀ। ਸੋ 1-2 ਵਾਰੀ
ਦਿਨ ਵਿੱਚ ਜ਼ਰੂਰ ਇਦਾਂ ਦੀ ਕੋਈ ਨਾ ਕੋਈ ਐਕਸਰਸਾਈਜ਼ ਕਰਦੇ ਰਿਹਾ ਕਰੋ, ਬੈਸਟ ਥਿੰਗ। ਤੇ ਜਾਂ ਤੁਸੀਂ ਜੇ ਬਾਹਾਂ ਦੀ ਐਕਸਰਸਾਈਜ਼ ਕਰਨੀ ਹੈ, ਤੁਸੀਂ ਥੋੜੇ ਜਿਹੇ ਵੇਟਸ ਰੱਖ ਲਓ ਜਾਂ ਕੋਈ ਚੀਜ਼ ਜਿਹੜੀ ਥੋੜੀ ਜਿਹੀ ਭਾਰੀ ਆ, ਤੇ ਉਹ ਬਹੁਤਾ ਜ਼ਿਆਦਾ ਭਾਰ ਨਹੀਂ ਚੁੱਕਣਾ ਇੱਕਦਮ, ਕਿਉਂਕਿ ਤੁਸੀਂ ਮਸਲਸ ਨੂੰ ਸਟ੍ਰੇਨ ਕਰ ਸਕਦੇ ਹੋ। ਪਰ ਤੁਸੀਂ ਥੋੜੇ ਥੋੜੇ ਭਾਰ ਚੁੱਕਣ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਜਿਹੜੇ ਬਾਹਾਂ ਦੇ ਮਸਲ ਆ ਉਹ ਵੀ ਚੱਲਦੇ ਰਹਿਣ। ਡਾਕਟਰ ਸਾਹਿਬ ਹੁਣ ਇੱਕ ਹੋਰ ਮੈਸੇਜ ਆਇਆ, ਜਦੋਂ ਤੁਸੀਂ ਇਨਸਾਨ ਆਪਣੀ ਉਮਰ ਦੱਸਦਾ ਆ, ਮੈਂ ਹੁਣ ਜੇ ਭੈਣ ਜੀ ਦੀ ਗੱਲ ਕਰਾਂਗਾ, ਉਹ ਕਹਿੰਦੇ ਮੈਂ 71 ਸਾਲਾਂ ਦੀ ਓਲਡ ਹੈਗੀ ਹੈ। ਮੈਂ ਕਦੇ ਓਲਡ ਲਫ਼ਜ਼ ਨਹੀਂ ਯੂਜ਼ ਕਰਨਾ ਚਾਹੁੰਦਾ। 71 ਸਾਲਾਂ ਦੀ ਯੰਗ ਲੇਡੀ ਦਾ ਫੋਨ ਆਇਆ, ਕਿਉਂਕਿ ਦਿਸ ਇਜ਼ ਹਾਊ ਯੂ ਫੀਲ ਯੋਰ ਬੋਡੀ ਦੇ ਮੁਤਾਬਿਕ ਏਜ ਤੇ ਇੱਕ ਨੰਬਰ ਹੁੰਦਾ ਹੈ। ਅਗਰ ਤੁਸੀਂ ਯੰਗ ਫੀਲ ਕਰਦੇ ਹੋ ਤਾਂ ਯੰਗ 1 ਮਿੰਟ 'ਚ ਮੈਨੂੰ ਜਵਾਬ ਦੇਣਾ, ਕਿਉਂਕਿ 2 ਮਿੰਟ ਰਹਿੰਦੇ ਨੇ। ਉਹਨਾਂ ਦਾ 71 ਸਾਲਾਂ ਦੇ ਨੇ, ਉਹਨਾਂ ਦਾ ਜਿਸਮ ਸਾਰਾ ਪੇਨ 'ਚ ਹੈਗਾ ਹੁਣ, ਸਪੈਸ਼ਲੀ ਗੋਡੇ ਜ਼ਿਆਦਾ ਦੁਖਦੇ ਨੇ। ਇਹ ਕਿਉਂ ਇੱਦਾਂ ਉਹਨਾਂ ਨੂੰ ਸ਼ੁਰੂ ਹੋ ਗਿਆ? ਵਟਸ ਉਹਨਾਂ ਨੂੰ ਕੀ ਕਰਨਾ ਚਾਹੀਦਾ? ਹਾਂਜੀ, ਸੋ ਇੱਦਾਂ ਹੈਗਾ ਵੀ ਜਦੋਂ ਤੁਸੀਂ ਓਲਡ ਏਜ ਵਿੱਚ ਆ ਜਾਂਦੇ ਆ ਤੇ ਤੁਹਾਡੇ ਜਿਹੜੇ ਵਿਟਾਮਿਨ ਸੀ ਦੀ ਘਾਟ ਹੋ ਜਾਂਦੀ ਜਾਂ ਮਿਨਰਲਸ ਦੀ ਹੋ ਜਾਂਦੀ ਘਾਟ, ਤੇ ਜਿਹੜਾ ਕਾਰਟਲੇਜ ਹੁੰਦਾ ਜੋੜਾਂ ਦੇ ਵਿਚਾਲੇ, ਉਹ ਕੁਸ਼ਨ ਕਰਦਾ ਜੁਆਇੰਟਸ ਨੂੰ, ਤੇ ਉਹ ਕਾਰਟਲੇਜ ਜਿਹੜਾ ਉਹ ਵੀ ਕੰਮ ਹੋਣ ਲੱਗ ਪੈਂਦਾ ਆ। ਤੇ ਇਸ ਕਰਕੇ ਫਿਰ ਤੁਹਾਡੇ ਜਿਹੜੀਆਂ ਹੱਡੀਆਂ ਇੱਕ ਦੂਏ ਦੇ ਨਾਲ ਲੱਗ ਕੇ ਉੱਥੇ ਦਰਦ ਪੈਦਾ ਹੋ ਜਾਂਦਾ। ਤੇ ਇਹ ਕਾਰਟਲੇਜ ਬਿਲਡ ਕਰਨ ਲਈ ਵੀ ਵਿਟਾਮਿਨ ਸੀ ਦੀ ਲੋੜ ਹੈਗੀ ਆ। ਸੋ ਵਿਟਾਮਿਨ ਸੀ ਜ਼ਰੂਰ ਆਪਣੀ ਸਪਲੀਮੈਂਟ ਕਰਨ। ਡਾਕਟਰ ਸਾਹਿਬ ਟਾਈਮ ਬੜਾ ਥੋੜ੍ਹਾ ਰਹਿ ਗਿਆ। ਬਹੁਤ ਚੰਗੀ ਗੱਲ ਜਿੱਦਾਂ ਦੱਸਿਆ ਕਿ ਡਾਕਟਰ ਸਾਹਿਬ ਜਦੋਂ ਡਾਕਟਰ ਸਾਹਿਬ ਕਹਿੰਦੇ ਕਿ ਜਦੋਂ ਤੁਸੀਂ ਓਲਡ ਹੋ ਜਾਂਦੇ ਹੋ, ਡਾਕਟਰ ਸਾਹਿਬ ਇਹ ਲਫ਼ਜ਼ ਤਾਂ ਮੈਂ ਬਿਲਕੁਲ ਡਿਨਾਈ ਕਰਦਾ, ਮੈਂ ਲਾਈਕ ਨਹੀਂ ਕਰਦਾ। ਮੇਰੀ ਡਿਕਸ਼ਨਰੀ 'ਚ ਲਫ਼ਜ਼ ਹੋਣਾ ਨਹੀਂ ਚਾਹੀਦਾ, ਤੇ ਇਸੇ ਕਰਕੇ ਭਾਜੀ ਤੁਸੀਂ ਯੰਗ ਲੁਕਿੰਗ ਆ ਹੈ। ਐਸੇ ਕਰਕੇ ਤਾਂ ਤੁਹਾਡੀ ਸ਼ਕਲ ਯੰਗ ਲੁਕਿੰਗ ਆ। ਨਹੀਂ ਪਤਾ ਕੀ ਭਾਜੀ, ਓਨੈਸਟਲੀ ਤੁਸੀਂ ਆਪਣੇ ਆਪ ਨੂੰ ਕਦੀ ਨਾ ਕਹੋ ਕਿ ਮੈਂ ਇਹ ਹੋ ਗਿਆ, ਮੈਂ ਉਹ ਹੋ ਗਿਆ, ਕਿਉਂਕਿ ਉਮਰ ਕਿੰਨੀ ਵੀ, ਉਮਰ ਤਾਂ ਇੱਕ ਨੰਬਰ ਹੁੰਦਾ ਹੈ। ਤੁਹਾਡੀ ਸਿਹਤ ਠੀਕ ਹੈ ਤੇ ਤੁਸੀਂ 100 ਸਾਲ ਵੀ, 110 ਸਾਲ ਵੀ। ਜਿਹੜਾ ਆਪਣੇ ਸਰਦਾਰ ਫੌਜਾ ਸਿੰਘ ਹੈਗੇ, ਆਈ ਥਿੰਕ ਹੀ ਇਜ਼ ਅੰਡਰ 10 ਈਅਰ ਓਲਡ, ਰੀਸੈਂਟਲੀ ਉਹਨਾਂ ਦਾ ਬਰਥਡੇ ਸੀਗਾ। ਬੜੀ ਵੱਡੀ ਮੁਬਾਰਕ ਉਹਨਾਂ ਨੂੰ। ਡਾਕਟਰ ਸਾਹਿਬ ਥੈਂਕ ਯੂ ਸੋ ਮਚ। ਉਮੀਦ ਰੱਖਦਾ ਕਿ ਤੁਸੀਂ ਹੁਣ ਸਟੂਡੀਓ ਆਉਣਾ ਸ਼ੁਰੂ ਕਰਾਂਗੇ। ਪਲੀਜ਼ ਕੀਪ ਵਾਚਿੰਗ, ਕੀਪ ਸਪੋਰਟਿੰਗ ਅਕਾਲ ਚੈਨਲ। ਨੈਕਸਟ ਵੀਕ ਸੇਮ ਟਾਈਮ ਸੇਮ ਪਲੇਸ ਤੋਂ ਮੁਲਾਕਾਤ ਹੋਏਗੀ। ਕੋਈ ਵੀ ਕਿਸੇ ਤਰ੍ਹਾਂ ਦਾ ਸਬਜੈਕਟ ਦਾ ਤੁਸੀਂ ਚਾਹੁੰਦੇ ਹੋ ਕਿ ਅਸੀਂ ਟੌਪਿਕ ਕਰੀਏ, ਡਾਕਟਰ ਨਾਲ ਡਿਸਕਸ ਕਰੀਏ, ਸਾਨੂੰ ਰਿੰਗ ਕਰਕੇ ਦੱਸ ਦਿਆ ਕਰੋ। ਸੈਂਡ ਅ ਮੈਸੇਜ ਓਵਰ ਕਾਲ ਸੈਂਟਰ, ਉਹ ਸਾਨੂੰ ਮੈਸੇਜ ਪਹੁੰਚਾ ਦਿੰਦੇ ਨੇ ਤੇ ਅਸੀਂ ਉਸ ਤਰ੍ਹਾਂ ਦਾ ਟੌਪਿਕ ਲੈ ਕੇ ਆਵਾਂਗੇ। ਜਿਹੜੇ ਅਸੀਂ ਟੌਪਿਕ ਕਰਦੇ ਜਨਰਲੀ ਕਰਦੇ ਹੁੰਦੇ ਹਾਂ। अपना ख्याल रखियो। द बीमारी स्टिल आउट देयर। अपनी ਜਿਹੜੀ ਗਵਰਨਮੈਂਟ ਦੀ ਗਾਈਡਲਾਈਨ ਨੂੰ ਫੋਲੋ ਕਰੋ। ਨੈਕਸਟ ਵੀਕ ਮੁਲਾਕਾਤ।